नमस्कार, सत श्री अकाल, आदाब, प्यारे सब्सक्राइबरों, आप जी का स्वागत है। हफ्तावारी प्रोग्राम PAG लाइव लैके असीं हाज़र हैं। जिवें कि आप जी नूं असीं वादा कीता सीगा, असीं उच्च पद्धरी टीम दे नाल आप जी दे सन्मुख पेश होवांगे। इस हफ्ते भी असीं एक उच्च पद्धरी टीम दे नाल आप जी दे सन्मुख पेश हैं। अज असीं गल्लां करांगे जो आप जी दे सवाल आए सीगे मेले बाबत, वो जानकारी प्राप्त करांगे। मेले भी किवें लगने आ, तुसीं उहनां च किवें शमूलीयत कर सकदे हो। उस तो इलावा कई ਤੁਹਾਡੇ ਸਵਾਲ ਸੀ ਜਿਹਦੇ ਵਿੱਚ ਤੁਸੀਂ ਪੁੱਛਿਆ ਸੀ ਵੀ ਗੁਲਾਬੀ ਸੁੰਡੀ ਦੀ ਰੋਕਥਾਮ ਬਾਰੇ ਵੀ ਉਹਦਾ ਵੀ ਕੁਝ ਖਦਸ਼ੇ ਸੀਗੇ, ਕੁਝ ਬੀਆਂ ਕੀੜੇ ਮਕੌੜੇ ਹੋਰ ਫਸਲਾਂ ਦੇ ਤੁਸੀਂ ਉਹਦੇ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਸੀ। ਉਹ ਕੀਟ ਵਿਗਿਆਨੀ ਨੂੰ ਅਸੀਂ ਨਿਯੁਕਤ ਦਿੱਤਾ ਹੈ। ਫਿਰ ਅਸੀਂ ਉਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਇੱਕ ਨਵੀਂ ਸਿਫਾਰਿਸ਼ ਸੰਯੁਕਤ ਪ੍ਰਣਾਲੀ ਹੈ ਖੇਤੀ ਦੀ, ਉਹਦਾ ਜ਼ਿਕਰ ਕਰਾਂਗੇ। ਉਹਦੇ ਅਸੀਂ ਮਾਹਰ ਜਿਹੜੇ ਨੇ ਉਹਨਾਂ ਨੂੰ ਵੀ ਨਿਯੁਕਤ ਦਿੱਤਾ ਹੈ। ਫਿਰ ਅਸੀਂ ਗੱਲ ਕਰਾਂਗੇ ਮਾਈਕਰੋਬਾਇਓਲੋਜੀ ਡਿਪਾਰਟਮੈਂਟ ਤੋਂ ਅਸੀਂ ਨਿਯੁਕਤ ਦਿੱਤਾ ਆਪਣੇ ਵਿਗਿਆਨੀਆਂ ਨੂੰ। ਅਸੀਂ ਖੁੰਭਾਂ ਦੀ ਕਾਸ਼ਤ, ਖੁੰਭਾਂ ਦਾ ਬੀਜ ਕਿਵੇਂ ਪ੍ਰਾਪਤ ਕਰ ਸਕਦੇ, ਖੁੰਭਾਂ ਉਗਾਉਣ ਦੇ ਲਈ ਕਿਹੜੀਆਂ ਸਾਵਧਾਨੀਆਂ ਅਸੀਂ ਧਿਆਨ 'ਚ ਰੱਖਣੀਆਂ। ਬਾਇਓ ਖਾਦਾਂ ਦਾ ਅਸੀਂ ਉਹਨਾਂ ਕੋਲੋਂ ਕੁਝ ਸਵਾਲ ਕਰਾਂਗੇ। ਫਿਰ ਅਸੀਂ ਮੌਸਮ ਦੀ ਜਾਣਕਾਰੀ, ਇਸ ਸੀਜ਼ਨ ਦੇ ਵਿੱਚ ਮਾਨਸੂਨ ਕਿੱਦਾਂ ਰਿਹਾ ਤੇ ਭਵਿੱਖ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਕਿੱਦਾਂ ਆਪਣੀਆਂ ਕਾਰ ਵਿਹਾਰ ਵਿਉਂਤਣੇ ਚਾਹੀਦੇ ਨੇ, ਉਹਨਾਂ ਬਾਰੇ ਵੀ ਅਸੀਂ ਜਾਣਕਾਰੀ ਪ੍ਰਾਪਤ ਕਰਾਂਗੇ। ਤੇ ਅਖੀਰ ਦੇ ਵਿੱਚ ਜਿਹੜੀਆਂ ਫਸਲਾਂ ਦੀ ਬਿਮਾਰੀਆਂ ਬਾਬਤ ਅਸੀਂ ਜਾਣਕਾਰੀ ਪ੍ਰਾਪਤ ਕਰਾਂਗੇ। ਇਹ ਅੱਜ ਦਾ ਸਾਡਾ ਸੰਖੇਪ ਜਿਹਾ ਵੀ ਪ੍ਰੋਗਰਾਮ ਵੀ ਰਹੇਗਾ। ਇਹਨਾਂ ਮਿਸ਼ਨ ਤੇ ਅਸੀਂ ਅੱਜ ਗੱਲ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਮੇਲਿਆਂ ਦੀ, ਕਿਉਂਕਿ ਮੇਲਿਆਂ ਜਿਹੜੇ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅਤੇ ਕਿਸਾਨਾਂ ਦੇ ਵਿੱਚ ਜੋ ਇੱਕ ਸਾਂਝ ਹੈ, ਸਾਂਝ ਦੀ ਇੱਕ ਗੜ੍ਹ ਨੂੰ ਹੋਰ ਪੀੜਾ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਉਹਦੇ ਬਾਬਤ ਅਸੀਂ ਬੇਨਤੀ ਕੀਤੀ ਸੀ ਸਾਡੇ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਪ੍ਰਸਾਰ ਸਿੱਖਿਆ ਡਾਕਟਰ ਗੁਰਮੀਤ ਸਿੰਘ ਬੁੱਟਰ ਜੀ ਨੂੰ ਵੀ ਉਹ ਸਾਡੇ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਤੇ ਕੁਝ ਉਹਨਾਂ ਦੇ ਸਵਾਲ, ਉਹਨਾਂ ਦੇ ਜਵਾਬ ਦੇਣ। ਸਰ, ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਆਪਾਂ ਗੱਲ ਕਰਦੇ ਸੀ, ਇਹ ਪਤਾ ਕਰਨਾ ਚਾਹੁੰਦੇ ਹਾਂ ਯੂਨੀਵਰਸਿਟੀ ਵੱਲੋਂ ਜਿਹੜਾ ਇਹ ਮਾਡਲ ਹੈ, ਜੋ ਇੱਕ ਰਿਸ਼ਤੇ ਦਾ ਮਾਡਲ ਹੈ ਵੀ ਕਿਸਾਨਾਂ ਦੇ ਵਿਗਿਆਨੀਆਂ ਦੇ ਵਿੱਚ, ਉਹਦੇ ਵਿੱਚ ਪੁੱਲ ਦਾ ਕੰਮ ਕਰਦਾ ਹੈ ਪ੍ਰਸਾਰ ਸਿੱਖਿਆ ਢਾਂਚਾ। ਤੇ ਪ੍ਰਸਾਰ ਸਿੱਖਿਆ ਢਾਂਚੇ ਦੇ ਵਿੱਚ ਜਿਹੜੇ ਮੇਲੇ ਨੇ ਇਹ ਬੜਾ ਮਹੱਤਵਪੂਰਨ ਰੋਲ ਅਦਾ ਕਰਦੇ ਨੇ। ਇਹਦੇ ਬਾਰੇ ਤੁਸੀਂ ਬਰੀਫ ਚ ਦੱਸੋ ਵੀ ਕਿੱਦਾਂ, ਕਦੋਂ ਸ਼ੁਰੂ ਹੋਏ ਤੇ ਇਹ ਮਾਡਲ ਕਿਤੇ ਹੋਰ ਵੀ ਅਪਲਾਈ ਕੀਤਾ ਜਾ ਰਿਹਾ ਕਿ ਨਹੀਂ ਕੀਤਾ ਜਾ ਰਿਹਾ। ਕਿਸਾਨ ਵੀਰੋ ਤੇ ਭੈਣੋ, ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਸਾਡੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫੇਸਬੁੱਕ ਲਾਈਵ 'ਚ ਜੀ। ਜਿੱਥੋਂ ਤੱਕ ਕਿਸਾਨ ਮੇਲਿਆਂ ਦਾ ਸਵਾਲ ਹੈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 1967 'ਚ ਅਸੀਂ ਇਹ ਮੇਲੇ ਲਾਉਣੇ ਸ਼ੁਰੂ ਕੀਤੇ ਜੀ। ਤੇ ਇਹਦੀ ਮਿਸਾਲ ਹੋਰ ਸਾਰੀਆਂ ਯੂਨੀਵਰਸਿਟੀਆਂ ਕੋਸ਼ਿਸ਼ ਕਰ ਰਹੀਆਂ ਮੇਲੇ ਲਾਉਣ ਦੀ, ਪਰ ਜਿਹੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿੰਨੇ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਹੁੰਗਾਰਾ ਦਿੱਤਾ ਜੀ, ਇਸ ਤਰ੍ਹਾਂ ਦੀ ਅਜੇ ਮਿਸਾਲ ਕਾਇਮ ਨਹੀਂ ਹੋ ਸਕੀ ਜੀ। ਤੇ ਤਕਰੀਬਨ 2 ਦਿਨਾਂ ਦਾ ਜਦੋਂ ਅਸੀਂ ਕਿਸਾਨ ਮੇਲਾ ਲਾਉਂਦੇ ਹਾਂ, 1.5 ਤੋਂ 2 ਲੱਖ ਕਿਸਾਨ ਇਹਦੇ ਚ ਭਾਗ ਲੈਂਦੇ ਆ। ਨਾ ਸਿਰਫ ਪੰਜਾਬ, ਉਹਦੇ ਗੁਆਂਢੀ ਸੂਬੇ ਜਿਵੇਂ ਹਰਿਆਣਾ, ਰਾਜਸਥਾਨ, ਯੂਪੀ ਜੀ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਥੋਂ ਵੀ ਵੱਡੀ ਗਿਣਤੀ ਚ ਕਿਸਾਨ ਵੀਰ ਹਿੱਸਾ ਲੈਂਦੇ ਆ ਜੀ। ਤੇ ਇਹਦਾ ਜਿਹੜਾ ਮਾਡਲ ਹੈ, ਇਹ ਕੋਸ਼ਿਸ਼ ਹੋ ਰਹੀ ਹੈ, ਪਰ ਜਿੰਨੇ ਪੰਜਾਬ ਦੇ ਜ਼ਿਮੀਂਦਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਨਾਲ ਇੱਕ ਤਰ੍ਹਾਂ ਦਾ ਨੌਂ ਮਾਸ ਦਾ ਰਿਸ਼ਤਾ ਹੈ, ਜਿੰਨੇ ਇਹ ਸਹਿਯੋਗ ਦੇ ਰਹੇ ਦੂਸਰੇ ਸੂਬਿਆਂ ਦੇ ਹਜੇ ਜ਼ਿਮੀਂਦਾਰ ਉਸ ਪੱਧਰ ਤੱਕ ਨਹੀਂ ਰਹੇ। ਇਸ ਕਰਕੇ ਇਹਦਾ ਜਿਹੜਾ ਮਾਡਲ ਹੈ ਹੋਰ ਸੂਬਿਆਂ ਵੱਲੋਂ ਜਿਹੜਾ ਕੋਸ਼ਿਸ਼ ਜਾਰੀ ਹੈ, ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਤੇ ਕਿਸਾਨ ਮੇਲਿਆਂ ਦਾ ਜਿਹੜਾ ਮੁਕਾਬਲਾ ਕਰਨਾ ਜਾਂ ਇਹਨਾਂ ਦਾ ਬਦਲ ਕਰਨਾ ਬਹੁਤ ਮੁਸ਼ਕਲ ਹੈ ਜੀ। ਜਿੱਥੋਂ ਤੱਕ ਕਿਸਾਨ ਮੇਲਿਆਂ ਦਾ ਸਵਾਲ ਹੈ, ਅਸੀਂ ਹਰ ਸਾਲ ਮਾਰਚ ਦੇ ਤੇ ਸਤੰਬਰ ਦੇ ਮਹੀਨੇ 7 ਕਿਸਾਨ ਮੇਲੇ ਲਾਉਂਦੇ ਆ ਜੀ। ਪਿਛਲੇ ਸਾਲ ਜਿਹੜਾ ਮਾਰਚ ਆਪਣਾ ਲੰਘਿਆ, ਉਹਦੇ ਚ ਅਸੀਂ 7 ਮੇਲੇ ਲਾਉਣੇ ਸੀ ਜੀ, ਪਰ ਕਰੋਨਾ ਦੀ ਮਹਾਮਾਰੀ ਕਰਕੇ ਅਸੀਂ ਸਿਰਫ 2 ਮੇਲੇ ਅੰਮ੍ਰਿਤਸਰ, ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਬੱਲੋਵਾਲ ਸੌਂਪੀ ਲਾ ਸਕੇ ਜੀ। ਉਸ ਤੋਂ ਬਾਅਦ ਕਰੋਨਾ ਦੀ ਮਹਾਮਾਰੀ ਸ਼ੁਰੂ ਹੋ ਗਈ ਤੇ ਦੂਸਰੇ ਮੇਲੇ ਅਸੀਂ ਨਹੀਂ ਲਾ ਸਕੇ। ਉਹਦੇ ਮੱਦੇ ਨਜ਼ਰ ਰੱਖਦੇ ਅਸੀਂ ਇਸ ਸਾਲ ਅਸੀਂ ਫੈਸਲਾ ਕੀਤਾ ਵੀ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਮੇਲਾ ਜੀ, ਕਿਉਂਕਿ ਇਹ ਬਿਮਾਰੀ ਕਰਕੇ ਅਸੀਂ ਇਕੱਠ ਕਰ ਨਹੀਂ ਸਕਦੇ, ਤੇ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਵੀ ਇਹਨੂੰ ਆਨਲਾਈਨ ਜਿਹੜਾ ਤੁਹਾਡੇ ਫੋਨਾਂ ਦੇ ਰਾਹੀਂ, ਮੋਬਾਈਲ ਦੇ ਰਾਹੀਂ ਜਾਂ ਜਿਹੜੇ ਤੁਹਾਡੇ ਲੈਪਟਾਪ ਹੋ ਗਏ, ਕੰਪਿਊਟਰ ਹੋ ਗਏ, ਉਹਨਾਂ ਦੇ ਜ਼ਰੀਏ ਤੁਹਾਡੇ ਨਾਲ ਅਸੀਂ ਰੂਬਰੂ ਹੋਵਾਂਗੇ ਜੀ। ਤੇ ਉਹ ਅਸੀਂ 18 ਤੇ 19 ਜਿਹੜਾ ਸਤੰਬਰ ਹੈ ਆਉਣ ਵਾਲਾ, ਜੇ ਇੱਕ ਤਾਂ ਪਰਸੋਂ ਹੈ ਜਿਹੜਾ ਸ਼ੁੱਕਰ ਸ਼ਨੀਚਰ, ਉਸ ਤੋਂ ਅਗਲੇ ਸ਼ੁੱਕਰ ਸ਼ਨੀਚਰਵਾਰ ਨੂੰ ਅਸੀਂ ਇਹ ਮੇਲਾ 2 ਦਿਨ ਦਾ ਲਾ ਰਹੇ ਹਾਂ ਜੀ।
ਤੇ ਉਹਦੇ 'ਚ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਵੱਧ ਤੋਂ ਵੱਧ ਗਿਣਤੀ 'ਚ ਤੁਹਾਡੇ ਨਾਲ ਅਸੀਂ ਰਾਬਤਾ ਕਾਇਮ ਹੋ ਸਕੇ। ਜੀ, ਸੋ ਕਹਿਣ ਦਾ ਮਤਲਬ ਡਾਕਟਰ ਸਾਹਿਬ, ਇਸ ਪ੍ਰੀਖਿਆ ਦੀ ਘੜੀ ਤੇ ਜੇ ਤੁਸੀਂ ਕਰੋਨਾ ਦੀ ਗੱਲ ਕਰਦੇ ਆ ਵੀ ਅਸੀਂ ਹਮੇਸ਼ਾ ਯੂਨੀਵਰਸਿਟੀ ਦੇ ਵਿਗਿਆਨੀ ਜਾਂ ਆਪਾਂ ਕਹੀਏ ਯੂਨੀਵਰਸਿਟੀ ਉਹ ਕਿਸਾਨੀ ਦੀ ਸੇਵਾ ਦੇ ਲਈ ਹਮੇਸ਼ਾ ਤਤਪਰ ਰਹਿੰਦੀ ਹੈ ਤੇ ਕਿਸਾਨਾਂ ਤੱਕ ਪਹੁੰਚਣ ਲਈ ਇਹ ਲੜੀ ਟੁੱਟੇ ਨਾ, ਇਹ ਲੜੀ ਨੂੰ ਹੋਰ ਅੱਗੇ ਵਧਾਉਣ ਦੇ ਲਈ ਇਸ ਵਾਰ ਵਰਚੁਅਲ ਕਿਸਾਨ ਮੇਲੇ ਲਗਾਏ ਜਾ ਰਹੇ ਨੇ ਤੇ ਉਹਨਾਂ ਦੇ ਖਾਸ ਕਰਕੇ ਸੋਸ਼ਲ ਮੀਡੀਆ ਜਿਹਦੀ ਆਪਾਂ ਗੱਲ ਕਰਦੇ ਹਾਂ, ਜਿਵੇਂ ਡਾਕਟਰ ਸਾਹਿਬ ਟਵਿੱਟਰ ਨੇ ਗੱਲ ਕੀਤੀ, YouTube ਦੀ ਗੱਲ ਕੀਤੀ ਹੈ, Facebook ਦੀ ਗੱਲ ਕੀਤੀ ਹੈ ਜਾਂ ਹੋਰ ਜ਼ਰੀਏ ਨੇ, ਉਹਨਾਂ ਮਾਰਫਤ ਤੁਸੀਂ ਸਾਡੇ ਸਾਰਿਆਂ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਡਾਕਟਰ ਸਾਹਿਬ, ਇਹਦੀ ਇੱਕ ਸਵਾਲ ਇਹ ਪੈਦਾ ਹੁੰਦਾ ਜਿਵੇਂ ਮੇਲਿਆਂ ਦੇ ਪਹਿਲੇ ਪੁਰਾਣੇ ਰਵਾਇਤੀ ਮੇਲੇ ਸੀ, ਆਪਣੇ ਕਿਸਾਨ ਮੇਲੇ ਸੀਗੇ, ਉਹਦੇ ਵਿੱਚ ਹੀ ਅਸੀਂ ਪ੍ਰਦਰਸ਼ਨੀਆਂ ਦੇ ਲਈ ਵੀ ਲੋਕਾਂ ਨੂੰ ਬੁਲਾਉਂਦੇ ਸੀ ਜਾਂ ਸਵਾਲ ਜਾਂ ਜਵਾਬ ਸੈਸ਼ਨ ਵੀ ਕਰਦੇ ਸੀ, ਕਿ ਇਸ ਤਰ੍ਹਾਂ ਦੀ ਵੀ ਕੀ ਵਿਉਂਤ ਕੀਤੀ ਗਈ ਹੈ ਜੀ? ਉਹਦੇ 'ਚ ਅਸੀਂ ਸ਼ੁਰੂ ਜਿਹੜੀ ਹਜੇ ਤੱਕ ਵਿਉਂਤਬੰਦੀ ਕੀਤੀ ਹੈ ਵੀ ਜਿਹੜੇ ਸਾਡੇ ਵੱਖ-ਵੱਖ ਖੇਤੀ ਨਾਲ ਜਾਂ ਸਹਾਇਕ ਧੰਦਿਆਂ ਨਾਲ ਜਿਹੜੇ ਸੰਬੰਧਿਤ ਸਾਡੇ ਆਪਣੇ ਯੂਨੀਵਰਸਿਟੀ ਦੇ ਮਹਿਕਮੇ ਹੈ ਜੀ, ਤਕਰੀਬਨ 30-35 ਮਹਿਕਮੇ ਆ, ਉਹਨਾਂ ਦੇ ਜਿਹੜੇ ਸਟਾਰ ਹੈ ਜਾਂ ਉਹਨਾਂ ਦੇ ਜਿਹੜੇ ਵੱਖ-ਵੱਖ ਜਿਹੜੇ ਉਹਨਾਂ ਦੇ ਖੋਜਾਂ ਦੇ ਹੈਗੇ ਆ, ਉਹਨਾਂ ਦਾ ਅਸੀਂ ਚਾਰਟ ਰਾਹੀਂ ਤੇ ਬੋਲ ਕੇ ਜੀ ਕਿਸਾਨਾਂ ਨੂੰ ਅਸੀਂ ਰੂਬਰੂ ਕਰਾਵਾਂਗੇ, ਉਹਨਾਂ ਬਾਰੇ ਜਾਣਕਾਰੀ ਦੇਵਾਂਗੇ। ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਖੇਤੀ ਪ੍ਰਦਰਸ਼ਨੀਆਂ ਲੱਗੀਆਂ ਖੇਤਾਂ 'ਚ ਜੀ, ਚਾਹੇ ਉਹ ਫਸਲਾਂ ਦੀਆਂ ਹੋਣ, ਚਾਹੇ ਸਬਜ਼ੀਆਂ ਦੀਆਂ ਹੋਣ, ਚਾਹੇ ਫਲਦਾਰ ਬੂਟਿਆਂ ਦੀਆਂ ਹੋਣ ਜੀ, ਚਾਹੇ ਉਹ ਕਿਸੇ ਹੋਰ ਸਹਾਇਕ ਧੰਦੇ ਨਾਲ ਸੰਬੰਧਿਤ ਸ਼ਹਿਰ ਦੀਆਂ ਮੱਖੀਆਂ ਹੋਣ, ਕੁੰਭਾ ਹੋਣ, ਹੋਰ ਵੀ ਜਿੰਨੇ ਸਹਾਇਕ ਧੰਦੇ ਉਹਨਾਂ ਬਾਰੇ ਸੰਬੰਧਿਤ ਜਿਹੜੀਆਂ ਅਸੀਂ ਪ੍ਰਦਰਸ਼ਨੀਆਂ ਲੱਗੀਆਂ ਜੀ, ਉਹਨਾਂ ਦੇ ਦਰਸ਼ਨ ਵੀ ਅਸੀਂ ਜਿਹੜੇ ਕੈਮਰੇ ਰਾਹੀਂ ਕਰਾਵਾਂਗੇ ਕਿਸਾਨ ਵੀਰਾਂ ਨੂੰ ਜੀ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਜੇ ਕੋਈ ਕਿਸੇ ਕਿਸਾਨ ਵੀਰ ਦਾ ਕੋਈ ਸਵਾਲ ਹੁੰਦਾ ਹੈ ਜੀ ਤਾਂ ਅਸੀਂ ਸਾਇੰਸਦਾਨਾਂ ਨਾਲ ਤੋਂ ਸਾਰਿਆਂ ਤੋਂ ਉਹਨਾਂ ਦੇ ਜਵਾਬ ਵੀ ਦੇਣ ਦੀ ਕੋਸ਼ਿਸ਼ ਕਰਾਂਗੇ ਵੀ ਉਹਨਾਂ ਨੂੰ, ਕਿਉਂਕਿ ਕਈ ਵਾਰੀ ਮਨ 'ਚ ਜਦੋਂ ਆਪਾਂ ਆਪਣੇ ਤੌਰ ਤੇ ਮੇਲਾ ਵੇਖਣ ਆਉਂਦੇ ਆ ਤਾਂ ਆਪਾਂ ਆਮੋ ਸਾਹਮਣੀ ਗੱਲ ਹੁੰਦੀ ਹੈ ਜੀ, ਤਾਂ ਕਿਉਂਕਿ ਮਨ 'ਚ ਜਿਹੜੇ ਸ਼ੰਕੇ ਆ ਦੂਰ ਆਪਣੇ ਕਰਨੇ ਬਹੁਤ ਜ਼ਰੂਰੀ ਹੈ ਜੀ। ਇਸ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹ ਵੀ ਅਸੀਂ ਜਿਹੜੇ ਕਿਸਾਨ ਵੀਰਾਂ ਦੇ ਜੇ ਕੋਈ ਮਨ ਦੇ ਕੋਈ ਉਹਨਾਂ ਦੇ ਮਨ 'ਚ ਕੋਈ ਸ਼ੰਕੇ ਆ ਰਹੇ ਆ ਤਾਂ ਉਹ ਜ਼ਮੀਨ ਸਾਡੇ ਜਿਹੜੇ ਸਾਇੰਸਦਾਨ ਸਾਡੇ ਹੈਗੇ ਸਾਥੀ ਜੀ, ਉਹਨਾਂ ਦਾ ਜਵਾਬ ਵੀ ਦੇਣਗੇ ਉਹਨਾਂ ਦਾ ਜੀ ਜੀ। ਤੇ ਡਾਕਟਰ ਸਾਹਿਬ, ਇੱਕ ਸਵਾਲ ਇਹਦੇ 'ਚ ਇਹ ਵੀ ਆਇਆ ਸੀਗਾ ਵੀ ਇਹ ਮੇਲਿਆਂ ਤੋਂ ਬਾਅਦ ਜਾਂ ਮੇਲਿਆਂ ਤੋਂ ਪਹਿਲਾਂ ਆਪਾਂ ਜਿਹੜਾ ਬੀਜ ਹੈ ਵੀ, ਕਿਉਂਕਿ ਬੀਜ ਦੇ ਸਾਹਿਤ ਜਿਹੜਾ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤਾ ਜਾਂਦਾ, ਉਹ ਅਸੀਂ ਕਿਵੇਂ ਲੈ ਸਕਦੇ ਹਾਂ? ਉਹ ਇਸ ਤਰ੍ਹਾਂ ਜੀ, ਉਹ ਇੱਕ ਤਾਂ ਜਿਹੜਾ ਜਿੱਥੇ ਆਪਾਂ ਜਿਹੜਾ ਕਮਿਊਨੀਕੇਸ਼ਨ ਸੈਂਟਰ ਸਾਡਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ, ਉਹਨਾਂ ਨਾਲ ਸਿੱਧਾ ਤੁਸੀਂ ਰਾਬਤਾ ਕਰਕੇ ਜੀ ਉਹਨਾਂ ਤੋਂ ਵੀ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਜੀ। ਉਹਨਾਂ ਨੂੰ ਪੈਸੇ ਭੇਜ ਕੇ ਉਹਦੇ ਤੇ ਸਾਡੇ ਲਿਸਟ ਬਣੀ ਹੋਈ ਹੈ ਵੀ ਕਿਹੜੀ ਕਿਤਾਬ ਜਾਂ ਸ਼ਾਇਦ ਕਿੰਨੇ ਦਾ ਜੀ। ਇਸ ਤੋਂ ਇਲਾਵਾ ਸਾਡੇ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ 18 ਕ੍ਰਿਸ਼ੀ ਵਿਗਿਆਨ ਕੇਂਦਰ ਖੁੱਲੇ ਆ ਜੀ, ਉਹਨਾਂ ਤੇ ਵੀ ਸਾਡਾ ਸਾਰਾ ਲਿਟਰੇਚਰ ਉਪਲਬਧ ਹੈ ਜੀ। ਇਸ ਤੋਂ ਇਲਾਵਾ ਸਾਡੇ ਫਾਰਮ ਸਲਾਹਕਾਰ ਸੇਵਾ ਦੇ ਦਫ਼ਤਰ ਹੈ 15 ਜ਼ਿਲ੍ਹਿਆਂ 'ਚ, ਉੱਥੇ ਵੀ ਇਹ ਉਪਲਬਧ ਹੈ। ਜਿੱਥੋਂ ਤੱਕ ਤੁਸੀਂ ਬੀਜ ਦੀ ਗੱਲ ਕੀਤੀ ਜੀ, ਬੀਜ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਬਹੁਤ ਕਹਿ ਲਓ ਵੀ ਅਹਿਮ ਕੜੀ ਹੈ ਜੀ, ਕਿਉਂਕਿ ਸੁਧਰੇ ਬੀਜ ਦਾ ਹੋਣਾ ਬਹੁਤ ਜ਼ਿਮੀਂਦਾਰਾਂ ਤਾਈਂ ਪਹੁੰਚਣਾ ਬਹੁਤ ਜ਼ਰੂਰੀ ਹੈ ਜੀ। ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਜਿਹੜੇ ਵੀ ਸਾਡੇ ਸੁਧਰੇ ਬੀਜ ਹੈ ਜੀ, ਆਉਣ ਵਾਲੀਆਂ ਨਵੀਆਂ ਕਿਸਮਾਂ ਦੇ ਜਾਂ ਪੁਰਾਣੀਆਂ ਕਿਸਮਾਂ ਦੇ ਜੀ, ਉਹਨਾਂ ਨੂੰ ਅਸੀਂ ਜਿੰਨੇ ਵੀ ਸਾਡੇ ਬਾਹਰ ਜਿਹੜੇ ਕ੍ਰਿਸ਼ੀ ਵਿਗਿਆਨ ਕੇਂਦਰ ਹੈ ਜਾਂ ਫਾਰਮ ਸਲਾਹਕਾਰ ਸੇਵਾ ਦੇ ਦਫ਼ਤਰ ਹੈ ਜਾਂ ਸਾਡੇ ਖੋਜ ਕੇਂਦਰ ਹੈ ਜੀ, ਅਸੀਂ ਉਹਨਾਂ ਤੇ ਪਹੁੰਚਾਵਾਂਗੇ। ਜ਼ਿਮੀਂਦਾਰ ਭਰਾ ਉੱਥੋਂ ਬਿਲਕੁਲ ਨੇੜੇ ਤੋਂ ਬੜੇ ਆਸਾਨੀ ਨਾਲ ਲੈ ਸਕਦੇ, ਕਿਉਂਕਿ ਜਿਹੜਾ ਲੁਧਿਆਣਾ ਸਾਡਾ ਯੂਨੀਵਰਸਿਟੀ ਹੈ ਜੀ, ਇਹ ਕਈ ਜਿਹੜੇ ਦੂਰ ਦੇ ਜ਼ਿਲ੍ਹੇ ਉਹ ਤੋਂ ਦੂਰ ਬਹੁਤ ਪੈਂਦਾ ਹੈ ਤੇ ਅੱਜ ਕੱਲ੍ਹ ਦੇ ਹਾਲਾਤਾਂ 'ਚ ਕਰੋਨਾ ਦੀ ਮਹਾਮਾਰੀ 'ਚ ਜੀ ਜ਼ਿਮੀਂਦਾਰਾਂ ਭਰਾਵਾਂ ਨੂੰ ਇੱਥੇ ਆਉਣਾ ਪਹੁੰਚਣਾ ਵੀ ਮੁਸ਼ਕਲ ਹੈ। ਕਿ ਅਸੀਂ ਇਹ ਕੋਸ਼ਿਸ਼ ਕਰਾਂਗੇ ਬਈ ਉਹ ਜਿਹੜੇ ਸਾਰੇ ਬੀਜ ਹੈ ਉਹ ਤੁਹਾਨੂੰ ਤੁਹਾਡੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਤੁਹਾਡੇ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਦਫ਼ਤਰ ਖੋਲ੍ਹੇ ਹੈ ਜੀ, ਉਹ ਉੱਥੋਂ ਹੀ ਮਿਲ ਜਾਣ ਜੀ। ਇਸ ਤੋਂ ਇਲਾਵਾ ਜਿਹੜੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਸਾਡੇ ਜੈਵਿਕ ਖਾਦਾਂ ਹੈ ਜਾਂ ਹੋਰ ਜਿਹੜਾ ਵੀ ਕੋਈ ਸਾਡੇ ਖੇਤੀ ਨਾਲ ਸੰਬੰਧਿਤ ਜਿਹੜਾ ਸਮਾਨ ਹੈ ਉਹ ਵੀ ਅਸੀਂ ਉੱਥੇ ਜਿਹੜੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਸਾਡੇ ਫਾਰਮ ਸਲਾਹਕਾਰ ਸੇਵਾ ਦੇ ਜਿਹੜੇ ਕੇਂਦਰ ਹੈ ਉਹਨਾਂ ਤੇ ਉਪਲਬਧ ਹੋਊਗਾ ਤੇ ਜ਼ਿਮੀਂਦਾਰ ਭਰਾ ਉੱਥੋਂ ਆਪਣੇ ਜਿਹੜੇ ਨੇੜੇ ਦੇ ਜ਼ਿਲ੍ਹੇ ਦੇ ਦਫ਼ਤਰ ਤੋਂ ਲੈ ਸਕਦੇ ਜੀ। ਡਾਕਟਰ ਸਾਹਿਬ, ਅਮਨ ਸਿੱਧੂ ਜੀ ਪਤਾ ਕਰਨਾ ਚਾਹੁੰਦੇ ਕੀ ਇਹ ਬੀਜ ਦੇ ਨਾਲ ਸਬਜ਼ੀ ਦੇ ਕਿੱਟਾਂ ਵੀ ਸਾਨੂੰ ਉਪਲਬਧ ਹੋਣਗੀਆਂ ਇਹਨਾਂ ਕੇਂਦਰਾਂ ਤੋਂ? ਹਾਂਜੀ, ਇਹ ਬਹੁਤ ਵਧੀਆ ਸਵਾਲ ਪੁੱਛਿਆ, ਕਿਉਂਕਿ ਜਿਹੜੀਆਂ ਸਬਜ਼ੀ ਹੈ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਜ਼ਿਆਦਾ ਆਪਣੇ ਸਰੀਰ ਦੇ ਵਿੱਚ ਜਿਹੜੇ ਜ਼ਿਆਦਾ ਜ਼ਹਿਰਾਂ ਜਾਣ ਦਾ ਸਾਧਨ ਹੀ ਸਬਜ਼ੀਆਂ ਰਾਹੀਂ ਜਾਂਦਾ ਹੈ ਜੀ, ਕਿਉਂਕਿ ਜੇ ਆਪਾਂ ਕਣਕ ਝੋਨੇ ਦੀ ਗੱਲ ਕਰੀਏ ਉਹਦੇ ਰਾਹੀਂ ਬਹੁਤ ਘੱਟ ਆਪਣੇ ਜਿਹੜੀਆਂ ਅੰਦਰ ਜ਼ਹਿਰ ਦੀ
ਮਾਤਰਾ ਜਾਂਦੀ ਹੈ ਤੇ ਜੀ। ਜਿਹੜਾ ਮੇਨ ਸੋਰਸ ਆਪਣੇ ਸਾਡੇ ਸਰੀਰ 'ਚ ਹਾਨੀਕਾਰਕ ਜੀ। ਉਹ ਸਬਜ਼ੀਆਂ ਰਹੇ, ਕਿਉਂਕਿ ਮੰਡੀ 'ਚ ਜਿੰਨੀਆਂ ਵੀ ਜਿਹੜੀਆਂ ਸਬਜ਼ੀਆਂ ਬਹੁਤੀਆਂ ਮਿਲਦੀਆਂ ਜੀ। ਉਹਨਾਂ 'ਚ ਇਸ ਪੱਖ ਤੋਂ ਧਿਆਨ 'ਚ ਨਹੀਂ ਰੱਖਿਆ ਜਾਂਦਾ ਵੀ ਉਹਦੇ 'ਚ ਜ਼ਹਿਰਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ। ਇਸ ਕਰਕੇ ਜਿਹੜੀਆਂ ਸਬਜ਼ੀਆਂ ਦੀਆਂ ਕਿੱਟਾਂ ਉਹ ਸਾਡੀਆਂ ਤਿਆਰ ਹੋ ਗਈਆਂ ਯੂਨੀਵਰਸਿਟੀ ਵੱਲੋਂ। ਜੀ। ਹੁਣ ਵੀ ਉਹ ਪਹੁੰਚ ਚੁੱਕੀਆਂ ਸਾਡੇ ਜਿਹੜੇ ਕ੍ਰਿਸ਼ੀ ਵਿਗਿਆਨ ਕੇਂਦਰਾਂ 'ਚ। ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆ ਵੀ ਉਹ ਹਰੇਕ ਹੀ ਜ਼ਿਮੀਂਦਾਰ ਭਰਾ ਜੀ। ਖਾਣ ਜੋਗੀ ਇੱਕ ਦੋ ਦੋ ਮਰਲੇ ਆਪਦੇ ਘਰੇ ਜਾਂ ਆਪਦੇ ਟਿਊਬਵੈੱਲ ਦੇ ਨਾਲ ਲੈ ਕੇ ਆਪਣੇ ਖਾਣ ਜੋਗੀ ਜ਼ਰੂਰ ਘੱਟੋ ਘੱਟ ਬੀਜਣ। ਉਹ ਹੁਣ ਇਸ ਵੇਲੇ ਵੀ ਮਿਲ ਰਹੀਆਂ ਤੇ ਮੇਲਿਆਂ 'ਚ ਵੀ ਅਸੀਂ ਉਹ ਬਹੁਤ ਵੱਡੀ ਗਿਣਤੀ 'ਚ ਅਸੀਂ ਤਿਆਰ ਕੀਤੀਆਂ ਤੇ ਉਹ ਤੁਹਾਨੂੰ ਅਸੀਂ ਦੇਵਾਂਗੇ। ਜੀ ਡਾਕਟਰ ਸਾਹਿਬ, ਇੱਕ ਇਹਦੇ ਨਾਲ ਇੱਕ ਮਿਲਦਾ ਜੁਲਦਾ ਲਾਸਟ ਕੁਐਸਚਨ ਹੈ ਤੁਹਾਡੇ ਨਾਲ। ਮੇਲਿਆਂ ਵਿੱਚ ਤਾਂ ਚਲੋ ਅਸੀਂ ਵਰਚੁਅਲ ਕਿਸਾਨ ਮੇਲਿਆਂ ਨਾਲ ਵੀ ਕਿਸਾਨ ਵੀ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਆ। ਦੂਜਾ, ਉਸ ਤੋਂ ਇਲਾਵਾ ਰੂਟੀਨ ਦੇ ਵਿੱਚ ਇਹ ਪੌਦਾ ਰੋਗ ਹਸਪਤਾਲ ਵੀ ਆਪਣੀ ਯੂਨੀਵਰਸਿਟੀ 'ਚ ਹੈਗਾ, ਉਹ ਵੀ ਤੁਹਾਡੀ ਅਰੇਂਜਮੈਂਟ ਚੱਲ ਰਿਹਾ, ਉਹਦੇ ਬਾਰੇ ਜ਼ਰੂਰ ਜ਼ਿਕਰ ਕਰੋ। ਇਹ ਕਿਸਾਨ ਵੀਰੋ, ਜਿਹੜਾ ਯੂਨੀਵਰਸਿਟੀ ਹੈ ਇਹ ਹਮੇਸ਼ਾ ਤੁਹਾਡੀ ਸੇਵਾ 'ਚ ਤਤਪਰ ਰਹਿੰਦੀ ਹੈ, ਕਿਉਂਕਿ ਜਿਵੇਂ ਜਿਵੇਂ ਆਪਾਂ ਤਰੱਕੀ ਕੀਤੀ ਹੈ ਤੇ ਨਵੀਆਂ ਨਵੀਆਂ ਫਸਲਾਂ 'ਚ ਵੀ ਸਮੱਸਿਆਵਾਂ ਬਹੁਤ ਆ ਰਹੀਆਂ ਜੀ। ਇਸ ਕਰਕੇ ਜਿਵੇਂ ਬੰਦਿਆਂ ਨੂੰ ਵੀ ਜ਼ਿਆਦਾ ਬਿਮਾਰੀਆਂ ਚੁੰਬੜਦੀਆਂ, ਇਸੇ ਤਰ੍ਹਾਂ ਜਿਹੜੇ ਪੌਦੇ ਆ ਜਾਂ ਬੂਟੇ ਆ ਫਲਦਾਰ ਜਾਂ ਸਬਜ਼ੀਆਂ, ਉਹਨਾਂ ਨੂੰ ਵੀ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਤੇ ਕੀੜੇ ਮਕੌੜਿਆਂ ਦਾ ਹਮਲਾ ਹੁੰਦਾ ਹੈ। ਉਹਦੀ ਸਹੂਲਤ ਵਾਸਤੇ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਅਸੀਂ ਇੱਕ ਪੌਦਿਆਂ ਦਾ ਹਸਪਤਾਲ ਖੋਲ੍ਹਿਆ, ਜਿਹੜਾ ਕਿ ਜਦੋਂ ਅਸੀਂ 1 ਨੰਬਰ ਗੇਟ ਤੋਂ ਵੜਦੇ ਹਾਂ ਖੱਬੇ ਹੱਥ ਸਾਡਾ ਦਫ਼ਤਰ ਹੈ। ਉੱਥੇ ਆ ਕੇ ਕਿਸਾਨ ਵੀਰ ਕੋਈ ਵੀ ਜਿਹੜਾ ਬੂਟਾ ਹੈ ਜਾਂ ਕੋਈ ਆਪਦਾ ਉਹ ਲੈ ਕੇ ਆਪਦਾ ਉਹਦੇ ਦਾ ਇਲਾਜ ਕਰਵਾ ਸਕਦੇ। ਇਸ ਤੋਂ ਇਲਾਵਾ ਸਾਡੇ ਵੱਖ-ਵੱਖ ਕਿਤਾਬਾਂ ਦੇ ਵਿੱਚ ਤੇ ਉਹ ਨੰਬਰ ਵੀ ਦਿੱਤੇ ਆ। ਈਵਨ ਜੇ ਤੁਸੀਂ ਕਈ ਵਾਰ ਕਿਸੇ ਕਾਰਨ ਕਰਕੇ ਨਹੀਂ ਲਿਆ ਸਕਦੇ ਤਾਂ ਤੁਸੀਂ ਆਪਦੀ ਉਸ ਬੂਟੇ ਦੀ ਜਾਂ ਪੌਦੇ ਦੀ ਫੋਟੋ ਖਿੱਚ ਕੇ ਭੇਜ ਸਕਦੇ ਹੋ, ਜਾਂ ਵੀਡੀਓ ਰਾਹੀਂ ਉਹਨੂੰ ਸਾਰਾ ਕੁਝ ਭੇਜ ਕੇ ਅਸੀਂ ਸਾਡੇ ਜਿਹੜੇ ਸਾਇੰਸਦਾਨ ਵੱਖ-ਵੱਖ ਵਿਭਾਗਾਂ ਦੇ ਉੱਥੇ ਪੌਦਿਆਂ ਦੇ ਹਸਪਤਾਲ 'ਚ ਮੌਜੂਦ ਹੈ, ਉਹ ਬੜੀ ਜਲਦੀ ਤੁਹਾਨੂੰ 10-15 ਮਿੰਟ 'ਚ ਉਹ ਤੁਹਾਡਾ ਜਵਾਬ ਤੁਹਾਨੂੰ ਫੋਨ ਰਾਹੀਂ ਦੇ ਦਿੰਦੇ ਜੀ। ਸੋ ਕਿਸਾਨ ਵੀਰੋ, ਡਾਕਟਰ ਬੁੱਟਰ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਸਾਰਿਆਂ ਨੂੰ ਜਾਣੂ ਕਰਾਇਆ ਵੀ ਇਸ ਵਾਰ ਕਿਸਾਨ ਮੇਲੇ ਲੱਗਣਗੇ, ਪਰ ਉਹਨਾਂ ਦਾ ਇੱਕ ਜੋ ਮਾਧਿਅਮ ਹੈ ਉਹ ਮਾਧਿਅਮ ਥੋੜਾ ਡਿਫਰੈਂਟ ਹੋਊਗਾ। ਵਰਚੁਅਲ ਕਿਸਾਨ ਮੇਲਿਆਂ ਦਾ ਉਹਨਾਂ ਨੂੰ ਨਾਮ ਦਿੱਤਾ ਗਿਆ। ਇਹਦੇ ਵਿੱਚ ਜੋ ਸੋਸ਼ਲ ਮੀਡੀਆ ਇਹਦਾ ਮੁੱਖ ਰੋਲ ਰਹੇਗਾ। ਜੋ ਆਪਾਂ ਪ੍ਰਦਰਸ਼ਨੀਆਂ ਦੀ ਗੱਲ ਕਰੀਏ, ਪ੍ਰਦਰਸ਼ਨੀਆਂ ਵੀ ਪੂਰੀਆਂ ਲਗਾਈਆਂ ਜਾਣਗੀਆਂ, ਸਵਾਲਾਂ ਦੇ ਜਵਾਬ ਵੀ ਦਿੱਤੇ ਜਾਣਗੇ। ਸਬਜ਼ੀਆਂ ਤੇ ਉਸ ਤੋਂ ਇਲਾਵਾ ਬੀਜਾਂ ਦੇ ਜੋ ਵੀ ਉਪਲਬਧ ਹੈ ਉਹ ਸਾਰੇ ਕੇਂਦਰਾਂ ਤੋਂ ਵੀ ਉਹ ਨਾਲ ਮੁਹੱਈਆ ਕਰੇ ਜਾਊਗੀ। 18-19 ਤਰੀਕ ਨੂੰ ਇਹ ਕਿਸਾਨ ਮੇਲਾ ਇਹ ਲੱਗ ਰਿਹਾ ਹੈ, ਇਹ ਆਪ ਜੀ ਨੇ ਨੋਟ ਕਰ ਲੈਣਾ। ਜੇ ਤੁਸੀਂ YouTube ਵਾਲਿਆਂ ਨੇ Facebook ਨਹੀਂ ਸਬਸਕ੍ਰਾਈਬ ਕੀਤਾ, ਉਹ Facebook ਸਾਡਾ ਪੇਜ ਸਬਸਕ੍ਰਾਈਬ ਕਰੋ, ਤੇ ਜੇ Facebook ਵਾਲਿਆਂ ਨੇ YouTube ਨਹੀਂ ਕੀਤਾ, ਉਹ ਕਿਰਪਾ ਕਰਕੇ ਉੱਥੇ ਵੀ ਜ਼ਰੂਰ ਜਾਣਕਾਰੀ ਵੀ ਨਾਲ ਆਪਣੇ ਸਾਂਝੀ ਕਰੋ, ਉਹਨੂੰ ਸਬਸਕ੍ਰਾਈਬ ਕਰੋ, ਕਿਉਂਕਿ ਅਸੀਂ ਕਈ ਛੋਟੀਆਂ ਵੀਡੀਓ, ਕਈ ਗੱਲਬਾਤਾਂ ਨਾਲ ਆਪਾਂ ਗੱਲਬਾਤ ਕਰਦੇ ਆ, ਉਹਨਾਂ ਨੂੰ ਸਾਹਮਣੇ ਦਿਖਾਉਣਾ ਹੁੰਦਾ। ਉਹਦੇ ਲਈ ਅਸੀਂ YouTube ਛੋਟੀ ਵੀਡੀਓ ਬਣਾ ਕੇ ਪੋਸਟ ਕਰਨੀਆਂ ਸ਼ੁਰੂ ਕੀਤੀਆਂ। ਉਹ ਆਪ ਜੀ ਦੇ ਲਈ ਕਾਫੀ ਜ਼ਿਆਦਾ ਸਹਾਇਕ ਹੋਣਗੀਆਂ। ਸੋ ਲੜੀ ਨੂੰ ਅੱਗੇ ਤੋਰ ਰਹੇ ਹਾਂ। ਬਾਕੀ ਆਪਣੇ ਕੁਝ ਸਵਾਲਾਂ ਦੇ ਜਵਾਬ ਵੀ ਤਾਂ ਨਾਲ ਮਿਲਦੇ ਰਹਿਣਗੇ। ਕੁਝ ਸਵਾਲਾਂ ਦੇ ਜਵਾਬ ਤੁਸੀਂ ਜ਼ਿਕਰ ਕੀਤਾ ਵੀ ਲਿਟਰੇਚਰ ਬਾਰੇ ਜ਼ਿਕਰ ਕੀਤਾ ਜਾਂ ਫੋਟੋ ਘੱਲਣ ਬਾਰੇ ਜ਼ਿਕਰ ਕੀਤਾ, ਉਹ ਸਾਡੇ ਪਿਛਲੇ ਹਫ਼ਤੇ ਦੇ ਸੈਸ਼ਨ ਤੁਸੀਂ ਦੇਖੋਗੇ, ਤੁਹਾਨੂੰ ਉੱਥੋਂ ਵੀ ਜਵਾਬ ਮਿਲ ਜਾਣਗੇ। ਕੁਝ ਜਿਵੇਂ ਪਹਿਲਾਂ ਆਪ ਜੀ ਨਾਲ ਮੈਂ ਜ਼ਿਕਰ ਕੀਤਾ ਸੀਗਾ, ਸਾਡੇ ਐਕਸਪਰਟ ਵੱਖ-ਵੱਖ ਐਕਸਪਰਟ ਨੇ, ਕੀਟ ਵਿਗਿਆਨੀ ਵੀ ਨੇ, ਉਹਨਾਂ ਪੌਦਾ ਰੋਗ ਵਿਗਿਆਨੀ ਵੀ ਨੇ। ਉਹਨਾਂ ਦੀ ਜਦੋਂ ਵਾਰੀ ਆਉਂਦੀ ਹੈ ਤੁਹਾਡੇ ਸਵਾਲ ਅਸੀਂ ਉਦੋਂ ਲੈਣ ਦੀ ਕੋਸ਼ਿਸ਼ ਕਰਾਂਗੇ। ਉਸ ਤੋਂ ਪਹਿਲਾਂ ਅਸੀਂ ਜੋ ਪਹਿਲਾਂ ਸ਼ੁਰੂਆਤ ਵਿੱਚ ਜ਼ਿਕਰ ਕੀਤਾ ਸੀਗਾ ਸੰਯੁਕਤ ਪ੍ਰਣਾਲੀ, ਉਹਦੇ ਬਾਰੇ ਇੱਕ ਨਵੀਂ ਸੰਗਠਿਤ ਖੇਤੀ ਪ੍ਰਣਾਲੀ ਹੈ। ਅਸੀਂ ਇਹਦੇ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੁੰਦੇ, ਕਿਉਂਕਿ ਇਹ ਬੜੀ ਇੱਕ ਵਾਤਾਵਰਨ ਹਿਤੈਸ਼ੀ ਹੈ। ਵਾਤਾਵਰਨ ਦੇ ਹਿਸਾਬ ਦੇ ਨਾਲ ਤੇ ਛੋਟੇ ਕਿਸਾਨਾਂ ਦੇ ਹਿਸਾਬ ਦੇ ਨਾਲ ਬਹੁਤ ਵਧੀਆ ਪ੍ਰਣਾਲੀ ਹੈ। ਇਹ ਪ੍ਰਣਾਲੀ ਇਹ ਹੈ ਕਿ ਉਹਦੇ ਲਈ ਅਸੀਂ ਨਿਯੁਕਤ ਦਿੱਤਾ ਸੀ ਸਾਡੇ ਸੀਨੀਅਰ ਵਿਗਿਆਨੀ ਡਾਕਟਰ ਵਾਲੀਆ ਜੀ ਨੂੰ। ਡਾਕਟਰ ਸੋਹਣ ਸਿੰਘ ਵਾਲੀਆ ਜੀ, ਆਪ ਜੀ ਦਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਸਾਡੇ ਸਬਸਕ੍ਰਾਈਬਰਾਂ ਨੂੰ ਇਹ ਤੁਸੀਂ ਦੱਸੋ, ਇਹ ਸੰਯੁਕਤ ਪ੍ਰਣਾਲੀ ਇਹ ਹੈ ਕੀ ਹੈ? ਡਾਕਟਰ ਨੇ ਜੀ ਤੁਸੀਂ ਬਹੁਤ ਹੀ ਵਧੀਆ ਆਪਣਾ ਸਵਾਲ ਪੁੱਛਿਆ ਜੀ। ਜਿਹੜੀ ਸੰਯੁਕਤ ਖੇਤੀ ਪ੍ਰਣਾਲੀ ਆ ਜੀ, ਇਸ ਤੋਂ ਭਾਵ ਆ ਕਿ ਅਸੀਂ ਜੋ ਫਸਲਾਂ ਉਹ ਤਾਂ ਅਸੀਂ ਉਗਾਉਣੀ ਆ, ਕਿਸਾਨ ਵੀ ਫਸਲਾਂ ਉਗਾਉਂਦੇ ਹੀ ਨੇ ਜੀ। ਜਦੋਂ ਉਹਦੇ ਨਾਲ ਅਸੀਂ ਸਹਾਇਕ ਧੰਦੇ ਵੀ ਨਾਲ ਅਪਣਾ ਲਈਏ ਜੀ, ਤੇ ਇਹਦੇ ਚ ਨਾਲ ਫਿਰ ਅਸੀਂ ਇਹ ਵੀ ਕਰਦੇ ਹਾਂ ਕਿ ਜਿਹੜੀ ਸਾਡੀ ਆਮਦਨ ਆ, ਸ਼ੁੱਧ ਆਮਦਨ ਸਾਡੀ ਉਦੋਂ ਹੀ ਵੱਧਦੀ ਆ ਜਦੋਂ ਅਸੀਂ ਆਪਣੇ ਖਰਚੇ ਘਟਾ ਲਈਏ ਜੀ। ਤੇ ਇਹਦੇ ਵਿੱਚ ਫਿਰ ਅਸੀਂ ਜਿਹੜੀ ਸੰਯੁਕਤ ਖੇਤੀ ਪ੍ਰਣਾਲੀ ਆ, ਇਹਦੇ ਵਿੱਚ ਇੱਕ ਚੀਜ਼ ਦੀ ਜੋ ਆਊਟਪੁੱਟ ਆ, ਜਿਹਨੂੰ ਕਿ ਅਸੀਂ ਵੇਸਟ ਕਹਿੰਦੇ ਆ ਜੀ, ਉਹਨੂੰ ਅਸੀਂ ਐਸ ਇਨਪੁਟ ਯੂਜ਼ ਕਰਦੇ ਆ ਦੂਸਰੀ ਜੀ, ਜੋ ਸਾਡੀ ਜਿਸ ਤਰ੍ਹਾਂ ਤੁਹਾਡੇ
ਫਸਲ ਹੋ ਗਈ ਜਾਂ ਤੁਹਾਡਾ ਕੋਈ ਵੀ ਖੇਤੀ ਦਾ ਧੰਦਾ ਹੋ ਗਿਆ, ਉਹਦੇ 'ਚ ਅਸੀਂ ਐਸ ਇਨਪੁਟ ਉਹਨੂੰ ਯੂਜ਼ ਕਰਾਂਗੇ। ਮੈਂ ਤੁਹਾਨੂੰ ਉਦਾਹਰਨ ਵੀ ਦਊਂਗਾ ਤੇ ਮੇਨ ਮਕਸਦ ਸਾਡਾ ਇਹ ਹੈ ਕਿ ਸਾਡੀ ਜਿਹੜੀ ਸ਼ੁੱਧ ਆਮਦਨ ਵੱਧ ਸਕੇ। ਨੰਬਰ 2 ਦੇ ਉੱਪਰ ਜੋ ਸਾਡੇ ਕਿਸਾਨ ਵੀਰ ਨੇ ਉਹ ਆਪਣੇ ਪਰਿਵਾਰ ਨੂੰ ਸੰਤੁਲਿਤ ਭੋਜਨ ਦੇ ਸਕਣ। ਜੀ ਡਾਕਟਰ ਸਾਹਿਬ, ਤੁਸੀਂ ਜਿਵੇਂ ਇਹ ਜ਼ਿਕਰ ਕੀਤਾ ਨਹੀਂ ਹੈ, ਇਹਦੇ ਵਿੱਚ ਵੀ ਅਸੀਂ ਗੱਲ ਕਰ ਸਕਦੇ ਹਾਂ, ਇਹ ਆਪਾਂ ਨੂੰ ਕਿੰਨੀ ਕੁ ਥੋਂ ਚਾਹੀਦੀ ਹੈ ਜੀ ਇਸ ਮਾਡਲ ਨੂੰ ਅਪਣਾਉਣ ਦੇ ਲਈ? ਇਹਦੇ ਵਿੱਚ ਇਸ ਤਰ੍ਹਾਂ ਕਿ ਜੇ ਆਪਾਂ ਪੰਜਾਬ ਦੇ ਇੱਕ ਝਾਤ ਮਾਰੀਏ ਕਿ ਪੰਜਾਬ ਦੇ ਵਿੱਚ ਜੋ ਕੁੱਲ ਕਿਸਾਨਾਂ ਦੀ ਗਿਣਤੀ ਆ ਉਹ ਤਕਰੀਬਨ ਸਾਡੀ 10.5 ਲੱਖ ਆਉਂਦੀ ਹੈ ਜੀ, ਤੇ ਇਹਦੇ ਵਿੱਚ ਸਾਡਾ 41,25,000 ਹੈਕਟੇਅਰ ਜੋ ਸਾਡਾ ਵਾਹੀਯੋਗ ਰਕਬਾ ਜੀ, ਤੇ ਜੇ ਅਸੀਂ ਗੱਲ ਕਰੀਏ ਵੀ 4 ਹੈਕਟੇਅਰ ਤੱਕ ਜਿਹੜੇ ਕਿਸਾਨ ਨੇ ਉਹ ਸਾਡੇ ਤਕਰੀਬਨ 66-67% ਸਾਡੇ ਕਿਸਾਨ ਇਸ ਗਰੁੱਪ ਦੇ ਵਿੱਚ ਆਉਂਦੇ ਆ ਜਿਨ੍ਹਾਂ ਦੇ ਕੋਲੇ ਜ਼ਮੀਨ ਆ ਜਿਹੜੀ 10 ਕਿੱਲਿਆਂ ਤੱਕ ਆ ਜੀ। ਤੇ ਉਧਰੋਂ ਜੇ ਅਸੀਂ ਵਾਹੀਯੋਗ ਰਕਬੇ ਦੀ ਗੱਲ ਕਰੀਏ, ਕੁੱਲ ਸਾਡਾ 41,25,000 ਹੈਕਟੇਅਰ ਰਕਬਾ ਵਾਹੀਯੋਗ ਆ ਜੀ। ਇਹਦੇ ਵਿੱਚੋਂ ਸਿਰਫ 32, 33, 34% ਹੀ ਇਹਨਾਂ ਕਿਸਾਨਾਂ ਦੇ ਹਿੱਸੇ ਆਉਂਦਾ। ਸੋ ਜਿਹੜੇ ਇਹ 10 ਕਿੱਲਿਆਂ ਤੱਕ ਕਿਸਾਨ ਨੇ ਉਹਨਾਂ ਦੇ ਅੱਗੇ ਇਹੀ ਸਾਡੀ ਬੇਨਤੀ ਹੈ ਯੂਨੀਵਰਸਿਟੀ ਵੱਲੋਂ, ਜੋ ਅਸੀਂ ਖੇਤੀ ਖੋਜਾਂ ਕੀਤੀਆਂ ਨੇ ਉਹਦੇ 'ਚ ਅਸੀਂ ਇਹੀ ਸਲਾਹ ਦਿੰਦੇ ਹਾਂ ਕਿ ਜਿਹੜੀ ਤੁਹਾਡੇ ਘਰ ਦੀਆਂ ਲੋੜਾਂ ਨੇ ਉਹ ਤੁਸੀਂ ਆਪਣੇ ਫਾਰਮ ਤੋਂ ਹੀ ਪੈਦਾ ਕਰੋ। ਜਿਹੜਾ ਸਾਡਾ ਘਰ ਦਾ ਸਿਰਫ ਤੁਸੀਂ ਨਮਕ ਬਾਹਰੋਂ ਮੁੱਲ ਲੈ ਕੇ ਆਓ, ਬਾਕੀ ਅਸੀਂ ਹਰ ਚੀਜ਼ ਆਪਣੇ ਘਰੇ ਹੀ ਅਸੀਂ ਉਗਾ ਸਕਦੇ ਹਾਂ ਤੇ ਅਸੀਂ ਆਪਣੇ ਪਰਿਵਾਰ ਨੂੰ ਵਧੀਆ ਉਹ ਜੋ ਜਿੰਨੀ ਵੀ ਸਾਡੀ ਜ਼ਰੂਰਤ ਆ ਉਹ ਅਸੀਂ ਆਪਣੇ ਫਾਰਮ ਤੋਂ ਪੂਰੀ ਕਰਕੇ ਅਸੀਂ ਆਪਣੇ ਪਰਿਵਾਰ ਨੂੰ ਬਹੁਤ ਵਧੀਆ ਸੰਤੁਲਿਤ ਭੋਜਨ ਅਸੀਂ ਦੇ ਸਕਦੇ ਹਾਂ। ਤੇ ਇਹਦੇ ਨਾਲ ਸਾਡੀ ਜੋ ਘਰ ਦੀ ਜੋ ਸਾਡੀ ਘਰੇਲੂ ਜੋ ਸਾਡੀ ਲਾਗਤ ਆ, ਜਿਹੜਾ ਸਾਡੇ ਘਰ ਦਾ ਜੋ ਖਰਚਾ ਵਾ ਉਹ ਵੀ ਸਾਡਾ ਘਟੂਗਾ ਤੇ ਸਾਡੀ ਜੋ ਪਰਿਵਾਰ ਦੀ ਸਿਹਤ ਆ ਉਹ ਵੀ ਸਾਡੀ ਬਹੁਤ ਵਧੀਆ ਬਰਕਰਾਰ ਰਹੂ। ਸੋ ਤੁਹਾਡਾ ਕਹਿਣ ਦਾ ਮਤਲਬ ਹੈ ਉਹ ਕਿਸਾਨ ਕਾਹਦਾ ਹੋਇਆ ਜਿਹੜਾ 10 ਰੁਪਏ ਦੀ ਚੀਜ਼ ਵੇਚ ਕੇ ਫਿਰ ਮੁੜ ਉਸ ਨੂੰ 100 ਰੁਪਏ ਦੀ ਕਿਲੋ ਦੇ ਹਿਸਾਬ ਦੇ ਨਾਲ ਉਹ ਲੈਣ ਜਾਵੇ ਤੇ ਉਹਦੇ ਨੂੰ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਆਪਣੇ ਪਰਿਵਾਰ ਦੀ ਨਰੋਈ ਸਿਹਤ ਦੇ ਲਈ ਇਹ ਚੀਜ਼ਾਂ ਘਰੇ ਹੀ ਕਾਸ਼ਤ ਕਰਨੀਆਂ ਚਾਹੀਦੀਆਂ, ਇਹ ਪ੍ਰਣਾਲੀ ਨੂੰ ਅਪਣਾ ਕੇ। ਡਾਕਟਰ ਸਾਹਿਬ, ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਵੀ ਜਿਹੜੀ ਊਰਜਾ ਹੈ, ਇੱਕ ਸਿਸਟਮ ਦੀ ਊਰਜਾ ਦੂਜੇ ਸਿਸਟਮ ਦੇ ਵਿੱਚ ਇਨਪੁਟ ਦੇ ਤੌਰ ਤੇ ਯੂਜ਼ ਹੁੰਦੀ ਹੈ, ਕਿਉਂਕਿ ਇਹ ਸਾਰੇ ਸਿਧਾਂਤ ਅਸੀਂ ਜਾਣਦੇ ਹਾਂ ਊਰਜਾ ਨਾ ਖਤਮ ਕੀਤੀ ਜਾ ਸਕਦੀ ਹੈ ਨਾ ਕ੍ਰੀਏਟ ਕੀਤੀ ਜਾ ਸਕਦੀ ਹੈ। ਤੇ ਉਹ ਊਰਜਾ ਤੁਸੀਂ ਖਾਲੀ ਸ਼ਬਦਾਂ ਦੱਸੋ ਵੀ ਇੱਕ ਦੀ ਵੇਸਟ ਦੂਜੇ ਲਈ ਉਹ ਇਨਪੁਟ ਕਿਵੇਂ ਵਧੀਆ ਬਣੂਗੀ? ਉਦਾਹਰਨਾਂ ਦਿੰਦਾ ਜੀ। ਜਿਸ ਤਰ੍ਹਾਂ ਆਪਾਂ ਦੇਖੀਏ ਵੀ ਪੰਜਾਬ ਦੇ ਵਿੱਚ ਪ੍ਰਮੁੱਖ ਜਿਹੜਾ ਸਾਡਾ ਫਸਲੀ ਚੱਕਰ ਆ ਉਹ ਝੋਨਾ ਕਣਕ ਫਸਲੀ ਚੱਕਰ ਆ ਜੀ। ਝੋਨੇ ਦੀ ਜਿਹੜੀ ਪਰਾਲੀ ਆ ਜੀ ਉਹ ਅਸੀਂ ਵੀ ਜ਼ਿਆਦਾਤਰ ਅਸੀਂ ਉਹਦੀ ਕੋਈ ਵਰਤੋਂ ਵਧੀਆ ਤਰੀਕੇ ਨਾਲ ਲੈ ਕੇ ਨਹੀਂ ਆਉਂਦੇ ਜੀ। ਸਾਡੀ ਯੂਨੀਵਰਸਿਟੀ ਦੇ ਵਿੱਚ ਕਾਫੀ ਖੋਜਾਂ ਹੋਈਆਂ ਨੇ ਉਹਦੇ 'ਚ ਇਹੀ ਆ ਕਿ ਜਿਹੜੀ ਝੋਨੇ ਦੀ ਪਰਾਲੀ ਆ ਇਸ ਤੋਂ ਅਸੀਂ ਬਹੁਤ ਵਧੀਆ ਤਰ੍ਹਾਂ ਖੁੰਬਾਂ ਅਸੀਂ ਘਰੇਲੂ ਵਰਤੋਂ ਵਾਸਤੇ ਉਗਾ ਸਕਦੇ ਹਾਂ ਜੀ। ਤੇ ਇਹਦੇ ਨਾਲ ਹੀ ਮੈਂ ਇੱਕ ਹੋਰ ਨਾਲ ਐਡ ਕਰਨਾ ਚਾਹੁੰਦਾ ਕਿ ਸਾਡੇ 82-83% ਜਿਹੜੇ ਫਾਰਮਰਸ ਨੇ ਉਹਨਾਂ ਦੇ ਕੋਲੇ ਘਰੇ ਮੱਝਾਂ ਗਾਈਆਂ ਵੀ ਰੱਖੀਆਂ ਹੋਈਆਂ ਨੇ ਜੀ। 1, 2, 4 ਤੋਂ ਲੈ ਕੇ ਕਮਰਸ਼ੀਅਲ ਡੈਰੀ ਫਾਰਮਿੰਗ ਤੱਕ ਦਾ ਯੂਨਿਟ ਨੇ। ਤੇ ਉਹ ਆ ਵੀ ਝੋਨਾ ਕਣਕ ਸਾਡਾ ਫਸਲੀ ਚੱਕਰ ਹੈਗਾ ਜੀ, ਨਾਲ ਸਾਡਾ ਡੈਰੀ ਫਾਰਮਿੰਗ ਯੂਨਿਟ ਵੀ ਹੈਗਾ ਜੀ। ਇਹਦੇ ਵਿੱਚ ਜੇਕਰ ਅਸੀਂ ਇੱਕ ਬਾਇਓਗੈਸ ਦਾ ਇੱਕ ਯੂਨਿਟ ਲਾ ਲਈਏ ਜੀ, ਉਹਦੇ ਨਾਲ ਕੀ ਹੁੰਦਾ ਕਿ ਸਾਡੀ ਜਿਹੜੀ ਘਰੇਲੂ ਸਾਡੀ ਗੈਸ ਦੀ ਲੋੜ ਆ ਉਹ ਸਾਡੀ ਆਪਣੇ ਬਾਇਓਗੈਸ ਤੋਂ ਪੂਰਤੀ ਹੋ ਜੂਗੀ। ਉਹਦੀ ਜਿਹੜੀ ਬਾਇਓਗੈਸ ਤੋਂ ਸਲਰੀ ਨਿਕਲੂਗੀ ਉਹ ਅਸੀਂ ਫਿਰ ਉਹਨੂੰ ਅਸੀਂ ਇੱਕ ਜੈਵਿਕ ਖਾਦ ਦੇ ਰੂਪ ਦੇ ਵਿੱਚ ਅਸੀਂ ਫਿਰ ਉਹਨੂੰ ਅਸੀਂ ਆਪਣੇ ਖੇਤ ਦੇ ਵਿੱਚ ਹੀ ਦੁਬਾਰਾ ਪਾ ਦੇਵਾਂਗੇ, ਜਜ਼ਬ ਕਰ ਸਕਦੇ ਜੀ। ਸੋ ਕਹਿਣ ਦਾ ਮਤਲਬ ਇੱਕ ਸਿਸਟਮ ਦੇ ਵਿੱਚ ਕਈ ਛੋਟੇ ਸਿਸਟਮ ਨੇ ਤੇ ਜਿਹੜੇ ਛੋਟੇ ਸਿਸਟਮ ਨੇ ਉਹਨਾਂ ਦੀ ਇੱਕ ਦੀ ਵੇਸਟ ਦੂਜੇ ਦੇ ਲਈ ਉਹ ਇਨਪੁਟ ਦੇ ਤੌਰ ਤੇ ਯੂਜ਼ ਕਰ ਸਕਦੇ। ਡਾਕਟਰ ਸਾਹਿਬ, ਇਹ ਨਾਲ ਆਪਾਂ ਵੀ ਲਾਈਵ ਸਵਾਲ ਵੀ ਲੈਣੇ ਆ। ਬਲਜੀਤ ਸਿੰਘ ਕਲੇਰ ਜੀ ਦਾ ਇਹ ਸਵਾਲ ਸੀ, ਇਹਦੇ ਸੰਬੰਧੀ ਕੋਈ ਲਿਟਰੇਚਰ ਜਾਂ ਕੋਈ ਕਿਤਾਬ ਵੀ ਉਪਲਬਧ ਹੈ? ਹਾਂ, ਯੂਨੀਵਰਸਿਟੀ ਦੇ ਜੋ ਸਾਡਾ ਸੌਣੇ ਦੀਆਂ ਕਿਤਾਬਾਂ, ਸੌਣੇ ਦੀਆਂ ਸਿਫਾਰਸ਼ਾਂ ਦੀ ਕਿਤਾਬ ਆ, ਹਾੜੀ ਦੀਆਂ ਸਿਫਾਰਸ਼ਾਂ ਦੀ ਕਿਤਾਬ ਆ, ਉਹਦੇ ਵਿੱਚ ਅਸੀਂ ਇੱਕ ਚੈਪਟਰ ਬਾਪੂ ਵੀ ਦਿੱਤਾ ਹੋਇਆ ਕਿ ਜਿਸ ਤਰ੍ਹਾਂ ਜਿਹੜਾ ਅਸੀਂ ਆਪਣਾ ਇੱਥੇ ਯੂਨੀਵਰਸਿਟੀ ਦੇ ਵਿੱਚ ਖੋਜ ਕੀਤੀ ਸੀ ਉਹਦੇ 'ਚ ਅਸੀਂ 1 ਹੈਕਟੇਅਰ ਯੂਨਿਟ ਲਿਆ ਸੀਗਾ ਜੀ। 1 ਹੈਕਟੇਅਰ ਦੇ ਵਿੱਚ ਅਸੀਂ 2.5 ਕਿੱਲਿਆਂ ਦੇ ਵਿੱਚੋਂ 1.5 ਕਿੱਲੇ ਦੇ ਵਿੱਚ ਅਸੀਂ ਫਸਲਾਂ ਲਾਈਆਂ ਨੇ। ਫਸਲਾਂ ਵੀ ਅਸੀਂ ਉਹੀ ਲਗਾਈਆਂ ਨੇ ਜਿਹੜੀਆਂ ਕਿ ਕਿਸਾਨ ਨੂੰ ਜ਼ਰੂਰਤ ਹੈ ਜੀ। ਜਿਸ ਤਰ੍ਹਾਂ ਉਹਨੇ ਆਪਣਾ ਅੰਨ ਵੀ ਉਹਦੇ ਵਿੱਚੋਂ ਲੈਣਾ, ਦਾਲਾਂ ਦੇ ਵਿੱਚੋਂ ਲੈਣੀਆਂ ਨੇ, ਬੀਜ ਵੀ ਉਹਦੇ ਵਿੱਚੋਂ ਲੈਣੀਆਂ ਜੀ, ਚਾਰੇ ਦੀਆਂ ਫਸਲਾਂ ਵੀ ਉਹਦੇ ਵਿੱਚੋਂ ਉਗਾਉਣੀਆਂ ਨੇ ਜੀ। ਸੋ ਅਸੀਂ ਉਸ ਹਿਸਾਬ ਨਾਲ ਵੰਡ ਕੀਤੀ ਵੀ ਹੈ। ਅਸੀਂ ਵਿੱਚ ਆਪਣੀ ਜੋ ਸਾਡੀ ਪੈਕੇਜ ਉਹਦੇ 'ਚ ਅਸੀਂ ਦਰਸਾਇਆ ਵੀ ਹੈ ਜੀ। ਤੇ ਨਾਲ ਦੀ ਨਾਲ ਅਸੀਂ ਅੱਧਾ ਕਿੱਲਾ ਬਾਗਾਂ ਦੇ ਨਹੀਂ ਲੈ ਕੇ ਆਂਦਾ ਜੀ। ਤੇ ਬਾਗਾਂ ਦੇ ਵਿੱਚ ਅਸੀਂ ਇਸ ਤਰ੍ਹਾਂ ਕੀਤਾ ਕਿ ਜਿਹੜੇ ਬਾਗ ਨੇ ਉਹ 3 ਸਾਲ ਬਾਅਦ ਹੀ ਉਹ ਫਲ ਦੇਣਾ ਸ਼ੁਰੂ ਕਰਦੇ ਆ ਜੀ। ਤੇ 3 ਸਾਲ ਪਹਿਲਾਂ ਜਿਹੜੇ ਉਹ ਬਾਗਾਂ ਦੀਆਂ ਕਤਾਰਾਂ ਦੇ ਵਿੱਚ ਖਾਲੀ ਜਗ੍ਹਾ ਉਹਦੇ 'ਚ ਅਸੀਂ ਸਬਜ਼ੀਆਂ ਲਾ ਲੈਂਦੇ ਹਾਂ ਜੀ, ਤਾਂ ਕਿ ਸਾਨੂੰ ਵੀ ਜੋ ਸਾਡਾ ਖੇਤ ਆ, ਜੋ ਸਾਡੀ ਜ਼ਮੀਨ ਆ, ਉਹ ਤੋਂ ਸਾਨੂੰ ਕੁਛ ਨਾ ਕੁਛ ਸਾਨੂੰ ਮੁਨਾਫਾ ਆਉਂਦਾ ਰਹੇ, ਕੁਛ ਨਾ ਕੁਛ ਸਾਨੂੰ ਫਸਲ ਆਉਂਦੀ ਰਹੇ, ਪੈਦਾ ਆਉਂਦੀ ਰਹੇ ਜੀ। ਤੇ ਇਹਦੇ ਨਾਲ ਹੀ ਅਸੀਂ
2 ਕਨਾਲ ਦੇ ਵਿੱਚ ਅਸੀਂ ਇੱਕ ਮੱਛੀ ਦਾ ਤਲਾਬ ਬਣਾਇਆ ਹੋਇਆ। ਅਸੀਂ ਤਾਂ 2 ਕਨਾਲ 'ਚ ਬਣਾਇਆ, ਜੇਕਰ ਕਿਸਾਨ ਆਪਣੇ ਹਿਸਾਬ ਦੇ ਨਾਲ ਆਪਣੀ ਸ਼ਹਿਰ ਤੋਂ ਦੂਰੀ ਦੇ ਅਨੁਸਾਰ, ਆਪਣੇ ਪਾਣੀ ਦੀ ਉਪਲਬਧਤਾ ਦੇ ਅਨੁਸਾਰ ਉਹ ਇਹਨੂੰ ਵਧਾ ਵੀ ਸਕਦਾ, ਵੱਡਾ ਵੀ ਕਰ ਸਕਦਾ ਜੀ। ਅਸੀਂ ਤਾਂ 2 ਕਨਾਲ ਦੇ ਬਣਾਇਆ ਹੋਇਆ ਤੇ ਇਹਦੇ 'ਚ ਅਸੀਂ ਇਹ ਕਰਦੇ ਹਾਂ ਵੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਇੱਕ ਦੀ ਜਿਹੜੀ ਆਊਟਪੁੱਟ ਆ ਇਹਦੇ ਉਹਨੂੰ ਇਨਪੁੱਟ ਯੂਜ਼ ਕਰਦੇ ਹਾਂ ਜੀ। ਇਹਦੇ 'ਚ ਅਸੀਂ ਕੀ ਕੀਤਾ, ਜਿਹੜੀਆਂ ਸਾਡੀਆਂ ਗਾਈਆਂ ਰੱਖੀਆਂ ਹੋਈਆਂ ਨੇ ਡੇਅਰੀ ਫਾਰਮਿੰਗ ਯੂਨਿਟ ਆ, ਉਹਦਾ ਜਿਹੜਾ ਨਹਾਉਣ ਧੋਣ ਦਾ ਪਾਣੀ ਆ ਉਹ ਸਾਡੇ ਮੱਛੀ ਦੇ ਤਲਾਬ ਦੇ ਵਿੱਚ ਚਲੇ ਜਾਂਦਾ। ਅਸੀਂ ਮੱਛੀ ਨੂੰ ਕਦੇ ਵੀ ਬਾਹਰੋਂ ਫੀਡ ਨਹੀਂ ਪਾਈ ਜੀ। ਸਾਡੀ ਜਿਹੜੀਆਂ ਮੱਛੀਆਂ ਨੇ ਉਹ ਸਾਡੀਆਂ ਮੁਫਤ ਦੀਆਂ ਬਿਨਾਂ ਫੀਡ ਤੋਂ ਪਲਦੀਆਂ ਜੀ। ਤੇ ਇਹਦੇ ਨਾਲ ਹੀ ਫਿਰ ਅਸੀਂ 1 ਕਨਾਲ ਏਰੀਆ ਦੇ ਵਿੱਚ ਅਸੀਂ ਪੌਪੂਲਰ ਲਾਇਆ ਹੋਇਆ ਜੀ। ਪੌਪੂਲਰ ਲਾਉਣ ਦਾ ਮਕਸਦ ਇਹੀ ਸੀਗਾ ਕਿ ਜਿਸ ਤਰ੍ਹਾਂ ਕਿ ਹੁਣ ਸਾਡਾ ਜੋ ਵਾਤਾਵਰਨ ਆ ਉਹਦੇ 'ਚ ਤਬਦੀਲੀ ਆ ਰਹੀ ਆ, ਵੀ ਕਿਸਾਨ ਵੀਰ ਵੀ ਆਪਣਾ ਯੋਗਦਾਨ ਪਾ ਸਕਦੇ ਆ ਜੀ। ਤੇ ਅਸੀਂ ਘੱਟ ਏਰੀਆ ਤੇ ਕੀਤਾ ਹੋਇਆ, ਕਿਸਾਨ ਵੀਰ ਆਪਣੇ ਹਿਸਾਬ ਦੇ ਨਾਲ ਉਹ ਬਾਗਾਂ ਇਹਨਾਂ ਦਰਖਤਾਂ ਥੱਲੇ ਵੀ ਆਪਣਾ ਥੋੜਾ ਏਰੀਆ ਲਿਆ ਸਕਦੇ ਆ। ਤੇ ਜਿਹੜਾ ਇਹ ਐਗਰੋ ਫੋਰੈਸਟਰੀ ਯੂਨਿਟ ਹੈ ਇਹਦੇ ਵਿੱਚ ਵੀ ਅਸੀਂ ਜਿਹੜੀ ਥੱਲੇ ਵਾਲੀ ਜਗ੍ਹਾ ਉਹ ਖਾਲੀ ਨਹੀਂ ਛੱਡੀ, ਉਹਦੇ ਵਿੱਚ ਫਿਰ ਅਸੀਂ ਹਲਦੀ ਤੋਂ ਬਾਅਦ ਅਸੀਂ ਕਣਕ ਫਿਰ ਅਸੀਂ ਲਾਈ ਜਾਂਦੇ ਹਾਂ ਜੀ। ਤੇ 4 ਚੁਫੇਰੇ ਇਹਦੇ ਅਸੀਂ ਕਰੌਂਦੇ ਦੀ ਵਾੜ ਲਾਈ ਹੋਈ ਆ ਜੀ। ਕਰੌਂਦੇ ਦੀ ਵਾੜ ਦਾ ਮਤਲਬ ਆ ਕਿ ਜਿਹੜੇ ਬਾਹਰੋਂ ਸਾਡਾ ਕੋਈ ਵੀ ਨੁਕਸਾਨ ਜਾਂ ਜਾਨਵਰਾਂ ਤੋਂ ਜਾਂ ਹੋਰ ਬੰਦਿਆਂ ਤੋਂ ਉਹਨੂੰ ਨੁਕਸਾਨ ਤੋਂ ਬਚਾਉਣਾ ਜੀ। ਤੇ ਵਾੜ ਦਾ ਕੰਮ ਤਾਂ ਹੋ ਗਿਆ ਕਿਉਂਕਿ ਕੰਡੇ ਬਹੁਤ ਵੱਡੇ ਹੁੰਦੇ ਆ ਇਹਦੇ ਕਰੌਂਦੇ ਦੇ, ਲੇਕਿਨ ਇਹ ਸਾਨੂੰ ਫਰੂਟ ਵੀ ਦਿੰਦੇ ਆ ਜੀ। ਕਰੌਂਦੇ ਦਾ ਬਹੁਤ ਵਧੀਆ ਅਚਾਰ ਬਣਦਾ, ਇਹਦੇ 'ਚ ਆਇਰਨ ਰਿਚ ਮਟੀਰੀਅਲ ਆ, ਇਹ ਵਿਟਾਮਿਨ ਸੀ ਵੀ ਇਹਦੇ 'ਚ ਕਰੌਂਦੇ 'ਚ ਬਹੁਤ ਹੁੰਦਾ। ਤੇ ਪਿਛਲੇ ਸਾਲ ਅਸੀਂ ਜਿਹੜਾ ਇੱਥੇ ਆਪਣੇ ਯੂਨੀਵਰਸਿਟੀ ਦੇ ਵਿੱਚ ਵਾੜ ਲਾਈ ਹੋਈ ਆ ਉਸ 'ਚ ਅਸੀਂ 5 ਕੁਇੰਟਲ ਕਰੌਂਦਾ ਅਸੀਂ ਵੇਚਤਾ ਸੀ ਜੀ। ਡਾਕਟਰ ਸਾਹਿਬ ਇਹਦੇ ਨਾਲ ਇੱਕ ਮਿਲਦਾ ਜੁਲਦਾ ਸਵਾਲ ਅੰਮ੍ਰਿਤਪਾਲ ਸਿੰਘ ਸਿੱਧੂ ਜੀ ਦਾ ਹੁੰਦਾ। ਅੰਮ੍ਰਿਤਪਾਲ ਸਿੰਘ ਸਿੱਧੂ ਜੀ ਪੁੱਛਦੇ ਨੇ ਵੀ ਜ਼ਮੀਨ ਦੀ ਉਪਜਾਊ ਸ਼ਕਤੀ ਲਈ ਕਿਹੜੀਆਂ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ? ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਦੇ ਲਈ ਅਸੀਂ ਹਰੀਆਂ ਖਾਦਾਂ, ਹਰੇ ਜਿਹੜੇ ਤੁਹਾਡੀ ਟੈਂਚਾ ਆ ਗਿਆ, ਸਾਣ ਆ ਗਿਆ, ਸਾਡੇ ਮਾਂ ਆ ਗਏ, ਇਹ ਵਰਤ ਸਕਦੇ ਆ ਅਸੀਂ। ਮੁੜ ਕੇ ਫਿਰ ਜਿਹੜੇ ਸਾਡੀ ਜੈਵਿਕ ਖਾਦਾਂ ਨੇ, ਜਿਹੜੀ ਸਾਡੀ ਰੂੜੀ ਦੀ ਖਾਦ ਆ ਗਈ ਜੀ, ਕੰਡੋਇਆਂ ਦੀ ਖਾਦ ਆ ਗਈ, ਫਿਰ ਅਸੀਂ ਮੁੜ ਕੇ ਜਿਹੜੇ ਸਾਡੇ ਰਾਈਸ ਰੈਜ਼ਿਡਿਊ ਨੇ ਜਾਂ ਸਾਡੀ ਝੋਨੇ ਦੀ ਪਰਾਲੀ ਆ ਉਹਦੇ ਤੋਂ ਵੀ ਅਸੀਂ ਉਹਨੂੰ ਬਾਖੂਬੀ ਅਸੀਂ ਉਹਨੂੰ ਮੱਝ ਦੇ ਤੌਰ ਦੇ ਉੱਪਰ ਵਰਤ ਸਕਦੇ ਹਾਂ। ਤੇ ਉਹਦੀ ਅਸੀਂ ਯੂਨੀਵਰਸਿਟੀ ਵੱਲੋਂ ਕੰਪੋਸਟ ਬਣਾਉਣ ਦੀ ਵੀ ਵਿਧੀ ਦਿੱਤੀ ਗਈ ਹੈ, ਉਹ ਅਸੀਂ ਵਰਤ ਕੇ ਅਸੀਂ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਅਸੀਂ ਪੂਰੀ ਤੌਰ ਤੇ ਉੱਪਰ ਅਸੀਂ ਵਧਾ ਸਕਦੇ ਹਾਂ ਜੀ। ਡਾਕਟਰ ਸਾਹਿਬ ਇੱਕ ਆਖਰੀ ਸਵਾਲ ਤੁਹਾਡੇ ਕੋਲੋਂ, ਇਹ ਜਿਹੜੀ ਵਾਤਾਵਰਣ ਹਿਤੈਸ਼ੀ ਪ੍ਰਣਾਲੀ ਹੈ ਇਹ ਤੁਸੀਂ ਦੱਸੋਗੇ ਇਹ ਕਿਸ ਤਰ੍ਹਾਂ ਵੀ ਹੈ? ਆਪਾਂ ਜਿਹੜੀ ਵੀ ਕੈਮੀਕਲ ਰਹਿਤ ਹੈ ਉਹ ਕਿੱਦਾਂ ਵਾਤਾਵਰਣ ਹਿਤੈਸ਼ੀ, ਉਹ ਉਸ ਬਾਰੇ ਤੁਸੀਂ ਜ਼ਰੂਰ ਜ਼ਿਕਰ ਕਰੋ। ਇਹਦੇ 'ਚ ਇਹ ਹੈ ਕਿ ਅਸੀਂ ਜਿਹੜੀ ਇਹ ਵੀ এনवायरमेंट ਫ੍ਰੈਂਡਲੀ ਸਾਡੀ ਪ੍ਰਣਾਲੀ ਆ। ਅਸੀਂ ਇਹਦੇ 'ਚ ਜੋ ਸਾਡੇ ਕੈਮੀਕਲ ਫਰਟੀਲਾਈਜ਼ਰ ਨੇ ਉਹਨਾਂ ਦੀ ਅਸੀਂ ਜੋ ਇਹਦੇ 'ਚ ਪਾਉਣ ਦਾ ਅਸੀਂ ਘੱਟ ਕਰਦੇ ਹਾਂ। ਅਸੀਂ ਜੋ ਸਾਡੇ ਜਿਸ ਤਰ੍ਹਾਂ ਸਾਡੀ ਜੋ ਡੇਅਰੀ ਫਾਰਮਿੰਗ ਦੇ ਜੋ ਪਸ਼ੂ ਰੱਖੇ ਹੋਏ ਨੇ ਉਹਨਾਂ ਤੋਂ ਅਸੀਂ ਜੋ ਖਾਦ ਤਿਆਰ ਕਰਦੇ ਹਾਂ ਉਹਨਾਂ ਨੂੰ ਹੀ ਅਸੀਂ ਆਪਣੇ ਖੇਤਾਂ ਵਿੱਚ ਵਰਤਦੇ ਹਾਂ। ਮਤਲਬ ਅਸੀਂ ਘੱਟ ਤੋਂ ਘੱਟ ਅਸੀਂ ਜੋ ਕੈਮੀਕਲ ਫਰਟੀਲਾਈਜ਼ਰ ਬਾਹਰੋਂ ਅਸੀਂ ਘੱਟ ਤੋਂ ਘੱਟ ਹੀ ਇਨਪੁੱਟ ਅਸੀਂ ਲੈ ਕੇ ਆਵਾਂਗੇ, ਤਾਂ ਹੀ ਸਾਡੀ ਜੋ ਸ਼ੁੱਧ ਮੁਨਾਫਾ ਸਾਡਾ ਵੱਧ ਸਕਦਾ ਜੀ। ਡਾਕਟਰ ਸਾਹਿਬ ਚਲੋ ਬੜੀ ਖੁਸ਼ੀ ਵਾਲੀ ਗੱਲ ਹੈ, ਬਲਜੀਤ ਸਿੰਘ ਕਲੇਰ ਵਰਗੇ ਹੋਰ ਕਿਸਾਨ, ਉਦਮੀ ਕਿਸਾਨ ਜਿਹੜੇ ਨੇ ਉਹ ਇਸ ਮਾਡਲ ਤੋਂ ਕਾਫੀ ਪ੍ਰਭਾਵਿਤ ਹੋਏ ਨੇ। ਜੇ ਇਹੋ ਜਿਹੇ ਕਿਸਾਨ ਇਹ ਮਾਡਲ ਦੇਖਣਾ ਚਾਹਣ ਤਾਂ ਉਹ ਕਿੱਥੇ ਕੰਟੈਕਟ ਕਰਨ, ਕਿੱਥੇ ਸੰਪਰਕ ਕਰਨ? ਇੱਕ ਤਾਂ ਤੁਸੀਂ ਆਪ ਜੀ ਆਪਣਾ ਜਿਹੜਾ ਫੋਨ ਨੰਬਰ ਹੈ, WhatsApp ਵਾਲਾ ਨੰਬਰ ਹੈ ਉਹ ਜ਼ਰੂਰ ਸਾਂਝਾ ਕਰੋ, ਫਿਰ ਉਸ ਤੋਂ ਇਲਾਵਾ ਮਾਡਲ ਕਿੱਥੇ ਦੇਖਿਆ ਜਾ ਸਕਦਾ ਉਹਦੇ ਬਾਰੇ ਵੀ ਜ਼ਿਕਰ ਕਰੋ। ਮੇਰਾ ਤੁਸੀਂ ਫੋਨ ਨੰਬਰ ਨੋਟ ਕਰ ਸਕਦੇ ਹੋ 814 ਜੀ 6400 ਪੂਰਾ ਜੀ 134 ਜੀ। ਮੈਂ ਦੁਬਾਰਾ ਫਿਰ ਬੋਲਦਾ ਜੀ ਬਿਲਕੁਲ 814 ਜੀ 6400 ਜੀ 134 ਜੀ। ਇਹ ਜੋ ਸੰਯੁਕਤ ਖੇਤੀ ਪ੍ਰਣਾਲੀ ਮਾਡਲ ਆ ਇਹ ਸਾਡਾ ਯੂਨੀਵਰਸਿਟੀ ਦੇ ਵਿੱਚ ਸਿਫਰ ਦੇ ਕੋਲ ਸਾਡਾ ਬਣਿਆ ਹੋਇਆ। ਇਹਦਾ ਕੰਮ ਅਸੀਂ 2010 ਦੇ ਸ਼ੁਰੂ ਕੀਤਾ ਸੀ, ਹੁਣ ਸਾਡਾ ਬਹੁਤ ਵਧੀਆ ਇਹ ਵਿਕਸਿਤ ਹੋਇਆ ਹੋਇਆ। ਇਸ ਤੋਂ ਇਲਾਵਾ ਅਸੀਂ ਜੋ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਉਹਨਾਂ ਦੇ ਵਿੱਚ ਵੀ ਇਹ ਕੁਝ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿੱਚ ਵੀ ਇਹ ਮਾਡਲ ਵਿਕਸਿਤ ਹੋਏ ਨੇ। ਜਿਹੜੇ ਕਿਸਾਨ ਵੀਰ ਆਪਣੇ ਨੇੜੇ ਦੇ ਜੋ ਕ੍ਰਿਸ਼ੀ ਵਿਗਿਆਨ ਕੇਂਦਰ ਆ ਉੱਥੇ ਜਾ ਕੇ ਇਹ ਮਾਡਲ ਦੇਖ ਸਕਦੇ ਨੇ। ਜਦੋਂ ਯੂਨੀਵਰਸਿਟੀ ਆਉਣ ਤੇ ਉਹ ਸਾਡੇ ਡਿਪਾਰਟਮੈਂਟ ਦੇ ਵਿੱਚੋਂ ਸਾਡਾ ਮਾਡਲ ਆ ਇਹ ਦੇਖ ਸਕਦੇ ਜੀ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀ ਵੱਡੀ ਜਾਣਕਾਰੀ ਸਾਂਝੀ ਕੀਤੀ। ਇੱਕ ਨਵੀਂ ਪ੍ਰਣਾਲੀ ਅਸੀਂ ਅਡਾਪਟ ਕਰਕੇ ਬੜੇ ਸੁਖਾਲੇ ਤਰੀਕੇ ਦੇ ਨਾਲ, ਬੜੇ ਵਧੀਆ ਤਰੀਕੇ ਦੇ ਨਾਲ ਅਸੀਂ ਨਰੋਈ ਖੁਰਾਕ ਵੀ ਪ੍ਰਾਪਤ ਕਰ ਸਕਦੇ ਹਾਂ। ਤੇ ਉਸ ਤੋਂ ਇਲਾਵਾ ਵੀ ਅਸੀਂ ਜਿਹੜੀ એનર્ਜੀ ਵੀ ਕਿਸੇ ਪਾਸੋਂ ਇੱਕ ਪਾਸੇ ਦੀ ਵੇਸਟ ਹੈ, ਸਿਸਟਮ ਦੀ ਵੇਸਟ ਹੈ, ਉਸ ਦੂਜੇ ਸਿਸਟਮ ਦੇ ਵਿੱਚ ਅਸੀਂ ਬੜੇ ਪ੍ਰਭਾਵਸ਼ਾਲੀ ਤੇ ਵਧੀਆ ਢੰਗ ਦੇ ਨਾਲ ਵਰਤ ਸਕਦੇ ਹਾਂ। ਉਹਨਾਂ ਨੇ ਦੱਸਿਆ ਕਿ ਹਾਂ ਬਾਗਬਾਨੀ, ਸਬਜ਼ੀਆਂ, ਫਿਰ ਇਹ ਮੱਛੀ ਪਾਲਣ ਤੇ ਬਾਗਬਾਨੀ ਦੇ ਨਾਲ ਕਰਾਉਂਦੇ ਦੀ ਜਿਵੇਂ ਵਾੜ ਲਾਈ ਹੈ ਤੇ ਉਹ ਸਾਰੀਆਂ ਇੱਕ ਦੂਜੇ ਦੇ ਨਾਲ
ਸੰਪੂਰਕ ਨੇ, ਇੱਕ ਦੂਜੇ ਦੀਆਂ ਪੂਰਕ ਨੇ, ਆਪਾਂ ਇਹ ਕਹਿ ਸਕੀਏ। ਬਹੁਤ ਵਧੀਆ ਮਾਡਲ ਡਾਕਟਰ ਵਾਲੀਆ ਦਾ ਬਹੁਤ ਬਹੁਤ ਧੰਨਵਾਦ। ਪਿਛਲੇ ਹਫਤੇ ਦੌਰਾਨ 15 ਦਿਨ ਦੇ ਦੌਰਾਨ ਆਪਾਂ ਜੇ ਗੱਲ ਕਰੀਏ ਤਾਂ ਕਹਿ ਰਹੇ ਸੀਗੇ, ਉਹ ਬੜੇ ਕਿਸਾਨਾਂ ਦਾ ਜ਼ਿਕਰ ਆਉਂਦਾ ਸੀਗਾ, ਅਸੀਂ ਸਿਖਲਾਈਆਂ ਲੈਣੀਆਂ ਖੁੰਬਾਂ ਦੇ ਬਾਬਤ, ਉਹਦੇ ਢੀਂਗ ਦੀ ਗੱਲ ਚੱਲਦੀ ਸੀਗੀ, ਉਹਦੇ ਬਟਨ ਖੁੰਬ ਦੀ ਗੱਲ ਚੱਲਦੀ ਸੀ, ਫਿਰ ਬਾਇਓ ਖਾਦਨ ਦੀ ਵੀ ਕਿਤੇ ਚਰਚਾ ਹੁੰਦੀ ਸੀ। ਉਸ ਲਈ ਅਸੀਂ ਨਿਯੋਤਾ ਦਿੱਤਾ ਸੀ ਮਾਈਕਰੋਬਾਇਓਲੋਜੀ ਡਿਪਾਰਟਮੈਂਟ ਤੋਂ। ਡਾਕਟਰ ਕਿਸ਼ਾਨੀ ਸਾਡੇ ਵਿੱਚ ਹਾਜ਼ਰ ਨੇ। ਡਾਕਟਰ ਕਿਸ਼ਾਨੀ, ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਡਾਕਟਰ ਕਿਸ਼ਾਨੀ, ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ, ਇਹ ਖੁੰਬਾਂ ਦਾ ਬੀਜ ਇਹ ਯੂਨੀਵਰਸਿਟੀ ਵਿੱਚ ਉਪਲਬਧ ਹੈ ਤੇ ਯੂਨੀਵਰਸਿਟੀ ਤੋਂ ਇਲਾਵਾ ਹੋਰ ਕਿਹੜੀ ਥਾਵਾਂ ਤੇ ਇਹ ਸਾਨੂੰ ਮਿਲ ਸਕਦਾ ਹੈ? ਯੂਨੀਵਰਸਿਟੀ ਤੋਂ ਇਲਾਵਾ ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਜਿਹੜੇ ਵੀ ਹਨ ਉੱਥੋਂ ਖੁੰਬਾਂ ਦੇ ਬੀਜ ਦੀ ਬੁਕਿੰਗ ਕਰਾ ਸਕਦੇ ਹੋ ਜੀ। ਯੂਨੀਵਰਸਿਟੀ ਵੱਲੋਂ ਕਿਤੇ ਖੁੰਬਾਂ ਦਾ ਬੀਜ ਲੈਣਾ ਹੈ ਤਾਂ ਤੁਹਾਨੂੰ ਕਮ ਸੇ ਕਮ 1 ਮਹੀਨਾ ਪਹਿਲੇ ਬੁਕਿੰਗ ਕਰਾਉਣਾ ਜ਼ਰੂਰੀ ਹੈ ਜੀ। ਤੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਵੀ ਅਗਰ ਖੁੰਬਾਂ ਦਾ ਬੀਜ ਲੈਣਾ ਹੈ ਤੁਹਾਨੂੰ 1 ਮਹੀਨਾ ਪਹਿਲੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਬੁਕਿੰਗ ਕਰਾਉਣਾ ਬਹੁਤ ਜ਼ਰੂਰੀ ਹੈ ਜੀ ਜੀ। ਉਸ ਤੋਂ 1 ਮਹੀਨਾ ਬਾਅਦ ਤੁਹਾਨੂੰ ਜਿਹੜਾ ਬੀਜ ਹੈ ਉਹ ਮੁਹੱਈਆ ਕਰਾ ਦਿੱਤਾ ਜਾਵੇਗਾ ਜੀ। ਤੇ ਉਹ ਉਸ ਤੋਂ ਇਲਾਵਾ ਦੱਸੋ, ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਤੁਸੀਂ ਯੂਨੀਵਰਸਿਟੀ ਦੇ ਵਿੱਚ ਵੀ ਕੋਈ ਸਿਖਲਾਈਆਂ ਦੇ ਰਹੇ ਹੋ ਜਾਂ ਆਉਣ ਵਾਲੇ ਟਾਈਮ ਸਿਖਲਾਈਆਂ ਕੋਈ ਲੱਗਣ ਵਾਲੀਆਂ, ਉਹਦੇ ਬਾਰੇ ਜ਼ਿਕਰ ਕਰੀਏ। ਯੂਨੀਵਰਸਿਟੀ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਥਰੂ ਮਾਈਕਰੋਬਾਇਓਲੋਜੀ ਵਿਭਾਗ ਜਿਹੜਾ ਹੈ ਉਹ ਸਿਖਲਾਈ ਦਿੰਦਾ ਹੈ ਜੀ। ਇਹ ਸਾਲ ਵਿੱਚ 2 ਮਹੀਨਿਆਂ 'ਚ ਸਿਖਲਾਈ ਦਿੰਦਾ ਹੈ। ਇੱਕ ਅਪ੍ਰੈਲ ਜਾਂ ਮਈ ਦਾ ਮਹੀਨਾ ਹੈ ਜਿਸ ਵਿੱਚ ਗਰਮ ਖੁੰਬਾਂ ਲਈ ਸਿਖਲਾਈ ਦਿੱਤੀ ਜਾਂਦੀ ਹੈ ਜੀ। ਇਹ ਸਿਖਲਾਈ 2 ਦਿਨ ਦੀ ਹੈ ਜੀ। ਇਸ ਤੋਂ ਇਲਾਵਾ ਸਰਦ ਰੁੱਤ ਖੁੰਬਾਂ ਲਈ ਵੀ ਸਿਖਲਾਈ ਦਿੱਤੀ ਜਾਂਦੀ ਹੈ ਜੀ। ਜਿਹਦੇ ਵਿੱਚ 5 ਦਿਨਾਂ ਦੀ ਸਿਖਲਾਈ ਹੁੰਦੀ ਹੈ। ਜੀ। ਇਸ ਸਾਲ ਇਹ ਸਿਖਲਾਈ 7 ਤੋਂ 11 ਸਤੰਬਰ ਦੇ ਮਹੀਨਿਆਂ ਵਿੱਚ ਦਿਨਾਂ ਵਿੱਚ ਦਿੱਤੀ ਜਾ ਰਹੀ ਹੈ ਜੀ। ਤੇ ਜੀ। ਇਸ ਤੋਂ ਇਲਾਵਾ ਜਿਹੜੇ ਕਿਸਾਨ ਵੀਰ ਹਨ ਜੀ। ਉਹ ਅਗਰ ਸਿਖਲਾਈ ਲੈਣਾ ਚਾਹੁੰਦੇ ਹਨ ਤਾਂ ਉਹ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰਾਂ ਨਾਲ ਕੰਟੈਕਟ ਕਰ ਸਕਦੇ ਨੇ ਜੀ। ਤੇ 10-12 ਕਿਸਾਨ ਵੀਰ ਜਦੋਂ ਇਕੱਠੇ ਹੋ ਜਾਂਦੇ ਹਨ ਤਾਂ ਕ੍ਰਿਸ਼ੀ ਵਿਗਿਆਨ ਕੇਂਦਰ ਜਿਹੜੇ ਹਨ ਉਹ ਵੀ ਖੁੰਬਾਂ ਦੀ ਸਿਖਲਾਈ ਦਿੰਦੇ ਨੇ। ਸੋ ਕਹਿਣ ਦਾ ਮਤਲਬ ਇਹ ਕੋਈ ਜ਼ਰੂਰੀ ਨਹੀਂ ਹੈ, ਇਹ ਫਿਕਸ ਨਹੀਂ ਹੈ, ਇਹ ਨਿਰਧਾਰਤ ਨਹੀਂ ਹੈ ਵੀ ਇੰਨੀ ਤਰੀਕ ਤੋਂ ਅਸੀਂ ਸਿਖਲਾਈਆਂ ਸ਼ੁਰੂ ਕਰਨੀਆਂ। ਜੇ 10 12 15 ਸਾਡੇ ਕਿਸਾਨ ਨੇ, ਸਾਡੇ ਉਦਮੀ ਕਿਸਾਨ, ਸਾਡੇ ਨੌਜਵਾਨ ਜੋ ਉਹ ਇਕੱਠੇ ਹੋ ਜਾਣ ਤਾਂ ਉਦੋਂ ਵੀ ਇਹ ਸਿਖਲਾਈਆਂ ਦੀ ਵਿਉਂਤਬੰਦੀ ਕੀਤੀ ਜਾ ਸਕਦੀ ਹੈ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ। ਕ੍ਰਿਸ਼ੀ ਵਿਗਿਆਨ ਪੀਏਯੂ ਵਿੱਚ 2 ਮਹੀਨੇ ਨਿਰਧਾਰਿਤ ਹਨ। ਅਪ੍ਰੈਲ ਵਿੱਚ ਗਰਮ ਰੁੱਤ ਖੁੰਬਾਂ ਦੀ ਸਿਖਲਾਈ ਤੇ ਸਤੰਬਰ ਵਿੱਚ ਸਰਦ ਰੁੱਤ ਖੁੰਬਾਂ ਦੀ ਸਿਖਲਾਈ ਉਹ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਥਰੂ ਹੁੰਦੀ ਹੈ। ਸਕਿੱਲ ਡਿਵੈਲਪਮੈਂਟ ਸੈਂਟਰ ਯੂਨੀਵਰਸਿਟੀ ਦੇ ਵਿੱਚ ਹੈ? ਹਾਂਜੀ, ਯੂਨੀਵਰਸਿਟੀ ਦੇ ਵਿੱਚ ਹੈ। ਇਹਦੇ ਵਿੱਚ ਕਿਸਾਨ ਵੀਰ ਆਪਣੇ ਆਪ ਨੂੰ ਐਨਰੋਲ ਕਰਾ ਸਕਦੇ ਨੇ ਜੀ। ਇੱਕ ਸਾਈਟ ਹੈ www.pau.edu ਜੀ। ਉਸ ਦੇ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਲਿੰਕ ਹੈ ਜਿਹਦੇ ਵਿੱਚ ਜਾ ਕੇ ਉਹ ਆਪਣੇ ਆਪ ਨੂੰ ਐਨਰੋਲ ਕਰਾ ਸਕਦੇ ਨੇ। ਇਹ ਦੁਬਾਰਾ ਦੱਸਿਓ ਮੈਡਮ, ਇੱਕ ਵਾਰੀ ਪੀਏ ਦੀ ਵੈਬਸਾਈਟ ਜਿਹੜੀ ਤੁਸੀਂ ਗੱਲ ਕਰਦੇ ਹੋ? www.pau.edu ਜੀ। ਇਸ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਲਿੰਕ ਹੈ ਜੀ। ਜਿਹਦੇ ਵਿੱਚ ਜਾ ਕੇ ਕਿਸਾਨ ਵੀ ਆਪਣੇ ਆਪ ਨੂੰ ਐਨਰੋਲ ਕਰਾ ਸਕਦੇ ਨੇ ਜਿਹੜੀ ਜੀ। ਵੀ ਟ੍ਰੇਨਿੰਗ ਉਹ ਲੈਣਾ ਚਾਹੁੰਦੇ ਨੇ। ਜ਼ਰੂਰੀ ਨਹੀਂ ਖੁੰਬਾਂ ਲਈ, ਕਿਸੇ ਵੀ ਟ੍ਰੇਨਿੰਗ ਲਈ ਉਹ ਆਪਣੇ ਆਪ ਨੂੰ ਐਨਰੋਲ ਕਰਾ ਸਕਦੇ ਨੇ। ਜੀ। ਉਸ ਤੋਂ ਇਲਾਵਾ ਫੋਨ ਕਰਕੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਨੰਬਰ ਹੈ 0161 240 1960 ਤੇ ਐਕਸਟੈਂਸ਼ਨ ਹੈ 261। ਜੀ। ਇਸ ਵਿੱਚ ਵੀ ਕਾਲ ਕਰਕੇ ਉਹ ਆਪਣੇ ਆਪ ਨੂੰ ਐਨਰੋਲ ਕਰਾ ਸਕਦੇ ਨੇ। ਮੈਡਮ ਇੱਕ ਵਾਰ ਨੰਬਰ ਰਿਪੀਟ ਕਰਿਓ ਜੀ। ਹਾਂਜੀ, 0161 ਜੀ 240 1960 ਤੇ ਐਕਸਟੈਂਸ਼ਨ ਹੈ 261। 261 ਹਾਂਜੀ। ਕਹਿਣ ਦਾ ਮਤਲਬ ਇਹ ਯੂਨੀਵਰਸਿਟੀ ਐਕਸਚੇਂਜ ਦਾ ਨੰਬਰ ਹੋ ਗਿਆ 0161 2401 960 ਮਿਲਾ ਕੇ ਤੁਸੀਂ 261 ਨੰਬਰ ਮੰਗ ਲੈਣਾ ਵਾ ਤੇ ਉੱਥੇ ਜਾ ਕੇ ਤੁਸੀਂ ਇਹ ਸਕਿੱਲ ਡਿਵੈਲਪਮੈਂਟ ਸੈਂਟਰ ਤੁਹਾਡੀ ਗੱਲ ਹੋ ਜਾਂਦੀ ਹੈ ਤੇ ਤੁਸੀਂ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਹੋ ਤੇ ਉਸ ਵਾਰ ਸਿਖਲਾਈ ਬਾਰੇ ਜਿਵੇਂ ਵਿਉਂਤਬੰਦੀ ਹੁੰਦੀ ਰਹੂਗੀ ਤੁਹਾਨੂੰ ਨਾਲ ਵੀ ਇਨਫਾਰਮ ਕਰ ਦਿੱਤਾ ਜਾਊਗਾ। ਇਹੀ ਗੱਲ ਹੈ ਮੈਡਮ? ਹਾਂਜੀ ਜੀ। ਮੈਡਮ ਉਸ ਤੋਂ ਇਲਾਵਾ ਇੱਕ ਗੱਲ ਹੈ, ਤੁਸੀਂ ਜਿਹੜੀ ਟ੍ਰੇਨਿੰਗਾਂ ਦਿੰਦੇ ਹੋ ਉਹ ਤਾਂ ਐਡਵਾਂਸ ਸਟੇਜ ਦੀਆਂ ਟ੍ਰੇਨਿੰਗਾਂ ਤੁਸੀਂ ਇਹਨਾਂ ਨੂੰ ਮੁਹੱਈਆ ਕਰਨ ਦੇ ਜੋ ਵਿਭਾਗ ਵੱਲੋਂ ਕੀਤੀਆਂ ਜਾਂਦੀਆਂ। ਜੇ ਕੋਈ ਇਹ ਕੰਮ ਸ਼ੁਰੂ ਕਰ ਰਿਹਾ ਹੈ ਤਾਂ ਉਸ ਤੋਂ ਇਲਾਵਾ ਵੀ ਕੋਈ ਕਮਰਾ ਅਸੀਂ ਡਿਸਇਨਫੈਕਟ ਕਰਨਾ ਹੈ, ਉਹਦੇ ਲਈ ਕਿਹੜੀ ਦਵਾਈਆਂ ਨੂੰ ਧਿਆਨ ਰੱਖਣੀ ਪੈਂਦੀ ਹੈ? ਦਵਾਈਆਂ ਤਾਂ ਨਹੀਂ, ਇਹ ਹੈ ਕਿ ਕਮਰਾ ਸਾਫ਼ ਸੁਥਰਾ ਹੋਣਾ ਚਾਹੀਦਾ ਜੀ। ਹੈ। ਉਹ ਕਮਰਾ ਤੁਸੀਂ ਕਿਵੇਂ ਵੀ ਸਾਫ਼ ਸੁਥਰਾ ਕਰ ਸਕਦੇ ਹੋ, ਜਿਵੇਂ ਕਿ ਅਕਸਰ ਸੈਨੀਟਾਈਜ਼ਰ ਹਨ, ਜੀ। ਸੈਨੀਟਾਈਜ਼ ਕਰ ਸਕਦੇ ਹੋ। ਬਟ ਜਿਹੜੀ ਮੇਨ ਗੱਲ ਹੈ ਜਿਸ ਕਮਰੇ ਵਿੱਚ ਖੁੰਬਾਂ ਤੁਸੀਂ ਲਗਾਉਣੀਆਂ ਨੇ ਜੀ। ਉਹ ਕਮਰਾ ਹਵਾਦਾਰ ਹੋਣਾ ਚਾਹੀਦਾ ਹੈ। ਆਮਨੇ ਸਾਹਮਣੇ ਖਿੜਕੀ ਤੇ ਦਰਵਾਜ਼ਾ ਹੋਣਾ ਚਾਹੀਦਾ ਹੈ ਤਾਂ ਕਿ ਹਵਾ ਜਿਹੜੀ ਹੈ ਉਹਦੀ ਕ੍ਰੋਸਿੰਗ ਹੋ ਸਕੇ। ਜੀ। ਉਸ ਤੋਂ ਇਲਾਵਾ ਸਿੱਧੀ ਧੁੱਪ ਨਹੀਂ ਹੋਣੀ ਚਾਹੀਦੀ ਹੈ। ਜੀ। ਇਹ ਮੇਨ ਗੱਲਾਂ ਹਨ ਜਿਹਦੇ ਲਈ ਖੁੰਬਾਂ ਦਾ ਕਮਰਾ ਤਿਆਰ ਕੀਤਾ ਜਾ ਸਕਦਾ ਹੈ। ਜੀ। ਅੱਛਾ ਮੈਡਮ ਇੱਕ ਚੀਜ਼ ਦੱਸਿਓ, ਜੇ ਕਿਸੇ ਕੋਲ ਜ਼ਮੀਨ ਦੀ ਘਾਟ ਹੈ ਜਾਂ ਜਿਵੇਂ ਵੀ ਇਹਦੇ ਲਈ ਸਪੇਸ ਚਾਹੀਦੀ ਹੈ, ਕਿ ਇਹ ਸ਼ੈਲਫਾਂ ਤੇ ਵੀ ਇਹਦੀ ਮੁਕੀ ਪੈਦਾਵਾਰ ਕੀਤੀ ਜਾ ਸਕਦੀ ਹੈ? ਹਾਂਜੀ। ਮਸ਼ਰੂਮ ਜਾਂ ਖੁੰਬਾਂ ਉਗਾਉਣ ਲਈ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਬਹੁਤ ਜ਼ਿਆਦਾ ਸਪੇਸ ਚਾਹੀਦੀ ਹੈ। ਜੀ। ਕਮਰੇ ਵਿੱਚ ਵੀ ਤੁਸੀਂ ਖੁੰਬਾਂ ਉਗਾ ਸਕਦੇ ਹੋ। ਜੀ। ਤੁਸੀਂ ਸ਼ੈਲਫਾਂ ਬਣਾ ਸਕਦੇ ਹੋ। ਸ਼ੈਲਫਾਂ ਉੱਤੇ ਕੰਪੋਸਟ ਦੇ ਬੈਗ ਜਾਂ ਜੀ। ਲਿਫਾਫੇ ਤੁਸੀਂ 3 ਕਿਲੋ ਦੇ ਜਾਂ 5 ਕਿਲੋ ਦੇ ਭਰ ਕੇ ਰੱਖ ਸਕਦੇ ਹੋ ਤਾਂ ਘੱਟ ਜਗ੍ਹਾ ਵਿੱਚ ਵੀ ਤੁਸੀਂ ਜ਼ਿਆਦਾ ਖੁੰਬਾਂ ਜਿਹੜੀਆਂ ਨੇ ਉਹ ਉਗਾ ਸਕਦੇ ਹੋ। ਜੀ।
ਤੇ ਮੈਡਮ ਇਹ ਜਿਹੜੀ ਕੰਪੋਸਟ ਤਿਆਰ ਕਰਨੀ ਹੈ ਉਹਦੇ ਵਿੱਚ ਕਈ ਤਰ੍ਹਾਂ ਦਾ ਸਮੱਗਰੀ ਦੀ ਆਪਾਂ ਨੂੰ ਲੋੜ ਪੈਂਦੀ ਹੈ ਤੇ ਉਹਦੇ ਲਈ ਕੋਈ ਕਿਤਾਬਚਾ ਯੂਨੀਵਰਸਿਟੀ ਵੱਲੋਂ ਮੁਹੱਈਆ ਕਰਾਇਆ ਜਾ ਰਿਹਾ ਹੈ? ਹਾਂਜੀ ਯੂਨੀਵਰਸਿਟੀ ਵੱਲੋਂ ਖੁੰਬਾਂ ਦੀ ਸਿਖਲਾਈ ਲਈ ਕਿਤਾਬ ਜਿਹੜੀ ਹੈ ਉਹ PAU ਦੇ ਗੇਟ ਨੰਬਰ 1 ਜਾਂ ਕਮਿਊਨੀਕੇਸ਼ਨ ਸੈਂਟਰ ਤੋਂ ਮਿਲਦੀ ਹੈ। ਉਸ ਵਿੱਚ ਸਾਰੀ ਖੁੰਬਾਂ ਦੀ ਸਿਖਲਾਈ ਦੇ ਬਾਰੇ ਵਿੱਚ ਪੂਰਾ ਵਿਸਤਾਰਪੂਰਵਕ ਦਿੱਤਾ ਹੋਇਆ ਹੈ। ਅੱਛਾ ਮੈਡਮ, ਉਸ ਤੋਂ ਇਲਾਵਾ ਮੈਂ ਆਪਣੇ ਸਬਸਕ੍ਰਾਈਬਰਾਂ ਨੂੰ ਤੁਹਾਡੇ ਵੀ ਮੂਹਰੇ ਜਾਣੂ ਕਰਵਾਉਣਾ ਚਾਹੂੰਗਾ, ਜਿਹੜੇ ਸ਼ਹਿਰ ਦੇ ਵਿੱਚ ਵੀ ਪ੍ਰੋਟੀਨ ਦਾ ਚੰਗਾ ਸੋਮਾ ਹੁੰਦੀਆਂ ਨੇ ਖੁੰਬਾਂ, ਤੇ ਉਹ ਜੇ ਮੰਨ ਲਓ ਇੱਕ ਕੰਪੋਸਟ ਉਹ ਨਹੀਂ ਤਿਆਰ ਕਰ ਸਕਦੇ, ਸਪਾਉਨ ਉਹ ਨਹੀਂ ਮੁਕੀ ਲਿਆ ਸਕਦੇ, ਤਾਂ ਬਣਿਆ ਬਣਾਇਆ ਕੰਪੋਸਟ ਉਹਦੇ ਵਿੱਚ ਇਹਦਾ ਬੀ ਹੋਵੇ ਤੇ ਉਹਦੇ ਕੋਈ ਜਿਹੜੇ ਲਿਫਾਫਿਆਂ ਦਾ ਤੁਸੀਂ ਤਿਆਰ ਕੀਤਾ ਉਦਮ ਕੀਤਾ ਵਾ ਵੀ ਸ਼ਹਿਰੀ ਖਪਤ ਦੇ ਲਈ, ਉਹਦੇ ਬਾਰੇ ਜ਼ਰੂਰ ਜ਼ਿਕਰ ਕਰੋ। ਹਾਂਜੀ, ਵਿਭਾਗ ਵੱਲੋਂ ਰੈਡੀ ਟੂ ਯੂਜ਼ ਕੰਪੋਸਟ ਬੈਗ ਵੀ ਦਿੱਤੇ ਜਾਂਦੇ ਹਨ, ਜਿਹੜੀ 3 ਕਿਲੋ ਦੀ ਪੈਕਿੰਗ ਹੁੰਦੀ ਹੈ। ਇਹ ਇੱਕ ਬੈਗ 50 ਰੁਪਏ ਦਾ ਹੁੰਦਾ ਹੈ, ਜਿਹੜੇ ਕਿਸਾਨ ਵੀਰ ਵਿਭਾਗ ਵੱਲੋਂ ਲੈ ਸਕਦੇ ਹਨ। ਇਹਨਾਂ ਬੈਗਾਂ ਦੇ ਵੀ 1 ਮਹੀਨਾ ਪਹਿਲੇ ਬੁਕਿੰਗ ਕਰਾਉਣਾ ਜ਼ਰੂਰੀ ਹੈ ਤੇ ਬੁਕਿੰਗ ਤੋਂ ਬਾਅਦ ਬੈਗ ਜਿਹੜੇ ਹਨ ਉਹ ਮੁਹੱਈਆ ਕਰਾ ਦਿੱਤੇ ਜਾਂਦੇ ਹਨ। ਫਿਰ ਇੱਕ ਬੈਗ ਤੋਂ 2 ਤੇ 3 ਕਿਲੋ ਤੱਕ ਮਸ਼ਰੂਮ ਦੀ ਫਸਲ ਜਿਹੜੀ ਹੈ ਉਹ ਲਈ ਜਾ ਸਕਦੀ ਹੈ। ਜੀ ਸੋ ਕਹਿਣ ਦਾ ਮਤਲਬ ਇਹ ਹੈ, ਆਪਣੀ ਪ੍ਰੋਟੀਨ ਦੀ ਲੋੜ ਦੇ ਲਈ ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਖੁੰਬਾਂ ਇੱਕ ਚੰਗਾ ਸੋਮਾ ਹੈ ਤੇ ਉਹਦੇ ਲਈ ਅਸੀਂ ਜੇ ਕਾਸ਼ਤਲੀਟ ਸਿਖਲਾਈਆਂ ਲੈਣੀਆਂ ਤੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹੇ ਜੋ ਕ੍ਰਿਸ਼ੀ ਵਿਗਿਆਨ ਕੇਂਦਰ ਸਥਾਪਿਤ ਨੇ ਉੱਥੇ ਤੁਸੀਂ ਬੜੇ ਸੁਖਾਲੇ ਤਰੀਕੇ ਨਾਲ ਪਹੁੰਚ ਸਕਦੇ ਹੋ। ਉਸ ਤੋਂ ਇਲਾਵਾ ਜੇ PAU ਦੇ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਹੈ ਉਹਦੇ ਤੱਕ ਜੇ ਰਾਬਤਾ ਕਾਇਮ ਕਰਨਾ ਹੈ, ਬੜੇ ਵਧੀਆ ਤਰੀਕੇ ਦੇ ਨਾਲ ਉੱਥੇ ਵੀ ਰਾਬਤਾ ਕਾਇਮ ਕੀਤਾ ਜਾ ਸਕਦਾ, ਸਿਖਲਾਈਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ। 50 ਰੁਪਏ ਦਾ ਸ਼ਹਿਰੀ ਆਪਾਂ ਜੇ ਕਹੀਏ ਵੀ ਖਪਤ ਦੇ ਲਈ, ਕਿਉਂਕਿ ਉਹਦੇ 4-5 ਆਪਾਂ ਕਹੀਏ ਵੀ ਕਟਿੰਗਸ ਬੜੀਆਂ ਸੁਖਾਲੇ ਤਰੀਕੇ ਨਾਲ ਮਿਲ ਜਾਂਦੀਆਂ, ਉਹ ਲਿਫਾਫਾ ਵੀ 50 ਰੁਪਏ ਦਾ ਉਪਲਬਧ ਕਰਵਾਇਆ ਜਾਂਦਾ ਹੈ। ਹਰ ਤਰੀਕੇ ਦੇ ਨਾਲ ਤੁਸੀਂ ਇਹਦੇ ਬਾਰੇ ਜੇ ਕੋਈ ਜਾਣਕਾਰੀ ਪ੍ਰਾਪਤ ਕਰਨੀ ਹੈ, ਹੋਰ ਤੁਸੀਂ ਵੱਡੇ ਲੈਵਲ ਦੀ ਇਸ ਨੂੰ ਵੀ ਸਹਾਇਤਾ ਦੇ ਨੂੰ ਅੱਗੇ ਲੈ ਕੇ ਜਾਣਾ ਤੇ ਤੁਸੀਂ ਮੈਡਮ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਤੁਸੀਂ ਉਹ ਨੰਬਰ ਤੇ ਰਾਬਤਾ ਕਾਇਮ ਕਰ ਲੈਣਾ। ਮੈਡਮ ਤੁਸੀਂ ਆਪਣਾ ਨੰਬਰ ਵੀ ਦੱਸੋ ਜੀ। ਨੰਬਰ ਹੈ 89689 89689 34869 ਹਾਂਜੀ 8968934869। ਮੈਂ ਰਿਪੀਟ ਕਰ ਰਿਹਾ 8968934869। ਸੋ ਆਪ ਜੀ ਨੂੰ ਖੁੰਬਾਂ ਬਾਬਤ ਕੋਈ ਵੀ ਸਿਖਲਾਈ ਦੀ ਲੋੜ ਹੈ ਜਾਂ ਹੋਰ ਤੁਸੀਂ ਇਸ ਸਹਾਇਕ ਤੰਤਰ ਬਣਾਉਣਾ ਤਾਂ ਤੁਸੀਂ ਇਸ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ। ਮੈਡਮ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ, ਧੰਨਵਾਦ ਤੁਹਾਡਾ, ਤੁਸੀਂ ਬੜੀ ਬੋਲੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਸਵਾਗਤ ਕਰਨਾ ਡਾਕਟਰ ਹਰਪ੍ਰੀਤ ਦਾ, ਕਿਉਂਕਿ ਬੜੇ ਸਵਾਲ ਸਾਨੂੰ ਲੋਕੀ ਮੇਲ ਰਾਹੀਂ, ਫੇਸਬੁੱਕ ਰਾਹੀਂ, ਮਿਸ ਕਾਲ ਨੰਬਰ ਰਾਹੀਂ ਉਹ ਪ੍ਰਾਪਤ ਹੋਏ ਸਨ। ਉਹਦੇ ਫਾਲ ਆਰਮੀ ਵਾਲ ਅਸੀਂ ਪਿਛਲੇ ਸੈਸ਼ਨ ਦੇ ਵਿੱਚ ਡਾਕਟਰ ਜਵਾਲਾ ਜਿੰਦਲ ਜੀ ਨੂੰ ਵੀ ਨਿਯੁਕਤ ਦਿੱਤਾ ਸੀਗਾ, ਉਹ ਸਾਡੇ ਵਿੱਚ ਵੀ ਸ਼ਾਮਲ ਸੀ। ਫਾਲ ਆਰਮੀ ਵਾਰ ਦੇ ਬਾਰੇ ਅਸੀਂ ਜਾਣਕਾਰੀ ਪ੍ਰਾਪਤ ਕਰਾਂਗੇ ਡਾਕਟਰ ਹਰਪ੍ਰੀਤ ਕੌਰ ਜੀ ਤੋਂ। ਮੈਡਮ ਪਹਿਲਾਂ ਤਾਂ ਆਪ ਜੀ ਦਾ ਸਵਾਗਤ ਹੈ ਜੀ। ਮੈਡਮ ਇਹ ਹਰਪ੍ਰੀਤ ਕੌਰ ਮੈਡਮ ਇਹ ਦੱਸਿਓ, ਇਹ ਫਾਲ ਆਰਮੀ ਵਾਰਮ ਇਹ ਕੀੜਾ ਹੈ ਕੀ, ਇਹ ਕਿੱਥੋਂ ਆਇਆ ਤੇ ਕਿਵੇਂ ਵੀ ਆਪਾਂ ਇਹਨੂੰ ਕਾਬੂ ਕਰ ਸਕਦੇ ਹਾਂ? ਹਾਂਜੀ, ਜਿਵੇਂ ਕਿ ਪਹਿਲਾਂ ਵੀ ਪਿਛਲੇ ਹਫ਼ਤੇ ਦੇ ਵਿੱਚ ਦੱਸ ਕੇ ਗਏ ਨੇ ਸਾਡੇ ਹੋਰ ਕੀਟ ਵਿਗਿਆਨੀ ਕਿ ਮੱਕੀ ਦੇ ਉੱਤੇ ਇਹ ਕੀੜਾ ਬਹੁਤ ਅਸਰ ਕਰਦਾ ਹੈ। ਫਾਲ ਆਰਮੀ ਵਾਰਮ ਇੱਕ ਨਵਾਂ ਕੀੜਾ ਹੈ ਜਿਹੜਾ ਪੰਜਾਬ ਦੇ ਵਿੱਚ ਪਿਛਲੇ ਸਾਲ ਆਇਆ ਸੀ ਸਤੰਬਰ ਦੇ ਅਖੀਰ ਦੇ ਵਿੱਚ ਚਾਰੇ ਵਾਲੀ ਫਸਲ ਤੇ ਮੱਕੀ ਦੇ ਦਾਣੇ ਵਾਲੀ ਮੱਕੀ ਤੇ ਥੋੜਾ ਜਿਹਾ ਪਹਿਲਾਂ ਅੱਧ ਅਗਸਤ ਦੇ ਵਿੱਚ ਆਇਆ ਸੀ। ਫਿਰ ਕਿਉਂਕਿ ਇਹ ਕੀੜਾ ਡਾਕਟਰ ਸਾਹਿਬ ਇਹ ਸਰਦੀ ਨਹੀਂ ਸਹਾਰਦਾ, ਇਸ ਕਰਕੇ ਜਨਵਰੀ ਦੇ ਵਿੱਚ ਫਿਰ ਇਹ ਕੀੜਾ ਸਾਨੂੰ ਨਹੀਂ ਦੇਖਣ ਦੇ ਵਿੱਚ ਮਿਲਿਆ ਤੇ ਹੁਣ ਅੱਧ ਜੂਨ ਤੋਂ ਦੇਖਿਆ ਜਾ ਰਿਹਾ ਕਿ ਦਾਣੇ ਵਾਲੀ ਮੱਕੀ ਦੇ ਵਿੱਚ ਇਹ ਕੀੜਾ ਫਿਰ ਆ ਰਿਹਾ ਹੈ। ਤੇ ਹੁਣ ਕਿਉਂਕਿ ਇਸ ਕੀੜੇ ਦੇ ਲਈ ਵਧਣ ਫੁੱਲਣ ਲਈ ਜੋ ਤਾਪਮਾਨ ਸਤੰਬਰ ਅਕਤੂਬਰ ਦੇ ਮਹੀਨੇ ਦਾ ਹੈ ਉਹ ਬਹੁਤ ਹੀ ਅਨੁਕੂਲ ਹੈ ਤੇ ਦਾਣਿਆਂ ਵਾਲੀ ਫਸਲ ਤੋਂ ਬਾਅਦ ਹੁਣ ਇਹ ਚਾਰੇ ਵਾਲੀ ਮੱਕੀ ਦੇ ਉੱਪਰ ਇਹਦਾ ਹਮਲਾ ਥੋੜਾ ਜਿਹਾ ਵਧਣ ਦੀ ਕਾਫੀ ਸੰਭਾਵਨਾ ਹੈ ਜੀ। ਸੋ ਇਸ ਕਰਕੇ ਸਭ ਤੋਂ ਮੇਨ ਗੱਲ ਤਾਂ ਇਹ ਹੈ ਕਿ ਪਹਿਲਾਂ ਇਸ ਕੀੜੇ ਦੀ ਸਾਨੂੰ ਪਛਾਣ ਜ਼ਰੂਰ ਹੋਵੇ ਕਿ ਇਹ ਕੀੜਾ ਕਿਸ ਤਰ੍ਹਾਂ ਦਾ ਹੈ, ਸੁੰਡੀ ਕਿਸ ਤਰ੍ਹਾਂ ਦੀ ਹੈ। ਸੋ ਪਹਿਲੀ ਗੱਲ ਇਹ ਕਿ ਇਹ ਸੁੰਡੀ ਜੋ ਹੈ ਇਸ ਦੇ ਸਿਰ ਵਾਲੇ ਪਾਸੇ ਵਾਈ ਅੱਖਰ ਜੋ ਅੰਗਰੇਜ਼ੀ ਦਾ ਹੈ ਉਸ ਦੇ ਅੰਗਰੇਜ਼ੀ ਦੇ ਵਾਈ ਅੱਖਰ ਦਾ ਉਲਟਾ ਨਿਸ਼ਾਨ ਹੈ ਜੋ ਚਿੱਟੇ ਰੰਗ ਦਾ ਹੈ ਸਿਰ ਵਾਲੇ ਪਾਸੇ। ਇਸੇ ਤਰ੍ਹਾਂ ਇਹਦੇ ਪਿਛਲੇ ਪਾਸੇ ਯਾਨੀ ਕਿ ਪੂੰਛ ਵਾਲੇ ਪਾਸੇ 4 ਬਿੰਦੂ ਨੇ ਜੋ ਕਿ ਇੱਕ ਚੌਰਸਾਕਾਰ ਨਿਸ਼ਾਨ ਬਣਾਉਂਦੇ ਹਨ। ਤੇ ਇਹ ਕੀੜਾ ਫਿਰ ਜੋ ਨੁਕਸਾਨ ਕਰਨ ਦਾ ਢੰਗ ਹੈ, ਜਿਹੜਾ ਪਹਿਲਾਂ ਇੱਕ ਮੱਕੀ ਦਾ ਆਮ ਕੀੜਾ ਹੈ ਜੋ ਤਣੇ ਦਾ ਗੜੂਆ ਹੈ ਜੋ ਪਹਿਲਾਂ ਜੂਨ ਵਗੈਰਾ ਦੇ ਮਹੀਨੇ ਦੇ ਵਿੱਚ ਜ਼ਿਆਦਾ ਅਸਰ ਕਰਦਾ ਹੈ, ਉਸ ਨਾਲ ਇਹਦਾ ਤਰੀਕਾ ਢੰਗ ਨੁਕਸਾਨ ਦਾ ਕਾਫੀ ਫਰਕ ਹੈ। ਉਹਦੇ ਵਿੱਚ ਡੈਡ ਹਾਰਟਸ ਯਾਨੀ ਗੋਹ ਸੁੱਕਦੀ ਸੀ ਤੇ ਇਹਦੇ ਵਿੱਚ ਜੋ ਹੈ ਇਹ ਕੀੜਾ ਪਹਿਲਾਂ ਤਾਂ ਇਹ ਜੋ ਮਾਦਾ ਪਤੰਗਾ ਹੈ ਇਹ
ਐਗ ਮਾਸ ਦਿੰਦਾ, ਯਾਨੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇੱਕ ਪੱਤੇ ਦੇ ਕਿਸੇ ਉੱਪਰਲੇ ਜਾਂ ਹੇਠਲੇ ਪਾਸੇ ਆਂਡੇ ਦਿੰਦੀ ਹੈ ਜੀ। ਇਸ ਦੇ ਵਿੱਚ ਫਿਰ ਜਿਹੜੀਆਂ ਸੈਂਕੜਿਆਂ ਦੀ ਗਿਣਤੀ ਵਿੱਚ ਇੱਕਦਮ ਸੁੰਡੀਆਂ ਨਿਕਲਦੀਆਂ ਹਨ, ਛੋਟੀਆਂ ਸੁੰਡੀਆਂ, ਪਹਿਲਾਂ ਤਾਂ ਉਹ ਪੱਤੇ ਦਾ ਹਰਾ ਮਾਦਾ ਖੁੱਚ ਕੇ ਥੋੜਾ ਜਿਹਾ ਕਾਗਜ਼ੀ ਨਿਸ਼ਾਨ ਬਣਾਉਂਦੀਆਂ ਜੀ ਜੀ। ਤੇ ਫਿਰ ਜਿਵੇਂ ਸੁੰਡੀ ਵੱਡੀ ਹੁੰਦੀ ਹੈ ਤਾਂ ਫਿਰ ਬਹੁਤ ਜ਼ਿਆਦਾ, ਜਿਸ ਤਰ੍ਹਾਂ ਬਹੁਤ ਮਲ ਮੂਤਰ ਤਿਆਗ ਕੇ ਬਹੁਤ ਜ਼ਿਆਦਾ ਬਿੱਠਾਂ ਆਪਾਂ ਦੇਖ ਸਕਦੇ ਹਾਂ ਕਿ ਪੱਤੇ ਬਹੁਤ ਖਾਦੇ ਹੋਏ ਹਨ ਤੇ ਬਹੁਤ ਬਿੱਠਾਂ ਦਿਸਦੀਆਂ ਨੇ, ਇਹ ਜੀ। ਇਸ ਦੀ ਪਛਾਣ ਹੈ ਜੀ ਤੇ ਜਿਹੜਾ ਸਰਵੇਖਣ ਹੈ ਉਹ ਬਹੁਤ ਜ਼ਰੂਰੀ ਹੈ ਖੇਤਾਂ ਦੇ ਵਿੱਚ, ਤਾਂ ਜੋ ਅਸੀਂ ਸਮੇਂ ਸਿਰ ਦੇਖ ਲਈਏ ਕਿ ਜੇ ਅੰਡੇ ਦਿੱਤੇ ਹੋਏ ਹੀ ਅਸੀਂ ਲੱਭ ਸਕੀਏ ਜੀ। ਤੇ ਉਹਨਾਂ ਨੂੰ ਨਸ਼ਟ ਕਰ ਦਈਏ ਤਾਂ ਇੱਕ ਤਾਂ ਰੋਕਥਾਮ ਵੀ ਅਸੀਂ ਕਰ ਸਕਦੇ ਹਾਂ ਜੀ। ਇਹ ਚਾਰੇ ਵਾਲੀ ਫਸਲ 'ਚ ਹੋਰ ਵੀ ਜ਼ਰੂਰੀ ਹੈ ਤਾਂ ਕਿ ਆਪਣਾ ਇਹ ਉਦੇਸ਼ ਹੁੰਦਾ ਕਿ ਅਸੀਂ ਘੱਟ ਤੋਂ ਘੱਟ ਸਪਰੇਆਂ ਕਰਕੇ ਆਪਣਾ ਬਚਾਅ ਕਰ ਸਕੀਏ। ਜੀ ਜੀ। ਪਰ ਰੋਕਥਾਮ ਦੀ ਜਿੱਥੇ ਗੱਲ ਆਏਗੀ ਤਾਂ ਇੱਕ ਤਾਂ ਅੰਡੇ ਚਲੋ ਹੋ ਸਕਦਾ ਨਾ ਦੇਖ ਮੈਂ ਸਕੀਏ। ਉਸ ਤੋਂ ਪਹਿਲਾਂ ਮੈਂ ਥੋੜੀ ਜਿਹੀ ਇਹ ਜਾਣਕਾਰੀ ਤੁਹਾਡੇ ਕੋਲ ਵੀ ਸਾਂਝੀ ਕਰਨੀ ਚਾਹੁੰਦਾ ਸੀ। ਇਹ ਕੋਈ ਸਰਵੇਖਣ ਜਿਹੜਾ ਹੈ, ਉਹ ਕਿੰਨਾ ਕੁ ਮਹੱਤਵ ਰੱਖਦਾ ਹੈ ਇਹ ਕੀੜੇ ਦਾ ਕੰਮ ਕਰਦੇ ਨੇ? ਹਾਂਜੀ, ਵੈਸੇ ਤਾਂ ਸਰਵੇਖਣ ਸਾਰੇ ਕੀਟ ਪ੍ਰਬੰਧ ਵਾਸਤੇ ਬਹੁਤ ਇੱਕ ਮੁੱਖ ਜੀ। ਹੈ ਜਿਹੜੀ ਧਿਆਨ ਦੇਣ ਵਾਲਾ ਨੁਕਤਾ, ਪਰ ਇਸ ਕੀੜਾ ਵਾਸਤੇ ਹੋਰ ਵੀ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਜਿਵੇਂ ਮੈਂ ਹੁਣੇ ਦੱਸਿਆ ਕਿ ਛੋਟੀਆਂ ਸੁੰਡੀਆਂ ਨੂੰ ਵੀ ਜੇ ਅਸੀਂ ਫੜ ਲਵਾਂਗੇ ਜੀ ਤੇ ਸਰਵੇਖਣ ਕਰੀਏ ਤੇ ਖੇਤ ਦੇ ਵਿੱਚ ਇੱਕ ਜਿਵੇਂ W ਦੇ ਆਕਾਰ ਦੇ ਵਿੱਚ ਇਸ ਤਰ੍ਹਾਂ ਤੁਰੀਏ, ਜੀ। ਇੱਕ ਪੈਟਰਨ ਸਿੱਧੀ ਲਾਈਨ ਜਾਂ ਇੱਕ ਕੋਨੇ ਤੇ ਨਾ ਦੇਖੀਏ, ਜੀ। ਸਾਰੇ ਖੇਤ ਦੇ ਵਿੱਚ ਫਿਰ ਕੇ ਦੇਖੀਏ, ਜੇ ਸਾਨੂੰ ਦਿਸਦਾ ਵੀ ਕੀੜਾ ਆ ਗਿਆ ਜੀ। ਤਾਂ ਉਸੇ ਵੇਲੇ ਕੀਟ ਪ੍ਰਬੰਧ ਜੋ ਹੈ ਆਪਾਂ ਨੂੰ ਸ਼ੁਰੂਆਤ ਕਰ ਲੈਣੀ ਸੋ ਹੈ। ਖੇਤ ਦੇ ਵਿੱਚ ਆਪ W ਦੇ ਆਕਾਰ ਦੇ ਵਿੱਚ ਆਪਾਂ ਤੁਰਨਾ। ਹਾਂਜੀ, ਉੱਥੇ ਹਰੇਕ W ਦੀ ਇੱਕ ਲਾਈਨ ਦੇ ਵਿੱਚ ਜੇ 5 ਸਪੌਟ ਦੇਖ ਲਵਾਂਗੇ, 5 ਬੂਟੇ, ਜੀ ਫਿਰ ਇਸ ਤਰ੍ਹਾਂ ਔਸਤ ਕੱਢ ਕੇ ਸਾਨੂੰ ਪਤਾ ਵੀ ਲੱਗ ਜਾਂਦਾ ਵੀ ਕਿੰਨਾ ਕੁ ਕੀੜਾ ਆ ਗਿਆ ਹੈ। ਜੀ ਜੀ ਜੀ। ਪਰ ਕਿਉਂਕਿ ਇਹ ਕੀੜਾ ਬਹੁਤ ਨੁਕਸਾਨ ਕਰਨ ਦੀ ਸੰਭਾਵਨਾ ਰੱਖਦਾ ਹੈ, ਇਸ ਲਈ ਦਿਸਦੇ ਸਾਰ ਹੀ ਕੋਈ ਨਾ ਕੋਈ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ। ਜੀ ਜੀ। ਤੇ ਤੁਸੀਂ ਮੈਡਮ ਇਹਦੀ ਉਹ ਦੱਸ ਰਹੇ ਸੀ ਕਿ ਆਪਾਂ ਰੋਕਥਾਮ ਕਿੱਦਾਂ ਕਰਨੀ? ਹਾਂਜੀ, ਰੋਕਥਾਮ ਦੇ ਵਿੱਚ ਕੀਟ ਪ੍ਰਬੰਧ ਦੇ ਵਿੱਚ ਛਿੜਕਾਅ ਕਰਦੇ ਹਾਂ ਆਪਾਂ। ਸਭ ਤੋਂ ਪਹਿਲਾਂ ਤਾਂ ਉਸੇ ਰਾਹ ਤੇ ਨਾ ਜਾਈਏ, ਚਾਰੇ ਵਾਲੀ ਫਸਲ 'ਚ ਪਹਿਲਾਂ ਤਾਂ ਆਂਡਿਆਂ ਦੇ ਝੁੰਡ ਮਾਰਨ ਦੀ ਕੋਸ਼ਿਸ਼ ਕਰੀਏ ਜੀ। ਔਰ ਗੈਰ ਰਸਾਇਣਿਕ ਢੰਗ ਅਪਣਾ ਸਕਦੇ ਹਾਂ, ਜਿਵੇਂ ਕਿ ਜਿਹੜਾ ਪਹਿਲਾਂ ਆਪਾਂ ਕਰਦੇ ਸੀ ਵੀ ਮੱਕੀ ਸਾਰਾ ਸਾਲ ਹੀ ਲਾਈ ਜਾਂਦੇ ਆ, ਮਾਰਚ ਤੋਂ ਲੈ ਕੇ ਸਤੰਬਰ ਤੱਕ ਲੱਗਦੀ ਹੈ ਚਾਰੇ ਵਾਲੀ ਮੱਕੀ। ਜੀ ਜੀ। ਜੇ ਹੁਣ ਅਸੀਂ ਕੋਸ਼ਿਸ਼ ਕਰੀਏ ਕਿ ਇਹਨੂੰ ਅੱਧ ਅਪ੍ਰੈਲ ਤੋਂ ਲੈ ਕੇ ਅੱਧ ਅਗਸਤ ਤੱਕ ਸੀਮਿਤ ਕਰੀਏ, ਵੀ ਹੁਣ ਜੋ ਸਮਾਂ ਹੈ ਹੁਣ ਮੱਕੀ ਨਾ ਲਾਈਏ, ਮੇਰੀ ਇਹੀ ਸਿਫਾਰਿਸ਼ ਹੈ ਕਿ ਹੁਣ ਮੱਕੀ ਨਾ ਲਾਈਏ, ਜੀ। ਤਾਂ ਕਿ ਜੋ ਕੀੜੇ ਦਾ ਇਹ ਫੈਲਾਅ ਆ ਵੱਧਦਾ ਹੈ ਅੱਗੇ ਹੁਣ ਥੋੜਾ ਜਿਹਾ ਇਹਨੂੰ ਰੋਕ ਸਕੀਏ। ਜੀ ਜੀ। ਔਰ ਕਿਉਂਕਿ ਇਸ ਕੀੜੇ ਨੂੰ ਜੋ ਹੈ 10 ਤੋਂ 40 ਦਿਨ ਦੀ ਫਸਲ, ਜਿਹੜੀ ਛੋਟੀ ਫਸਲ ਹੈ, ਉਹ ਬਹੁਤ ਪਸੰਦ ਹੈ ਜੀ। ਤੇ ਉਸ ਸਟੇਜ ਤੇ ਇਹ ਹਮਲਾ ਕਾਫੀ ਜ਼ਿਆਦਾ ਕਰਦਾ ਹੈ। ਜੀ ਜੀ। ਸੋ ਇੱਕ ਤਾਂ ਜੇ ਸਿਆੜਾਂ ਦੇ ਵਿੱਚ ਬੀਜ ਲਈਏ ਚਾਰੇ ਵਾਲੀ ਫਸਲ, ਜੀ। ਤਾਂ ਥੋੜੀ ਜੀ ਛਿੜਕਾਅ ਦੀ ਆਸਾਨੀ ਹੋ ਜਾਂਦੀ ਹੈ, ਜੀ। ਪਲੱਸ ਵੈਸੇ ਵੀ ਦੇਖਿਆ ਗਿਆ ਕਿ ਕੀੜਾ ਘੱਟ ਆਉਂਦਾ ਹੈ। ਜੀ ਤੇ ਜੀ। ਜੇ ਸੋਲ ਜਾਂ ਨਿਰੋਲ ਅਸੀਂ ਮੱਕੀ ਦੀ ਫਸਲ ਬੀਜਦੇ ਹਾਂ, ਉੱਥੇ ਵੀ ਚਾਰੇ ਵਾਲੀ ਫਸਲ ਦੇ ਵਿੱਚ ਇਸ ਸੁੰਡੀ ਦੀ ਜ਼ਿਆਦਾ ਤਾਦਾਦ ਵਿੱਚ ਪਾਈ ਗਈ ਹੈ। ਇਸ ਦੀ ਬਜਾਏ ਜੇ ਅਸੀਂ ਮਿਸ਼ਰਤ ਚਾਰੇ ਦੀ ਕੋਸ਼ਿਸ਼ ਕਰੀਏ, ਜੀ। ਜਿਵੇਂ ਕਿ ਬਾਜਰਾ ਰਲਾ ਕੇ ਬੀਜ ਲਈਏ, ਜੀ। ਜਾਂ ਫਿਰ ਜਿਹੜੀ ਰਵਾਹ ਹੈ ਜੇ ਉਹ ਰਲਾ ਕੇ ਬੀਜੀ ਜਾ ਸਕੇ, ਤਾਂ ਜੀ। ਮਿਸ਼ਰਤ ਚਾਰੇ ਦੇ ਵਿੱਚ ਦੇਖਿਆ ਗਿਆ ਹੈ ਕਿ ਇਹ ਸੁੰਡੀ ਥੋੜਾ ਜਿਹਾ ਜਿਹੜਾ ਇਹਦੀ ਹੈ ਅਸਰ ਜੀ। ਜਾਂ ਨੁਕਸਾਨ ਕਰਨ ਦੀ ਕਪੈਸਿਟੀ ਹੈ ਜੋ ਘੱਟ ਹੁੰਦੀ ਹੈ, ਜੀ। ਤਾਂ ਆਪਣੀ ਫਸਲ ਥੋੜੀ ਜਿਹੀ ਬਚ ਸਕਦੀ ਹੈ। ਜੀ। ਤੇ ਜੇ ਜਦੋਂ ਆਪਾਂ ਨੂੰ ਫਿਰ ਜੇ ਛਿੜਕਾਅ ਕਰਨਾ ਹੀ ਪਵੇ, ਜੀ। ਤਾਂ ਫਿਰ ਸਾਡੇ ਕੋਲ ਪਹਿਲਾਂ ਹੀ ਸਿਫਾਰਿਸ਼ ਕੀਤੀ ਹੋਈ ਹੈ ਜਿਹੜੀ ਤਣੇ ਦੇ ਗਲੂਮੇ ਵਾਸਤੇ ਸਟੈਮ ਹੋਰਰ ਲਈ ਜਿਹੜੀ ਦਵਾਈ ਹੈ, ਪਹਿਲਾਂ ਹੀ ਪੈਕੇਜ ਦੇ ਵਿੱਚ ਆਪਾਂ ਦਿੱਤੀ ਹੋਈ ਹੈ। ਜੀ। ਉਹ ਦਵਾਈ ਹੈ ਕੋਰਾਜਨ ਜੀ। 18.5 SC, ਜੀ। ਜਿਸ ਦਾ ਕਿ ਸਾਇੰਟਿਫਿਕ ਨੇਮ ਜੋ ਹੈ ਉਹ ਜਿਹੜਾ ਦੂਸਰਾ ਯਾਨੀ ਕਿ ਕੈਮੀਕਲ ਦਾ ਨਾਮ ਹੈ ਉਹ ਹੈ ਕਲੋਰੈਂਟਰਾਨੀਲੀਪ੍ਰੋਲ। ਜੀ। ਕਿਸੇ ਹੋਰ ਬ੍ਰਾਂਡ ਦੇ ਵਿੱਚ ਵੀ ਦਵਾਈ ਇਹ ਕਈ ਵਾਰੀ ਮਿਲ ਸਕਦੀ ਹੈ ਤੁਹਾਨੂੰ। ਜੀ। ਤੇ ਇਸ ਨੂੰ 0.4 ml ਪ੍ਰਤੀ ਲੀਟਰ, ਯਾਨੀ ਕਿ 6 ml ਇੱਕ ਢੋਲੀ ਦੇ ਵਿੱਚ, 15 ਲੀਟਰ ਦੀ ਜੇ ਢੋਲੀ ਹੋਵੇ, ਜੀ। ਤੇ 0.4 ml ਪ੍ਰਤੀ ਲੀਟਰ ਇਹ ਦਵਾਈ ਦਾ ਛਿੜਕਾਅ ਕਰਨਾ ਹੈ ਜੀ। ਜੀ। ਔਰ ਸਭ ਤੋਂ ਧਿਆਨ ਦੇਣ ਦੀ ਗੱਲ ਇਹ ਹੈ ਕਿਉਂਕਿ ਇਹ ਚਾਰੇ ਵਾਲੀ ਫਸਲ ਹੈ, ਤਾਂ ਇੱਕ ਵੇਟਿੰਗ ਪੀਰੀਅਡ ਯਾਨੀ ਕਿ ਸਪਰੇ ਜਾਂ ਛਿੜਕਾਅ ਤੋਂ ਤੁੜਾਈ ਤੱਕ ਜਾਂ ਚਾਰੇ ਲਈ ਕੱਟਣ ਦੇ ਵਿੱਚ 21 ਦਿਨ ਦਾ ਵਕਫਾ ਜ਼ਰੂਰ ਦੇਣਾ ਹੈ। ਜੀ। ਉਸ ਸਮੇਂ ਦੇ ਵਿੱਚ ਫਿਰ ਜੋ ਰੈਜ਼ੀਡਿਊ ਹੈ ਜਾਂ ਜੋ ਅਸਰ ਹੈ ਦਵਾਈ ਦਾ, ਜੀ। ਉਹ ਪੱਤਿਆਂ ਦੇ ਵਿੱਚੋਂ ਨਿਕਲ ਜਾਂਦਾ ਹੈ ਤੇ ਉਹ ਫਿਰ ਸੇਫ ਹੋ ਜਾਂਦਾ ਹੈ ਐਨੀਮਲਸ ਵਾਸਤੇ, ਯਾਨੀ ਕਿ ਆਪਣੇ ਡੰਗਰਾਂ ਨੂੰ ਆਪਾਂ ਚਾਰ ਸਕਦੇ ਹਾਂ। ਜੀ। ਖਤਰੇ ਵਾਲੀ ਗੱਲ ਨਹੀਂ। ਜੀ। ਮੈਡਮ ਬੜੀ ਵੱਡੀ ਜਾਣਕਾਰੀ ਤੁਸੀਂ ਸਾਡੇ ਮੱਕੀ ਦੇ ਕਾਸ਼ਤਕਾਰਾਂ ਤੇ ਸਾਂਝੀ ਕੀਤੀ। ਮੈਡਮ ਜੇ ਕੋਈ ਕਿਸੇ ਦਾ ਸਵਾਲ ਹੋਵੇ ਇਸ ਰਿਗਾਰਡਿੰਗ ਅਸੀਂ ਮਿਸ਼ਰਤ ਚਾਰੇ ਦੀਆਂ ਕਿਸ ਤਰ੍ਹਾਂ ਕੰਪੋਜੀਸ਼ਨ ਬਣਾ ਸਕਦੇ ਹਾਂ, ਉਹ ਤੁਸੀਂ ਆਪਣਾ ਨੰਬਰ ਵੀ ਜ਼ਰੂਰ ਸਾਂਝਾ ਕਰੋ ਸਾਡੇ ਸਬਸਕ੍ਰਾਈਬਰਾਂ ਨਾਲ, ਬਹੁਤ ਚੰਗਾ ਹੋਵੇਗਾ। ਹਾਂਜੀ, ਮੇਰਾ ਫੋਨ ਨੰਬਰ ਹੈ ਜੀ, ਮੈਂ ਡਾਕਟਰ ਹਰਪ੍ਰੀਤ ਕੌਰ ਚੀਮਾ, ਜੀ। ਚਾਰੇ ਵਾਲੀ ਕੀਟ ਵਿਗਿਆਨੀ, ਤੇ ਫੋਨ ਨੰਬਰ ਹੈ ਜੀ 98728 ਜੀ। 699 83। ਜੀ। ਜੀ ਮੈਡਮ ਇੱਕ ਵਾਰ ਰਿਪੀਟ ਕਰ ਦਿਓ। 98728 ਜੀ। 699 83। ਜੀ।
ਸੋ ਮੈਡਮ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਵਿੱਚ ਸ਼ਾਮਲ ਹੋਏ। ਸੋ ਕਿਸਾਨ ਵੀਰੋ, ਮੱਕੀ ਦੇ ਹਾਲ ਆਰਮੀ ਬਾਮ ਬਾਰੇ ਵੀ ਅਸੀਂ ਤੁਹਾਡਾ ਜ਼ਿਕਰ ਕੀਤਾ। ਪਿਛਲੇ 2 ਹਫ਼ਤੇ ਤੋਂ ਅਸੀਂ ਲਗਾਤਾਰ ਤੁਹਾਡੇ ਨਾਲ ਸੰਪਰਕ ਰੱਖ ਰਹੇ ਹਾਂ। ਹਰ ਵਾਰੀ ਅਸੀਂ ਕੀਟ ਵਿਗਿਆਨੀ ਕਿਸੇ ਨਾ ਕਿਸੇ ਨੂੰ ਜ਼ਰੂਰ ਬੁਲਾਉਂਦੇ ਹਾਂ, ਪਰ ਨਰਮੇ ਕਪਾਹ ਦੇ ਵਿੱਚ ਇੱਕ ਜਾਣਿਆ ਪਛਾਣਿਆ ਨਾਂ ਕੀਟ ਵਿਗਿਆਨੀ ਵਜੋਂ ਡਾਕਟਰ ਵਿਜੇ ਕੁਮਾਰ ਜੀ ਨੂੰ ਅੱਜ ਨਿਯੁਕਤ ਕੀਤਾ ਸੀਗਾ। ਡਾਕਟਰ ਵਿਜੇ ਕੁਮਾਰ ਜੀ ਦਾ ਸਵਾਗਤ ਹੈ। ਮੈਂ 1-2 ਸਵਾਲ ਜਿਹੜੇ ਵੀ ਆਨਲਾਈਨ ਬੈਠ, ਇੱਕ ਤਾਂ ਅਮਨ ਸਿੱਧੂ ਜੀ ਦਾ ਸਵਾਲ ਸੀਗਾ ਜੀ, ਸਰ 100 ਕਿਲੋਗ੍ਰਾਮ ਕੰਪੋਸਟ ਬਟਰ ਮਸ਼ਰੂਮ ਦਾ ਕਿੰਨਾ ਸੀਡ ਪੈਣਾ ਹੈ? ਡਾਕਟਰ ਸਿੱਧੂ ਸਾਹਿਬ, ਤੁਹਾਨੂੰ ਨੰਬਰ ਪਹਿਲਾਂ ਤੁਸੀਂ ਸਾਂਝਾ ਕਰਦੇ ਤੁਹਾਡੇ ਨਾਲ 8968934869। ਤੁਸੀਂ ਇਹਦੇ ਤੇ ਸੰਪਰਕ ਕਰਕੇ ਤੁਸੀਂ ਬੜੇ ਸਹਾਲੇ ਤਰੀਕੇ ਦੇ ਨਾਲ ਇਹਦਾ ਵੀ ਹੱਲ ਕਰ ਸਕਦੇ ਹੋ। ਫਿਰ ਅਮਨ ਸਿੱਧੂ ਜੀ ਦਾ ਛੋਟੇ ਪੱਧਰ ਤੇ ਮਸ਼ਰੂਮ ਉਗਾਉਣਾ ਕੀ ਏਸੀ ਲਾਉਣਾ ਜ਼ਰੂਰੀ ਹੈ? ਇਹ ਡਾਕਟਰ ਕਿਸ਼ਾਨੀ ਨਾਲ ਤੁਸੀਂ ਸੰਪਰਕ ਇਸੇ ਨੰਬਰ ਤੇ ਕਰ ਸਕਦੇ ਹੋ। ਉਹਨਾਂ ਨੇ ਜਾਣ ਤੋਂ ਪਹਿਲਾਂ ਸਾਨੂੰ ਦੱਸਿਆ ਜੇ ਅਸੀਂ ਕੰਧਾਂ ਜਿਹੜੀਆਂ ਮਿੱਟੀ ਨਾਲ ਲਿਪ ਲਈਏ ਜਾਂ ਮਿੱਟੀ ਦੇ ਬਣਾ ਲਈਏ ਤਾਂ ਉਹਦੇ ਨਾਲ ਅਸੀਂ ਕਾਫੀ ਹੱਦ ਤੱਕ ਏਸੀ ਦਾ ਮਾਹੌਲ ਵਰਗਾ ਵੀ ਤਿਆਰ ਕਰ ਸਕਦੇ, ਜਿਹੜੇ ਮਸ਼ਰੂਮ ਬਿਖੁੰਬਾ ਉਗਾਉਣ ਦੇ ਲਈ ਕਾਫੀ ਜ਼ਿਆਦਾ ਸਹਾਇਕ ਹੁੰਦਾ। ਚੱਲੇ ਡਾਕਟਰ ਵਿਜੇ ਜੀ ਕੋਲ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਸਾਡੇ ਜਿਹੜਾ ਨਰਮਾ ਕਪਾਹ ਪੱਟੀ ਜਿਹੜੀ ਗੱਲ ਕਰੀਏ, ਉੱਥੋਂ ਬੜੇ ਸਵਾਲ ਆ ਰਹੇ ਸੀਗੇ ਵੀ ਗੁਲਾਬੀ ਸੁੰਡੀ ਬਾਰੇ ਅਸੀਂ ਜ਼ਿਕਰ ਵੀ ਕਰਦੇ ਰਹੇ ਹਾਂ, ਉਹਦਾ ਹੱਲ ਵੀ ਦੱਸਦੇ ਰਹੇ। ਉਹਦੀ ਹੁਣ ਇਸ ਵੇਲੇ ਮੌਜੂਦਾ ਸਥਿਤੀ ਕੀ ਹੈ ਤੇ ਹੁਣ ਕਿਸਾਨ ਕੀ ਕਰ ਰਹੇ? ਵੀ ਕਈ ਥਾਂ ਤੇ ਉਹ ਕਹਿੰਦੇ ਨੇ ਵੀ ਇਹਦੀ ਸਮੱਸਿਆ ਕਾਫੀ ਗੰਭੀਰ ਹੁੰਦੀ ਜਾ ਰਹੀ ਹੈ। ਸੋ ਇਹ ਬਹੁਤ ਗੰਭੀਰ ਵਿਸ਼ਾ ਹੈਗਾ ਜਿਹੜਾ ਤੁਸੀਂ ਪਿੰਕ ਬੋਲਰ ਦੀ ਗੱਲ ਕੀਤੀ ਹੈਗੀ ਹੈ। ਜੀ ਜੀ। ਕਿਸਾਨ ਵੀਰ ਗੁਲਾਬੀ ਸੁੰਡੀ ਨਾਲ ਜਾਣਦੇ ਜੀ। ਜੇ ਅਸੀਂ ਨਾਨ ਬੀਟੀ ਏਰਾ ਦੇ ਵਿੱਚ ਅਸੀਂ ਦੇਖਦੇ ਸੀ, ਜਦੋਂ ਬੀਟੀ ਨਹੀਂ ਆਈ ਸੀਗੀ ਜੀ ਤਾਂ ਉਦੋਂ ਵੀ ਇਹਦਾ ਹਮਲਾ ਪਾਇਆ ਜਾਂਦਾ ਸੀਗਾ ਜੀ। ਪਰ ਇੱਥੇ ਇੱਕ ਮੈਂ ਦੱਸਣਯੋਗ ਜ਼ਿਕਰਯੋਗ ਗੱਲ ਹੈਗੀ ਆ ਜੀ ਕਿ ਸਾਨੂੰ ਇਸ ਤੋਂ ਕਿਸੇ ਤਰ੍ਹਾਂ ਦੀ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਹੈਗੀ ਜੀ। ਇਹ ਸਿਰਫ ਤੇ ਸਿਰਫ ਅਸੀਂ, ਕਿਉਂਕਿ ਵੱਖ-ਵੱਖ ਮਿੱਲਾਂ ਦੇ ਦੁਆਲੇ ਵੀ ਅਸੀਂ ਜਿਹੜੇ ਪਿੰਕ ਬੋਲਰ ਦੇ ਟ੍ਰੈਪ ਅਸੀਂ ਲਗਾਏ ਹੋਏ ਨੇ, ਜੀ। ਅਸੀਂ ਲਗਾਤਾਰ ਸਰਵੇਖਣ ਕਰ ਰਹੇ ਹਾਂ। ਸਾਡੇ ਵੱਲੋਂ ਵੀ ਖੇਤੀਬਾੜੀ ਮਹਿਕਮਾ ਖੇਤੀਬਾੜੀ ਵੱਲੋਂ ਵੀ ਜੀ। ਲਗਾਤਾਰ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸਰਵੇਖਣ ਕੀਤਾ ਜਾ ਰਿਹਾ। ਪਰ ਜੀ। ਸਾਨੂੰ ਕਿਤੇ ਵੀ ਸਿਰਫ ਇੱਕ ਪਿੰਡ ਜਿਹੜਾ ਜੋਧਪੁਰ ਮਾਣਾ ਬਠਿੰਡਾ ਦੇ ਨੇੜੇ ਜਿਹੜਾ ਹੈਗਾ ਜੀ। ਉੱਥੇ ਹੀ ਜਿਹੜਾ ਮਿਲ ਦੇ ਆਲੇ ਦੁਆਲੇ ਜਿਹੜਾ ਹੈਗਾ ਉੱਥੇ ਜਿਹੜਾ ਹਮਲਾ ਉਹਦਾ ਦਿਖਾਈ ਦਿੱਤਾ ਹੈਗਾ। ਜੀ। ਬਾਕੀ ਮਿੱਲਾਂ ਦਾ ਵੀ ਅਸੀਂ ਸਰਵੇ ਕੀਤਾ ਸੀਗਾ, ਪਰ ਉੱਥੇ ਸਾਨੂੰ ਕਿਸੇ ਤਰ੍ਹਾਂ ਦਾ ਵੀ ਇਸ ਦਾ ਹਮਲਾ ਜਿਹੜਾ ਨਹੀਂ ਦਿਖਾਈ ਦਿੱਤਾ। ਜੀ। ਸੋ ਕਹਿਣ ਦਾ ਭਾਵ ਹੈ ਕਿ ਜੇ ਉਹ ਸਾਡੇ ਨੇੜੇ ਹੈਗਾ, ਕਿਸੇ ਇੱਕ ਜਗ੍ਹਾ ਦੇ ਉੱਤੇ ਹੈਗਾ, ਤੇ ਜੇ ਅਸੀਂ ਉਹਨੂੰ ਚੰਗੀ ਤਰ੍ਹਾਂ ਉੱਥੇ ਆਪਾਂ ਕਾਬੂ ਕਰ ਲਈਏ ਜੀ। ਤਾਂ ਫਿਰ ਉਹਦੇ ਖੇਤੀ ਵੇਖੇ ਚ ਵਧਣ ਦਾ ਜਿਹੜਾ ਖਰਚਾ ਜਿਹੜਾ ਖਤਮ ਹੋ ਜਾਂਦਾ ਹੈਗਾ। ਜੀ ਸੋ ਜੀ। ਸਾਡੀ ਪੁਰਜੋਰ ਕੋਸ਼ਿਸ਼ ਹੈਗੀ ਹੈ। ਕੱਲ ਮਹਿਕਮੇ ਵੱਲੋਂ ਜਿਹੜੀ ਖੇਤੀਬਾੜੀ ਮਹਿਕਮਾ ਖੇਤੀਬਾੜੀ ਵਿਭਾਗ ਵੱਲੋਂ ਜਿਹੜਾ ਅਸੀਂ ਕੱਲ ਸਪਰੇਅ ਜਿਹੜੀ ਸੀ ਉੱਥੇ ਖੇਤਾਂ ਦੇ ਵਿਚਕਾਰ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਜਿਹੜੀ ਪੰਪ ਮੰਗਾ ਕੇ ਉੱਥੇ ਸਪਰੇਅ ਜਿਹੜੀ ਸ਼ੁਰੂਆਤ ਕਰ ਦਿੱਤੀ ਹੈਗੀ ਹੈ। ਜੀ। ਸਾਡੀ ਕੋਸ਼ਿਸ਼ ਹੈ ਕਿ ਜਿਹੜੀ ਅਸੀਂ ਇਹਨੂੰ ਇੱਥੇ ਹੀ ਕਾਬੂ ਕਰ ਲਿਆ ਜਾਵੇ ਤਾਂ ਕਿ ਅੱਗੇ ਨਾ ਵਧੇ। ਜੀ। ਹੁਣ ਅੱਗੇ ਕਿਸਾਨ ਵੀਰਾਂ ਨੂੰ ਇਹ ਦੇਖਣ ਦੀ ਲੋੜ ਹੈ ਕਿਉਂਕਿ ਅਸੀਂ ਸਾਰੇ ਖੇਤਾਂ ਦੇ ਵਿੱਚ ਤਾਂ ਨਹੀਂ ਦੇਖ ਸਕਦੇ ਜਾਂ ਦੂਜੇ ਨੂੰ, ਕਿ ਜ਼ਿਮੀਂਦਾਰ ਭਰਾਵਾਂ ਨੂੰ ਵੀ ਆਪਣੇ ਖੇਤਾਂ ਦੇ ਵਿੱਚ ਗੇੜਾ ਮਾਰਨਾ ਚਾਹੀਦਾ ਤੇ ਦੇਖਣਾ ਚਾਹੀਦਾ ਹੈਗਾ। ਜੀ। ਸੋ ਜੇ ਸਾਨੂੰ ਲੱਗਦਾ ਹੈਗਾ ਜਾਂ ਦੂਜੇ ਨੂੰ ਖੇਤ ਦੇ ਵਿੱਚ ਕਿਸ ਤਰ੍ਹਾਂ ਦੀ ਗੁਲਾਬੀ ਸੁੰਡੀ ਜਿਹੜੀ ਹੈਗੀ, ਜਿੱਦਾਂ ਨਾਂ ਹੀ ਇਹਦਾ ਗੁਲਾਬੀ ਸੁੰਡੀ ਹੈ, ਤੇ ਇਹ ਬਿਲਕੁਲ ਆਸਾਨੀ ਨਾਲ ਪਛਾਣੀ ਜਾ ਸਕਦੀ ਹੈ। ਜੀ। ਪਹਿਲੀ ਨਿਸ਼ਾਨੀ ਤੇ ਇਹਦੀ ਆਉਂਦੀ ਵੀ ਜਦੋਂ ਇਸ ਟਾਈਮ ਦੇ ਫੁੱਲ ਲੱਗੇ ਨੇ ਜਾਂ ਦੂਜੇ ਨੂੰ ਫੁੱਲ ਦੇ ਵਿੱਚ ਇਹ ਵੜ ਕੇ ਜਦੋਂ ਖਾਂਦੀ ਆ ਤਾਂ ਫੁੱਲ ਦੇ ਜਦੋਂ ਇਹਨੇ ਆਂਡੇ ਦਿੱਤਾ, ਆਂਡੇ ਜੋ ਸੁੰਡੀ ਨਿਕਲੀ ਆ, ਉਸ ਸੁੰਡੀ ਜਿਹੜੀ ਹੈਗੀ ਆ, ਜਿਹੜਾ ਫੁੱਲ ਹੈਗਾ, ਜੇ ਸਵੇਰੇ ਸਵੇਰੇ ਤੁਸੀਂ ਜਾ ਕੇ ਦੇਖੋਗੇ, ਵੈਸੇ ਤਾਂ ਦੁਪਹਿਰੇ ਵੀ ਜਾ ਕੇ ਦੇਖ ਸਕਦੇ, ਪਰ ਜੇ ਸਵੇਰੇ ਸਵੇਰੇ ਜਾ ਕੇ ਆਪਾਂ ਦੇਖਦੇ ਹਾਂ ਤੇ ਜਿੱਦਾਂ ਗੁਲਾਬ ਦੇ ਫੁੱਲ ਦੀ ਪੰਖੜੀ ਹੁੰਦੀ ਹੈ, ਉਹ ਗੁਲਾਬ ਦਾ ਫੁੱਲ ਉੱਤੋਂ ਬੰਦ ਹੁੰਦਾ ਹੈਗਾ। ਜੀ। ਆਮ ਤੌਰ ਤੇ ਨਰਮੇ ਦਾ ਫੁੱਲ ਜਿਹੜਾ ਹੈਗਾ ਉਹ ਖਿੜਦਾ ਤੇ ਫਿਰ ਖੁੱਲ ਜਾਂਦਾ, ਚਿੱਟਾ ਫੁੱਲ ਜਿਹੜਾ ਹੁੰਦਾ ਬਾਅਦ ਚ ਲਾਲ ਰੰਗ ਚ ਹੋ ਜਾਂਦਾ ਹੈਗਾ, ਉਹ ਖੁੱਲ ਜਾਂਦਾ ਫੁੱਲ। ਜੀ। ਇਹਦੇ ਚ ਜਿਹੜਾ ਕਿਉਂਕਿ ਕੀੜਾ ਅੰਦਰ ਖਾ ਰਿਹਾ ਹੁੰਦਾ, ਫੁੱਲ ਨੂੰ ਉੱਤੇ ਬੰਦ ਕਰ ਦਿੰਦਾ ਹੈਗਾ। ਜੀ। ਸੋ ਸਾਨੂੰ ਖੁੱਲਾ ਨਹੀਂ ਦਿਸਦਾ ਫੁੱਲ। ਸੋ ਪਹਿਲੀ ਨਿਸ਼ਾਨੀ ਤੇ ਇਹਦੀ ਇਹ ਹੈਗੀ ਹੈ, ਔਰ ਉੱਥੇ ਉਹਨੂੰ ਕਾਬੂ ਕਰਨਾ ਬਹੁਤ ਜ਼ਿਆਦਾ ਸੌਖਾ ਹੈਗਾ। ਉਸ ਤੋਂ ਬਾਅਦ ਇਹ ਹੌਲੀ ਹੌਲੀ ਕੀੜਾ ਜਿਹੜਾ ਹੈਗਾ ਵੀ ਉਹਦੇ ਥੱਲੇ ਤੁਹਾਨੂੰ ਪਤਾ ਜਿਹੜਾ ਫੁੱਲ ਹੈ, ਫੁੱਲ ਦੇ ਥੱਲੇ ਵੱਡ ਬਣ ਜਾਣੀ ਹੈਗੀ ਹੈ ਛੋਟੀ ਵੱਡੀ, ਉਸ ਤੋਂ ਬਾਅਦ ਉਹਨੇ ਬॉल ਬਣ ਜਾਣਾ ਹੈਗਾ। ਸੋ ਉਸ ਬॉल ਦੇ ਵਿੱਚ ਜਦੋਂ ਵੜ ਜਾਂਦਾ ਹੈਗਾ ਤੇ ਫਿਰ ਸਾਨੂੰ ਉਨਾ ਹੀ ਡਿਫਿਕਲਟ ਹੁੰਦਾ ਹੈਗਾ। ਜੀ। ਸੋ ਉਹਦੇ ਜਿਹੜੀ ਕਿਉਂਕਿ ਗੁਲਾਬੀ ਰੰਗ ਦੀ ਸੁੰਡੀ ਦੇ ਨਾਲ ਜਾਣਦੇ ਆ ਤਾਂ ਉਹ ਗੁਲਾਬੀ ਕਲਰ ਦੀ ਉਹਦੇ ਚ ਰੰਗ ਜਿਹੜਾ ਬਿਲਕੁਲ ਪੂਰੀ ਉਹਦੇ ਚ ਜਿਹੜੀ ਗੁਲਾਬੀ ਰੰਗ ਦੀ ਭਾਅ ਮਾਰਦੀ ਹੈਗੀ ਆ। ਸੋ ਉੱਥੋਂ ਅਸੀਂ ਪਛਾਣ ਸਕਦੇ। ਕਈ ਤਰ੍ਹਾਂ ਦੇ ਕਈ ਵਾਰੀ ਕੀ ਹੁੰਦਾ ਕਿ ਬਾਰਿਸ਼ ਵਗੈਰਾ ਪਈ ਹੈਗੀ ਆ, ਕਾਫੀ ਕੋ ਮਾਲਵੇ ਪਿੰਡ ਦੇ ਵਿੱਚ ਬਾਰਿਸ਼ਾਂ ਪਈਆਂ ਨੇ ਜੀ। ਤੇ ਟਿੰਡੇ ਥੋੜੇ ਜਿਹੇ ਵਿਚਕਾਰ ਜਿਹੜੇ ਪੁਰਾਣੇ ਲੱਗੇ ਟਿੰਡੇ ਨੂੰ ਗਲ ਗੁੜ ਗਏ ਨੇ। ਜੀ। ਸੋ ਉਹਨਾਂ ਦੇ ਵਿੱਚ ਕਈ ਵਾਰੀ ਡਿਪਟਰ ਮੱਖੀ ਜਿਹੜੀ ਹੈਗੀ ਆ ਉਹ ਵੀ ਦੇ ਦਿੰਦੀ ਆ, ਉਹ ਚਿੱਟੇ ਰੰਗ ਦੀਆਂ ਕਈ ਵਾਰੀ ਸੁੰਡੀਆਂ ਵੀ ਦਿਖਾਈ ਦਿੰਦੀਆਂ ਨੇ। ਜੀ। ਤਾਂ ਸਾਨੂੰ ਇਹ ਭੁਲੇਖਾ ਲੱਗਦਾ ਵੀ ਸ਼ਾਇਦ ਕਿਤੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਹੈਗਾ। ਜੀ। ਸੋ ਉਸ ਤਰ੍ਹਾਂ ਕਿਸ ਤਰ੍ਹਾਂ ਦੀ ਕੋਈ ਡਰਨ ਦੀ ਲੋੜ ਨਹੀਂ ਹੈਗੀ। ਉਹ ਸਾਡੇ ਖੇਤ ਵਿੱਚ ਕਿਸੇ ਤਰ੍ਹਾਂ ਦਾ ਗੁਲਾਬੀ ਸੁੰਡੀ ਦਾ ਹਮਲਾ ਨਹੀਂ ਹੈਗਾ। ਜੀ। ਉਸ ਤੋਂ ਬਾਅਦ ਕੁਝ 2-3 ਜ਼ਰੂਰੀ ਗੱਲਾਂ ਨੇ ਜਿਹਨਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਜੀ ਜੀ ਜੀ। ਇੱਕ ਤਾਂ ਆਪਾਂ ਜਦੋਂ ਫੁੱਲ ਪੈਣੇ ਸ਼ੁਰੂ ਹੁੰਦੇ ਨੇ ਉਦੋਂ ਤੋਂ ਲਗਾਤਾਰ ਸਾਨੂੰ ਖੇਤ ਦਾ ਸਰਵੇਖਣ ਕਰਨਾ ਚਾਹੀਦਾ ਹੈ। ਜਿੱਦਾਂ ਕਿ ਚੱਲਦੇ ਪਏ ਨੇ ਲਗਾਤਾਰ ਇਸ ਨਰਮੇ ਦੀ ਫਸਲ ਜਿਹੜੀ ਹੈ ਵੈਜੀਟੇਟਿਵ ਸਟੇਜ 'ਚ ਵੀ ਰਹਿੰਦੀ ਹੈ ਤੇ ਨਾਲ ਦੀ ਨਾਲ ਫੁੱਲ ਫਲਾਕਾ ਵੀ ਆਉਂਦਾ ਰਹਿੰਦਾ ਹੈਗਾ ਤੇ ਕਾਦੇ ਵੱਧਦਾ ਰਹਿੰਦਾ ਹੈਗਾ। ਹਾਲੇ ਵੀ ਜੇ 20 ਦਿਨ ਜਿਹੜੇ ਨੇ ਉਹਦੇ ਨਰਮੇ ਦੇ ਪੂਰੇ ਟਿੰਡੇ ਲੈਣ ਦਾ ਉਹਦੇ ਸਾਰੇ, ਕਿਉਂਕਿ ਇੱਕ ਵਾਰੀ ਜਦੋਂ ਨਰਮੇ ਦੇ ਉੱਤੇ ਫੁੱਲ ਆ ਜਾਂਦਾ, ਜਦੋਂ ਤਕਰੀਬਨ
40-45 दिन ਦੇ ਵਿਚਕਾਰ ਮੌਸਮ ਮੁਤਾਬਕ ਵੀ ਉਹਨੇ ਦਿਨ 'ਚ ਉਹਦਾ ਪੂਰਾ ਗਾਂ ਟਿੰਡਾ ਬਣ ਜਾਂਦਾ ਹੈਗਾ। ਇਹਦਾ ਮਤਲਬ ਕਹਿਣ ਦਾ ਭਾਵ ਹੈ ਵੀ ਇਸ ਅਜੇ 20-25 ਤੱਕ ਜਿੰਨੀ ਤੱਕ ਸਾਡੇ ਫੁੱਲ ਰੋਟੀ ਲੱਗ ਰਹੀ ਹੈ ਇਹ ਸਾਡੀ 15 ਨਵੰਬਰ ਤੱਕ ਬਣ ਕੇ ਤਿਆਰ ਹੋ ਜਾਣੀ ਹੈ ਤੇ ਇਹਦਾ ਮਤਲਬ ਸਾਨੂੰ ਇਹਨੂੰ ਬਚਾਉਣ ਦੀ ਲੋੜ ਹੈਗੀ ਹੈ। ਸੋ ਉਹਦੇ ਵਾਸਤੇ ਸਾਨੂੰ ਜਿਹੜੀ ਹੈਗੀਆਂ ਨੇ ਕੁਝ ਸਾਡੀਆਂ ਜੇ ਸਾਨੂੰ ਖੇਤ ਦੇ ਵਿੱਚ ਹਮਲਾ ਦਿਖਾਈ ਦਿੰਦਾ ਹੈ ਇੱਕ ਤਾਂ ਸਾਨੂੰ ਤੁਰੰਤ ਸੂਚਿਤ ਕਰੋ ਯੂਨੀਵਰਸਿਟੀ ਨੂੰ, ਖੇਤੀਬਾੜੀ ਮਹਿਕਮਾ ਜੋ ਵੀ ਤੁਹਾਡੇ ਨੇੜੇ ਲੱਗਦਾ ਉਹਨੂੰ ਸੂਚਿਤ ਕਰੋ ਤਾਂ ਕਿ ਅਸੀਂ ਉੱਥੇ ਉਹਨੂੰ ਸਨਾਮ ਕੀਤਾ ਜਾਵੇ। ਜੇ ਦੂਸਰਾ ਜਿਹੜਾ ਹੈਗਾ ਵੀ ਜਿਹਦਾ ਹਮਲਾ ਦਿਖਾਈ ਦਿੰਦਾ ਸਾਨੂੰ ਹੁੰਦਾ ਕਿ 5% ਤੱਕ ਜੇ ਹਮਲਾ ਦਿਖਾਈ ਦਿੰਦਾ ਹੈਗਾ ਸਾਡਾ ਤਾਂ ਫਿਰ ਸਾਨੂੰ ਸਪਰੇਅ ਕਰਨ ਦੀ ਲੋੜ ਹੈਗੀ। ਸਪਰੇਅ ਦੇ ਵਿਚਕਾਰ ਅਸੀਂ ਸਾਡੇ ਉੱਪਰ ਫਿਨੋਫਾਸ ਹੈ ਕਿਊਰਾਕ੍ਰਾਉਨ ਦੇ ਨਾਮ ਦੇ ਉੱਤੇ ਆਉਂਦੀ ਉਹ ਅਸੀਂ ਸਿਫਾਰਿਸ਼ ਕੀਤੀ ਹੈ 15 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਹੈਗੀ ਆਪਾਂ ਸਪਰੇਅ ਕਰਕੇ ਵੀ ਰੋਕਥਾਮ ਕਰ ਸਕਦੇ ਹੈਗੇ। ਇਸ ਤੋਂ ਇਲਾਵਾ ਐਂਡੋਕਸਾਕਾਰਬੋਮਾਨ ਦੇ ਨਾਮ ਦੇ ਉੱਤੇ ਆਉਂਦੀ ਹੈ ਉਹਦੀ ਅਸੀਂ ਸਪਰੇਅ ਕਰ ਸਕਦੇ ਹਾਂ। ਸਿੰਥੈਟਿਕ ਦੇ ਵਿੱਚੋਂ ਸਾਨੂੰ ਜਿਹੜੇ ਕੁਇਕ ਜਦ ਵਧੀਆ ਰਿਜ਼ਲਟ ਆ ਜਾਂਦੇ ਨੇ ਡਾਟਾਮੈਥਲਿਨ ਹੈ, ਟੈਸਸ ਹੈਗੀ ਹੈ ਜਾਂ ਫੈਨੋਲੇਟ ਹੈਗੀ ਹੈ। ਡਾਟਾਮੈਥਲਿਨ ਕਰਨੀ ਹੈ ਤੇ 160 ml ਪ੍ਰਤੀ ਏਕੜ ਦੇ ਹਿਸਾਬ ਨਾਲ, ਜੇ ਫੈਨੋਲ ਕਰਨੀ ਹੈ ਤਾਂ 100 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਸਪਰੇਅ ਕਰਕੇ ਇਥੋਂ ਨਿਜਾਤ ਪਾ ਸਕਦੇ ਹਾਂ। ਜੀ ਡਾਕਟਰ ਸਾਹਿਬ ਜਿਵੇਂ ਤੁਸੀਂ ਵੀ ਜ਼ਿਕਰ ਕਰ ਰਹੇ ਵੀ ਹੈ ਵੀ ਤੁਹਾਡੇ ਨਾਲ ਜਾਂ ਵੀ ਸੰਬੰਧਿਤ ਮਹਿਕਮਿਆਂ ਦੇ ਨਾਲ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਨਾਲ ਤੁਸੀਂ ਸੰਪਰਕ ਸਾਧ ਸਕਦੇ ਹੋ ਜੇ ਇਸ ਤਰ੍ਹਾਂ ਦੀ ਸਥਿਤੀ ਆਉਂਦੀ ਹੈ। ਡਾਕਟਰ ਸਾਹਿਬ ਥੋੜੇ ਉਹਨਾਂ ਦੇ ਫੋਨ ਨੰਬਰ ਜਿਹੜੇ ਨੇ ਬਠਿੰਡੇ ਵਾਲਿਆਂ ਦੇ, ਮੁਕਤਸਰ ਵਾਲਿਆਂ ਦੇ, ਮਾਨਸੇ ਵਾਲਿਆਂ ਦੇ ਉਹ ਜ਼ਰੂਰ ਸਾਂਝੇ ਕਰ ਦਿਓ ਜੀ। ਸੋ ਉਹਨਾਂ ਦੇ ਵਿੱਚ ਜਿੱਦਾਂ ਸਾਨੂੰ ਬਠਿੰਡਾ ਦੇ ਵਿਚਕਾਰ ਜ਼ਿਲ੍ਹੇ ਦੇ ਵਿਚਕਾਰ ਦਾ ਮੋਬਾਈਲ ਨੰਬਰ ਤੁਸੀਂ ਨੋਟ ਕਰ ਸਕਦੇ ਜੀ 94-177 ਜੀ 32-932 ਜੀ ਇਹ ਬਠਿੰਡਾ ਵਿਖੇ ਤੁਸੀਂ ਕਰ ਸਕਦੇ ਜੀ। ਇਸ ਤੋਂ ਇਲਾਵਾ ਜਿਹੜਾ ਤੁਹਾਡਾ ਦੂਸਰਾ ਜਿਹੜਾ ਹੈਗਾ ਕਿ ਉਹ ਮੁਕਤਸਰ ਵਿਖੇ ਹੈਗਾ ਉਹਦੇ 'ਚ ਹੈਗਾ 98-556 20-914। ਡਾਕਟਰ ਥੋੜਾ ਉੱਚੀ ਦਨੇ ਦੱਸਿਓ ਨਾ ਵੀ ਆਵਾਜ਼ ਦੁਬਾਰਾ ਦੱਸ ਰਿਹਾ ਜੀ। ਬਠਿੰਡਾ ਦਾ ਨੰਬਰ ਜਿਹੜਾ ਹੈਗਾ ਉਹ 94-177 ਜੀ 32-932 ਜੀ। ਜਿੱਥੇ ਮੁਕਤਸਰ ਦੀ ਗੱਲ ਹੈ ਉਹਨਾਂ ਦਾ ਨੰਬਰ ਹੈਗਾ ਜੀ 98-556 20-914 ਜੀ। ਸੋ ਉੱਥੇ ਤੁਸੀਂ ਇਹਦਾ ਜਿਹੜਾ ਰਾਬਤਾ ਕਾਇਮ ਕਰ ਸਕਦੇ ਹੋ ਜੀ। ਤੇ ਇਸ ਤਰ੍ਹਾਂ ਬੋਗਰ ਵਿਖੇ ਜਿਹੜਾ ਹੈਗਾ ਨੰਬਰ ਹੈਗਾ 82-959 ਜੀ 50-560 ਜੀ। ਇਸ ਨੰਬਰ ਤੇ ਤੁਸੀਂ ਮੇਰਾ ਨੰਬਰ ਵੀ ਨੋਟ ਕਰ ਸਕਦੇ ਹੋ ਜੀ 97-794 ਜੀ 51-214 ਡਾਕਟਰ ਵਿਜੇ ਕੁਮਾਰ ਜੀ। ਡਾਕਟਰ ਵਿਜੇ ਉਹਦੇ ਨਾਲ ਆਪਾਂ ਲਾਈਵ ਬੈਠੇ ਆ ਤੇ ਲਾਈਵ ਗੋਰਾ ਕਿੰਗਰਾ ਜੀ ਸਾਨੂੰ ਸਵਾਲ ਕਰਦੇ ਨੇ 85 ਦਿਨ ਦਾ ਝੋਨਾ ਹੈ ਜੀ, ਅਜੇ ਕੋਈ ਸਪਰੇਅ ਨਹੀਂ ਕੀਤੀ, ਬਿਮਾਰੀ ਕੋਈ ਨਹੀਂ, ਨਿਸਾਰੇ ਤੇ ਆ ਗਏ, ਹੁਣ ਸਪਰੇਅ ਕੀਤੀ ਜਾਵੇ ਜਾਂ ਨਹੀਂ, ਜੇ ਕਰਨੀ ਹੈ ਤਾਂ ਕਿਹੜੀ ਕਰਨੀ ਹੈ, ਫੰਗੀਸਾਈਡ ਅਤੇ ਤੇਲੀ। ਇੱਥੇ ਫੇਸਬੁੱਕ ਲਾਈਵ ਆਉਣ ਤੋਂ ਪਹਿਲਾਂ ਅੱਜ ਸਵੇਰੇ ਜਿਹੜੀ 10 ਵਜੇ ਇੱਕ ਮੀਟਿੰਗ ਚੱਲ ਰਹੀ ਸੀ ਖੇਤੀਬਾੜੀ ਵਿਭਾਗ ਵੱਲੋਂ, ਸਾਰੇ ਚੀਫ ਜ਼ਬਾਨਾਂ ਨੇ ਜਿਹੜਾ ਪੂਰਾ ਵਿਸਤਾਰਪੂਰਵਕ ਜਿਹੜਾ ਉੱਥੇ ਦੱਸਿਆ ਹੈਗਾ। ਸੋ ਉਹਦੇ ਵਿਚਕਾਰ ਜਿਹੜਾ ਉਹਨਾਂ ਨੇ ਦੱਸਿਆ ਕਿ ਵੀ ਪੰਜਾਬ ਦੇ ਵਿੱਚ ਅਜੇ ਤਕਰੀਬਨ ਸਾਰੀ ਜਗ੍ਹਾ ਦੇ ਉੱਤੇ ਬਾਰਿਸ਼ ਪੈ ਗਈ ਹੈ, ਕਿਸੇ ਤਰ੍ਹਾਂ ਦੀ ਗਲੋਬ ਦੀ ਸੁੰਡੀ, ਪੱਤਾ ਲਪੇਟ ਸੁੰਡੀ ਦਾ ਕੋਈ ਵੀ ਹਮਲਾ ਜਿਹੜਾ ਦਿਖਾਈ ਨਹੀਂ ਦੇ ਰਿਹਾ ਹੈਗਾ ਜੀ। ਸੋ ਇਹਦਾ ਮਤਲਬ ਕਿ ਸਾਨੂੰ ਆਉਂਦੇ ਆ ਜੇ 5-7 ਦਿਨ ਸਾਨੂੰ ਸਰਵੇਖਣ ਕਰਦੇ ਰਹਿਣਾ ਚਾਹੀਦਾ ਆਪਣੇ ਖੇਤਾਂ ਦਾ, ਪਰ ਆਉਣ ਵਾਲੇ 10 ਦਿਨਾਂ ਤੱਕ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਸਪਰੇਅ ਦੀ ਗੱਲ ਜ਼ਰੂਰਤ ਨਹੀਂ ਹੈ ਜੀ। ਇਹ ਲੋੜ ਪਏਗੀ ਆਪਾਂ ਨੂੰ ਤਾਂ ਸਰਵੇਖਣ ਦੇ ਆਧਾਰ ਤੇ ਸਾਨੂੰ ਹਮਲਾ ਦਿਖਾਈ ਦਿੰਦਾ ਹੈਗਾ ਤਾਂ ਫਿਰ ਜਿਹੜੀਆਂ ਸਿਫਾਰਿਸ਼ ਕੀਟਨਾਸ਼ਕ ਨੂੰ ਦੀ ਸਪਰੇਅ ਕਰਕੇ ਅਸੀਂ ਉਹਦੀ ਰੋਕਥਾਮ ਕਰ ਸਕਦੇ ਹਾਂ। ਪਰ ਇੱਥੇ ਮੇਰਾ ਜ਼ਿਕਰਯੋਗ ਇਹ ਹੈਗਾ ਵੀ ਹੁਣ ਜਿਹੜੀ ਸਟੇਜ ਹਮਲਾ ਜਿਹੜਾ ਹੈਗਾ ਗੋਲ ਦੀ ਸੁੰਡੀ ਜਾਂ ਪੱਤਾ ਲਪੇਟ ਸੁੰਡੀ ਦਾ ਹੁਣ ਨਿਕਲ ਚੁੱਕਾ ਹੈਗਾ, ਹੁਣ ਉਹਦੇ ਦੁਬਾਰਾ ਆਉਣ ਦਾ ਖਦਸ਼ਾ ਨਹੀਂ ਹੈਗਾ। ਕਿਤੇ ਕਿਤੇ ਜੇ ਟਾਵਾ ਆਏਗਾ ਤਾਂ ਗੋਲ ਦਾ ਅਸੀਂ ਰੋਕਥਾਮ ਕਰ ਸਕਦੇ ਹਾਂ ਜੀ। ਡਾਕਟਰ ਸਾਹਿਬ ਜਾਂਦੇ ਹੋਰ ਤੁਹਾਡੇ ਕੋਲ ਸਵਾਲ ਦਾ ਜਵਾਬ ਪੁੱਛਦੇ ਆ। ਇਹ ਗੁਰਜੀਤ ਸਿੰਘ ਢਾਲੀਵਾਲ ਜੀ ਨੇ ਇਹ ਪੁੱਛਦੇ ਝੋਨੇ ਦੇ ਬੂਟਿਆਂ ਤੇ ਦੀ ਰੋਕਥਾਮ ਲਈ ਅਮੀਡਾ ਕਲੋਰੋਵਿਡ 30.5% ਤਾਕਤ ਦੀ ਕਿੰਨੀ ਮਿਕਦਾਰ ਕਿੰਨੇ ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰਨੀ ਚਾਹੀਦੀ ਹੈ? ਅਮੀਡਾ ਕਲੋਰੋਵਿਡ ਜਿਹੜੀ ਸਾਡੀ ਵੈਸੇ ਤਾਂ 40 ਮਿਲੀਲੀਟਰ ਹੈ ਕਿ ਪਰ ਦੋ ਤਰ੍ਹਾਂ ਦੇ ਟਿੱਡੇ ਆਉਂਦੇ ਨੇ, ਕਿ ਚਿੱਟੀ ਪਿੱਠ ਵਾਲਾ ਟਿੱਡਾ ਹੁੰਦਾ ਹੈ ਕਿ ਭੂਰਾ ਟਿੱਡਾ ਉਹਨੂੰ ਕਹਿੰਦੇ, ਜਿਹਨੂੰ ਕਾਲਾ ਤੇਲਾ ਕਹਿ ਦਿੰਦੇ ਆ ਜੀ। ਜ਼ਿਆਦਾਤਰ ਪੰਜਾਬ ਦੇ ਵਿੱਚ ਜਿਹੜਾ ਕਾਲੇ ਤੇਲੇ ਦੀ ਸਮੱਸਿਆ ਜ਼ਿਆਦਾ ਹੈ ਕਿ ਚਿੱਟੀ ਪਿੱਠ ਵਾਲਾ ਟਿੱਡਾ ਜਿਹੜਾ ਘੱਟ ਹੈਗਾ। ਸੋ ਜਿਹੜੀ ਇਹ ਅਮੀਡਾ ਕਲੋਰੋਵਿਡ ਦਵਾਈ ਦੀ ਜਿਹੜੀ ਗੱਲ ਕਰ ਰਹੇ ਕਿ ਤੁਸੀਂ ਇਹ 40 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਂਦੀ ਹੈ, ਪਰ ਇਹ ਜ਼ਿਆਦਾਤਰ ਜਿਹੜੀ ਚਿੱਟੀ ਪਿੱਠ ਵਾਲਾ ਟਿੱਡਾ ਉਹਨੂੰ ਜ਼ਿਆਦਾ ਕਾਰਗਰ ਹੈਗੀ ਆ ਤੇ ਕਾਲੇ ਤੇਲੇ ਨੂੰ ਇਹ ਘੱਟ ਮਾਰਦੀ ਹੈਗੀ ਆ ਜੀ। ਯੂਨੀਵਰਸਿਟੀ ਨੂੰ ਇੱਕ ਜਿਹੜੀਆਂ 2 ਦਵਾਈਆਂ ਸੀ ਨਵੀਆਂ ਸਿਫਾਰਿਸ਼ ਕੀਤੀਆਂ ਨੇ ਜਿਹੜੀਆਂ ਬਿਲਕੁਲ ਕਾਰਗਰ ਨੇ। ਮੁੱਢਾਂ ਨੂੰ ਕਰਕੇ ਜੇ ਸਪਰੇਅ ਕਰਦੇ ਇੱਕ ਸਪਰੇਅ ਦੇ ਨਾਲ ਹੀ ਉਹਦੀ ਰੋਕਥਾਮ ਹੋ ਸਕਦੀ ਹੈ। ਉਹਦੇ ਚ ਚੈਸ ਨਾਮ ਦੇ ਉੱਤੇ ਆਉਂਦੀ ਹੈ ਪਰਮੈਟਰੋਜਨ ਸਾਲਟ ਹੈਗਾ ਜਿਹੜਾ ਹੈਗਾ, ਉਹਦੀ ਅਸੀਂ 120 ml ਜਿਹੜੀ ਦਵਾਈ ਜਿਹੜੀ ਦੀ ਸਿਫਾਰਿਸ਼ ਕਰਦੇ ਹੈਗੇ। ਸੋ ਉਹਦੀ ਸਪਰੇਅ ਕਰਕੇ ਅਸੀਂ ਦੀ ਰੋਕਥਾਮ ਕਰ ਸਕਦੇ ਹੈਗੇ। ਸੋ ਇਹ ਬਹੁਤ ਕਾਰਗਰ ਦਵਾਈ ਹੈਗੀ। ਇੱਕ ਇੱਥੇ ਮੈਂ ਵੀ ਜ਼ਿਕਰ ਕਰਾਂਗੇ, ਵਾਰ-ਵਾਰ ਆਪਾਂ ਫੇਸਬੁੱਕ ਲਾਈਵ ਉੱਤੇ ਵੱਖ-ਵੱਖ ਡਾਕਟਰ ਸਾਹਿਬਾਨ ਵੱਲੋਂ ਦੱਸਿਆ ਵੀ ਜਾਂਦਾ ਕੁਝ ਜਿਹੜੀਆਂ ਅਸੀਂ ਦਵਾਈਆਂ ਜਿਹੜੀਆਂ ਨੇ ਅਸੀਂ ਨਹੀਂ ਸਿਫਾਰਿਸ਼ ਕਰਦੇ ਕਿ ਜਿਹਨੂੰ ਉਹਨਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਕਿਉਂਕਿ ਸਾਡੀ ਕਿਸੇ ਤਰ੍ਹਾਂ ਦੀ ਕੋਈ ਬਾਸਮਤੀ ਤੇ ਖਾਸ ਤੌਰ ਤੇ ਕੋਈ ਕੰਸਾਈਨਮੈਂਟ ਸਾਡੀ ਰੁਕੇ ਨਾ, ਬਾਹਰ ਦੀ ਰੈਜ਼ਿਡਿਊ ਵਗੈਰਾ ਦੀ ਪ੍ਰੋਬਲਮ ਨਾ ਆਵੇ ਜਾਂ ਦੂਜੇ ਹੈਗਾ। ਸੋ ਸਾਨੂੰ ਜਿਹੜੀਆਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਨੇ ਜਿਹੜੀ ਕਿਤਾਬਾਂ ਦੇ ਵਿੱਚ ਲਿਖੀਆਂ ਨੇ ਦਵਾਈਆਂ ਉਹਨਾਂ ਦੀ ਹੀ ਵਰਤੋਂ ਸਾਨੂੰ ਕਰਨੀ ਚਾਹੀਦੀ ਹੈ।
ਜੀ ਕਿਸੇ ਤਰ੍ਹਾਂ ਦੀ ਰਲਾਮ ਲਾ ਕੇ ਦਵਾਈ ਦੀ ਸਪਰੇ ਆਪਾਂ ਨਾ ਕਰੀਏ। ਸੋ ਕਿਸਾਨ ਵੀਰੋ, ਸਾਡੇ ਫੇਸਬੁੱਕ YouTube ਤੇ ਸਬਸਕ੍ਰਾਈਬ ਕਰੋ। ਤੁਹਾਨੂੰ ਸਾਰਿਆਂ ਨੂੰ ਜਿਵੇਂ ਅਸੀਂ ਵਾਅਦਾ ਕੀਤਾ ਸੀ ਨਵੀਂ ਟੀਮ ਦੇ ਨਾਲ, ਅਸੀਂ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਅੱਜ ਕੀਟ ਵਿਗਿਆਨੀ ਖਾਸ ਕਰਕੇ ਜੇ ਗੱਲ ਕਰੀਏ ਨਰਮਾ ਕਪਾਹ ਦੇ ਜਾਂ ਕੀਟ ਵਿਗਿਆਨੀ ਡਾਕਟਰ ਵਿਜੇ ਕੁਮਾਰ ਨੂੰ ਅਸੀਂ ਬੇਨਤੀ ਕੀਤੀ ਸੀ। ਡਾਕਟਰ ਸਾਹਿਬ ਬਹੁਤ ਧੰਨਵਾਦ ਤੁਹਾਡਾ। ਕੋਈ ਖਾਸ ਤੁਸੀਂ ਧੰਨਵਾਦ ਜੀ ਡਾਕਟਰ ਸਾਹਿਬ। ਇੱਕ ਦੋ ਮੈਨੂੰ ਵੀ ਇੱਥੇ ਕੋ ਕੁਐਸਚਨ ਆਏ ਸੀ ਜੀ, ਕਿ ਜੀ, ਮੈਂ ਥੋੜਾ ਜਿਹਾ ਜ਼ਿਕਰ ਕਰਨਾ ਚਾਹੁੰਦਾ। ਇੱਕ ਤਾਂ ਸੀ ਵੀ ਨਰਮੇ ਦੇ ਹੇਠਲੇ ਪੱਤੇ ਕਹਿੰਦੇ ਝੜ ਰਹੇ ਨੇ ਤੇ ਲਾਲ ਹੋ ਕੇ ਜਦੋਂ ਜੀ ਲਾਲ ਹੋਣ ਦੇ ਦੋ ਤਿੰਨ, ਇੱਕ ਮੈਂ ਜਿੱਦਾਂ ਤੁਹਾਨੂੰ ਨੰਬਰ ਦਿੱਤਾ ਕਿ ਇਸ ਨੰਬਰ ਦੇ ਉੱਤੇ ਤੁਸੀਂ ਮੈਨੂੰ ਫੋਟੋ ਖਿੱਚ ਕੇ ਸ਼ੇਅਰ ਵੀ ਕਰ ਸਕਦੇ ਹੋ। ਲਾਲ ਹੋਣ ਦੇ ਕਈ ਕਾਰਨ ਹੋ ਸਕਦੇ ਨੇ ਜੀ। ਪਹਿਲੋਂ ਖਾਰੇ ਤੇਲ ਦਾ ਹਮਲਾ ਹੋਇਆ ਹੋ ਸਕਦਾ ਹੈਗਾ, ਜਾਂ ਦੂਜੇ ਨੂੰ ਉਹਦੇ ਕਰਕੇ ਪੱਤੇ ਜਿਹੜੇ ਲਾਲਗੀ ਚ ਬਣ ਕੇ ਥੱਲੇ ਝੜ ਸਕਦੇ ਨੇ। ਜੀ ਜੀ। ਦੂਸਰਾ ਕਾਰਨ ਹੋ ਸਕਦਾ ਕਿ ਪੱਤਿਆਂ 'ਚ ਵੈਸੇ ਲਾਲਗੀ ਹੋ ਜਾਂਦੀ ਹੈ, ਨਿਊਟ੍ਰੀਸ਼ਨ ਦੀ ਘਾਟ ਹੁੰਦੀ ਹੈ। ਉਹਦੇ ਵਾਸਤੇ ਸਾਨੂੰ ਮੈਗਨੀਸ਼ੀਅਮ ਸਲਫੇਟ ਜਿਹੜੀ 1 ਕਿਲੋ ਉਹਦੀ ਸਾਨੂੰ ਸਪਰੇਅ ਕਰਨੀ ਹੋਵੇ ਜੀ। ਕਈ ਵਾਰੀ ਪੱਤੇ ਪੀਲੇ ਹੋ ਗਏ ਤੇ ਫਿਰ ਉਸ ਤੋਂ ਬਾਅਦ ਲਾਲ ਝੜ ਜਾਂਦੇ। ਜਦੋਂ ਫਰੂਟਿੰਗ ਬੋਡੀ ਦੇ ਉੱਤੇ ਇੱਥੇ ਆਉਂਦਾ ਹੈਗਾ, ਜਦੋਂ ਫੁੱਲ ਫਲਾਕਾ ਜ਼ਿਆਦਾ ਪੈਂਦਾ ਹੈਗਾ, ਜੀ। ਉਸ ਸਮੇਂ ਵੀ ਜਿਹੜੇ ਪੱਤੇ ਝੜਦੇ ਹੈਗੇ ਨੇ ਜਾਂ ਦੂਜੇਗਾ। ਸੋ ਸਾਨੂੰ ਦੇਖਣ ਦੀ ਲੋੜ ਹੈ ਕਿ ਖੁਰਾਕੀ ਤੱਤ ਦੀ ਕੀ ਹੈਗਾ। ਜੀ। ਸੋ ਇਹ ਤੋਂ ਬਿਹਤਰ ਹੈ ਜਿਹੜਾ ਮੈਂ ਤੁਹਾਨੂੰ ਨੰਬਰ ਦਿੱਤਾ, ਮੈਂ ਦੁਬਾਰਾ ਦੱਸ ਦਿੰਦਾ 97 794 51214। ਸੋ ਜਿਨ੍ਹਾਂ ਦਾ ਵੀ ਇਹ ਸਵਾਲ ਸੀਗਾ ਫੋਟੋ ਖਿੱਚ ਕੇ ਮੈਨੂੰ ਭੇਜ ਦਿੱਤੇ ਜਾਣ, ਮੈਂ ਉਹਦੇ ਤੇ ਤੁਹਾਨੂੰ WhatsApp ਦੇ ਉੱਤੇ ਉਹਦਾ ਜਿਹੜਾ ਜਵਾਬ ਤੁਹਾਨੂੰ ਦੇ ਦਿੱਤਾ ਜਾਏਗਾ। ਜੀ। ਇੱਕ ਹੋਰ ਸਵਾਲ ਸੀਗਾ ਕਿ ਪੀਏਯੂ ਫਰੂਟ ਫਲਾਈ ਟ੍ਰੈਪ ਬਾਰੇ ਬਾਗਾਂ ਵਾਲਿਆਂ ਦਾ ਸੀਗਾ ਜਾਂ ਦੂਜੇਗਾ। ਸੋ ਸਾਡੀ ਉਹ ਤਕਰੀਬਨ 120 ਰੁਪਏ ਦੀ ਜਿਹੜੀ ਹੈਗੀ ਆ ਕੀਮਤ ਉਹਦੀ ਪੁੱਛ ਰਹੇ ਸੀਗੇ ਵੀ ਉਹਦੀ ਕਾਸਟ ਆਉਂਦੀ ਹੈਗੀ ਆ। ਸੋ ਬਾਗਾਂ ਦੇ ਵਿੱਚ ਜਿਹੜੀ ਸਾਡੀ 16 ਟ੍ਰੈਪ ਲੱਗਦੇ ਨੇ ਜਿਹੜੇ ਕਿੰਨੂ ਵਾਲੇ ਬਾਗਾਂ 'ਚ ਨੇ। ਸੋ ਸਾਡੀ ਮਹਿਕਮਾ ਖੇਤੀਬਾੜੀ ਯੂਨੀਵਰਸਿਟੀ ਵਿਖੇ ਜਿਹੜਾ ਸਾਡਾ ਫਲ ਵਿਗਿਆਨ ਭਾਗ ਹੈਗਾ, ਉੱਥੇ ਜਿਹੜੇ ਉਪਲਬਧ ਹੈਗੇ ਨੇ ਤੇ ਤੁਸੀਂ ਸੰਪਰਕ ਸਾਧ ਕੇ ਉਹਨਾਂ ਨੂੰ ਲੈ ਸਕਦੇ ਜੀ ਜੀ। ਸੋ ਡਾਕਟਰ ਸਾਹਿਬ ਬਹੁਤ ਧੰਨਵਾਦ ਤੁਹਾਡਾ। ਨਰਮੇ ਕਪਾਹ ਦੇ ਬਾਰੇ ਤੇ ਪਲੱਸ ਆਪਾਂ ਕੀਟਨਾਸ਼ਕਾਂ ਬਾਰੇ, ਉਹਨਾਂ ਦੀ ਵਰਤੋਂ ਬਾਰੇ, ਕਿਹੜੇ ਕੀਟਨਾਸ਼ਕ ਅਸੀਂ ਸਿਫਾਰਿਸ਼ ਕੀਤੀ, ਉਹਨਾਂ ਬਾਰੇ ਜਾਣਕਾਰੀ ਡਾਕਟਰ ਵਿਜੇ ਕੁਮਾਰ ਨੇ ਸਾਡੇ ਨਾਲ ਸਾਂਝੀ ਕੀਤੀ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਮੈਂ ਲਾਈਵ ਕੁਝ ਸਵਾਲ ਆਉਂਦੇ ਨੇ, ਉਸ ਤੋਂ ਪਹਿਲਾਂ ਵੀ ਮੈਂ ਮੌਸਮ ਵਿਗਿਆਨੀ ਉਹਨਾਂ ਨੂੰ ਵੀ ਨਿਯੁਕਤ ਦੇਵਾਂ ਸਾਡੇ ਨਾਲ ਵੀ ਸ਼ਾਮਲ ਹੋਣ। ਨਰਿੰਦਰ ਸਿੰਘ ਜੀ ਦਾ ਸਵਾਲ ਹੈ, ਮਟਰਾਂ ਦੇ ਬੀਜ ਤੋਂ ਬਾਅਦ ਬੂਟਾ ਸੁੱਕਣ ਲੱਗ ਜਾਂਦਾ ਹੈ ਜੀ, ਇਹਦੇ ਬਾਰੇ ਜਾਣਕਾਰੀ ਚਾਹੀਦੀ ਸੀ। ਇੱਕ ਉੱਪਰ ਸਵਾਲ ਸੀਗਾ ਪ੍ਰਿੰਸਪ੍ਰੀਤ ਸਿੰਘ ਸੰਧੂ ਹੋਣਾ ਜੀ ਦਾ, ਕੈਰਟ ਵਿੱਚ ਗੰਢੀ ਦੇ ਮੋਥੇ ਦੇ ਨਾਲ ਦਾ ਇਲਾਜ ਦੱਸੋ ਸਰ। ਮੈਂ ਹੋਰ ਬਾਕੀ ਸਾਰੇ ਬੰਦਿਆਂ ਨੂੰ ਦੱਸਣਾ ਚਾਹੁੰਦਾ ਵਾ, ਸਬਜ਼ੀਆਂ ਦੇ ਸੰਬੰਧੀ ਜੇ ਕਿਸੇ ਆਪ ਜੀ ਦੇ ਸਵਾਲ ਨੇ, ਤੁਸੀਂ ਸਾਡੇ ਵਿਗਿਆਨੀ ਡਾਕਟਰ ਕੁਲਵੀਰ ਸਿੰਘ, ਉਹਨਾਂ ਦਾ ਨੰਬਰ ਤੁਸੀਂ ਨੋਟ ਕਰ ਲਓ 81 463 44 45। ਡਾਕਟਰ ਕੁਲਵੀਰ ਸਿੰਘ 81 463 44 44 5। ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਤੁਹਾਡਾ ਇਹਨਾਂ ਸਵਾਲਾਂ ਦੇ ਜਵਾਬ ਬੜੇ ਸਖਾਲੇ ਤਰੀਕੇ ਦੇ ਨਾਲ ਉਹ ਤੁਹਾਨੂੰ ਦੇ ਦੇਣਗੇ। ਗੱਲ ਕਰਦੇ ਸੀ ਅਸੀਂ ਮੌਸਮ ਦੀ। ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਸਾਡੇ ਵਿੱਚ ਸ਼ਾਮਲ ਹੈ। ਮੈਡਮ ਪਹਿਲਾਂ ਆਪ ਜੀ ਦਾ ਸਵਾਗਤ ਹੈ। ਮੈਡਮ ਪਹਿਲਾਂ ਤਾਂ ਇਹ ਦੱਸੋ, ਇਸ ਵਰੇ ਜਿਵੇਂ ਵੀ ਹੈ ਇਹ ਮਾਨਸੂਨ ਦੀ ਕਾਰਗੁਜ਼ਾਰੀ ਉਹ ਕਿੱਦਾਂ ਦੀ ਰਹੀ ਜੀ? ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਆਪਾਂ ਦੇਖਦੇ ਹਾਂ ਮਾਨਸੂਨ ਦਾ ਜਿਹੜਾ ਸਾਡੀ ਖੇਤੀਬਾੜੀ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਰੋਲ ਹੈ। ਜੀ ਜੀ ਜੀ। ਇਸ ਤਰ੍ਹਾਂ ਸਿੰਚਾਈ ਦੇ ਪ੍ਰਬੰਧ ਸਾਡੇ ਕੋਲ ਕਾਫੀ ਜ਼ਿਆਦਾ ਅੱਛੇ ਹੈ, ਬਟ ਫਿਰ ਵੀ ਅਸੀਂ ਜਿਹੜਾ ਇਹਦੇ ਤੇ ਮਾਨਸੂਨ ਤੇ ਕਾਫੀ ਸਾਡੀ ਜਿਹੜੀ ਖੇਤੀ ਨਿਰਭਰ ਹੈ ਜੀ। ਸੋ ਜੇ ਆਪਾਂ ਇਸ ਸਾਲ ਜਿਹੜੀ ਮਾਨਸੂਨ ਹੈਗੀ ਹੈ, ਇਹ ਸਾਲ ਦੇ ਵਿੱਚ ਜਿਹੜੀ ਜਦੋਂ ਹਵਾ ਦੀ ਦਿਸ਼ਾ ਬਦਲਦੀ ਹੈ ਉਦੋਂ ਇਹਦਾ ਮਤਲਬ ਜਿਹੜਾ ਅਸਰ ਹੁੰਦਾ ਹੈ ਕਿ ਇਹ ਜਿਹੜਾ ਅਰਬੀ ਭਾਸ਼ਾ ਦੇ ਮੌਸਮ ਮਤਲਬ ਵਰਡ ਤੋਂ ਲਿਆ ਗਿਆ, ਜਿਹਦਾ ਮਤਲਬ ਹੁੰਦਾ ਰੁੱਤ। ਸੋ ਜਦੋਂ ਦੱਖਣੀ ਪੱਛਮੀ ਹਵਾਵਾਂ ਚੱਲਦੀਆਂ ਨੇ ਸਾਡੇ ਗਰਮੀ ਦਾ ਸ਼ੁਰੂਆਤ ਹੁੰਦੀ ਹੈ, ਉਸ ਤੋਂ ਬਾਅਦ ਜਿਹੜਾ ਮਾਨਸੂਨ ਦਾ ਆਗਾਜ਼ ਹੁੰਦਾ ਹੈ। ਜੂਨ ਤੋਂ ਲੈ ਕੇ ਸਤੰਬਰ ਤੱਕ ਦਾ ਜਿਹੜਾ ਸੀਜ਼ਨ ਹੈ ਉਹ ਸਾਡੇ ਕੋਲ ਮਾਨਸੂਨ ਸੀਜ਼ਨ ਹੁੰਦਾ ਹੈ। तो इस बारी ਜਿਹੜੀ ਸਾਡੀ ਮਾਨਸੂਨ ਦੀ ਕਾਰਗੁਜ਼ਾਰੀ ਹੈ ਉਹ ਕਾਫੀ ਵਧੀਆ ਰਹੀ ਹੈ। ਜਿਸ ਤਰ੍ਹਾਂ ਕਿ ਅਗਸਤ ਦੇ ਮਹੀਨੇ ਤੱਕ ਦੀ ਆਪਾਂ ਗੱਲ ਕਰੀਏ ਤਾਂ ਸਾਡੇ ਕੋਲ ਪਿਛਲੇ 40-45 ਸਾਲ ਦਾ ਜਿਹੜਾ ਰਿਕਾਰਡ ਹੈ ਉਹ ਬ੍ਰੇਕ ਹੋਇਆ, ਕਿਉਂਕਿ 25% ਤੱਕ ਜਿਹੜੀ ਬਾਰਿਸ਼ ਹੈ ਉਹ ਅਗਸਤ ਦੇ ਮਹੀਨੇ 'ਚ ਜ਼ਿਆਦਾ ਰਿਕਾਰਡ ਕੀਤੀ ਗਈ ਹੈ। ਜੀ ਜੀ। ਸੋ ਇਸ ਕਰਕੇ ਆਪਾਂ ਦੇਖ ਸਕਦੇ ਹਾਂ ਕਿ ਕਾਫੀ ਅੱਛੀ ਜਿਹੜੀ ਮਤਲਬ ਪੰਜਾਬ ਦੇ ਵਿੱਚ ਜਿਹੜੀ ਇਹ ਬਾਰਿਸ਼ ਰਹੀ ਹੈ। ਪਰ ਫਿਰ ਵੀ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਆਪਾਂ ਕੀ ਕੈਟਾਗਰੀ ਬਣਾਉਂਦੇ ਹਾਂ, ਕਿਸੇ ਦੇ ਵਿੱਚ ਐਕਸੈਸ ਹੈ, ਨਾਰਮਲ ਹੈ, ਡੈਫੀਨਿਟ ਹੈ, ਉਹਦੇ ਹਿਸਾਬ ਨਾਲ ਜੇ ਆਪਾਂ ਮੁਕਤਸਰ, ਸੰਗਰੂਰ, ਫਰੀਦਕੋਟ, ਕਪੂਰਥਲਾ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੀ ਬਾਰਿਸ਼ ਹੈ ਆਮ ਨਾਲੋਂ ਜ਼ਿਆਦਾ ਰਹੀ ਹੈ। ਸੋ ਜਿਹੜੇ ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ, ਮੋਗਾ, ਬਰਨਾਲਾ, ਬਠਿੰਡਾ, ਰੋਪੜ, ਫਤਿਹਗੜ੍ਹ ਸਾਹਿਬ ਤੇ ਮੋਹਾਲੀ, ਇਹਨਾਂ ਦੇ ਵਿੱਚ ਨਾਰਮਲ ਰਹੀ ਹੈ। ਸੋ ਕਾਫੀ ਜ਼ਿਲ੍ਹਿਆਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਨਾਰਮਲ ਤੋਂ ਐਕਸੈਸ ਰਹੀ ਹੈ। ਪਰ ਕੁਝ 4-5 ਜ਼ਿਲ੍ਹੇ ਇਹੋ ਜਿਹੇ ਰਹੇ ਹੈ ਜਿੱਥੇ ਥੋੜੀ ਜਿਹੀ ਡੈਫਿਸਿਟ ਵੀ ਰਹੀ ਹੈ। ਉਹਨਾਂ ਦੇ ਵਿੱਚ ਹੈਗਾ ਤਰਨਤਾਰਨ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਪਟਿਆਲਾ ਤੇ ਮਾਨਸਾ।
ਸੋ ਇਸ ਤਰ੍ਹਾਂ ਨਾਲ ਜਿਹੜੀ ਇਹਨਾਂ ਦੀ ਡਿਸਟ੍ਰੀਬਿਊਸ਼ਨ ਹੋਈ ਹੈ। ਬਟ ਫਿਰ ਵੀ ਜੇ ਆਪਾਂ 1 ਜੂਨ ਤੋਂ ਲੈ ਕੇ 7 ਸਤੰਬਰ ਤੱਕ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ 387 ਮਿਲੀਮੀਟਰ ਤੱਕ ਜਿਹੜੀ ਬਾਰਿਸ਼ ਰਿਕਾਰਡ ਕੀਤੀ ਗਈ ਹੈ, ਜਿਹੜੀ ਕਿ 412 ਮਿਲੀਮੀਟਰ ਸਾਨੂੰ ਨਾਰਮਲੀ ਹੁੰਦੀ ਹੈ। ਸੋ ਜੇ ਜਿਹੜਾ 5% ਦਾ ਜਿਹੜਾ ਡੈਫਿਸਿਟ ਹੈ ਉਹ ਵੀ ਅਸੀਂ ਉਹਨੂੰ ਨਾਰਮਲੀ ਕੰਸੀਡਰ ਕਰਦੇ ਹਾਂ ਕਿ ਉਹਦੇ ਨਾਲ ਕੋਈ ਜ਼ਿਆਦਾ ਚੇਂਜ ਨਹੀਂ ਆਉਂਦੀ। ਸੋ ਇਸ ਤਰ੍ਹਾਂ ਦੀ ਜਿਹੜੀ ਸਾਡੀ ਜਿਹੜੀ ਕਾਰਗੁਜ਼ਾਰੀ ਹੈ ਉਹ ਪਿਛਲੇ ਮੌਨਸੂਨ ਦੀ ਰਹੀ ਹੈ। ਜੀ ਮੈਡਮ, ਇੱਕ ਪਤਾ ਕਰਦਾ ਸੀਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਹ ਤਪਸ਼ ਘਟਣ ਦੇ ਵੀ ਆਸਾਰ ਨੇ, ਜਾਂ ਜਿਹੜੀ ਹਿਊਮਿਡਿਟੀ ਆਪਾਂ ਗੱਲ ਕਰੀਏ ਵੀ ਉਹ ਘਟ ਰਹੀ ਹੈ ਕਿ ਵੱਧ ਰਹੀ, ਤੇ ਉਹਦੇ ਅਨੁਸਾਰ ਸਾਨੂੰ ਆਪਣੀ ਖੇਤੀ ਦੀਆਂ ਸਾਰੀਆਂ ਕਾਰਵਾਈਆਂ ਆਪਣੇ ਵਿਉਂਤ ਤੇ ਬੈਠ ਉਹਦੇ ਬਾਰੇ ਤੁਸੀਂ ਜ਼ਰੂਰ ਜ਼ਿਕਰ ਕਰੋ। ਹਾਂਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਜਿਹੜਾ ਆਹ ਵਾਲਾ ਹਫ਼ਤਾ ਹੈ, ਆਉਣ ਵਾਲਾ ਹਫ਼ਤਾ ਇਹਦੇ ਵਿੱਚ ਮੌਸਮ ਕਾਫੀ ਹੱਦ ਤੱਕ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਬਾਰਿਸ਼ ਦੀ ਸੰਭਾਵਨਾ ਕਾਫੀ ਘੱਟ ਹੈ ਕਿਉਂਕਿ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਲੋ ਪ੍ਰੈਸ਼ਰ ਏਰੀਆ ਜਿਹਨੂੰ ਆਪਾਂ ਘੱਟ ਦਬਾਅ ਵਾਲਾ ਖੇਤਰ ਕਹਿੰਦੇ ਆ ਉਹ ਬਣ ਚੁੱਕਿਆ, ਪਰ ਉਹਦਾ ਜਿਹੜਾ ਅਸਰ ਹੈ ਉਹ ਮੱਧ ਭਾਰਤ ਤੱਕ ਹੀ ਰਹੇਗਾ। ਸੋ ਮੱਧ ਭਾਰਤ ਦੇ ਵਿੱਚ ਜਿਹੜੀ ਬਾਰਿਸ਼ ਹੋਣ ਦੀ ਸੰਭਾਵਨਾ ਇਹਨਾਂ ਦਿਨਾਂ ਦੇ ਵਿੱਚ ਹੈਗੀ ਆ, ਪਰ ਉੱਤਰੀ ਭਾਰਤ ਦੇ ਵਿੱਚ ਹਲੇ ਜਿਹੜੀ ਦੀ ਸੰਭਾਵਨਾ ਘੱਟ ਹੈ। ਸੋ ਬਟ ਆਪਾਂ ਇਹ ਕੋਸ਼ਿਸ਼ ਮਤਲਬ IMD ਵੱਲੋਂ ਕਿਆਸ ਲਗਾਏ ਜਾ ਰਹੇ ਹੈ ਕਿ ਜਦੋਂ ਮੌਨਸੂਨ ਦਾ ਐਂਡ ਹੋਣਾ ਸਤੰਬਰ ਐਂਡ ਦੇ ਵਿੱਚ ਇਹ ਜਿਹੜੀ ਡੈਫਿਸਿਟ ਆ ਕਵਰ ਹੋ ਜਾਏਗਾ, ਤਾਂ ਸਾਨੂੰ ਕਾਫੀ ਉਮੀਦ ਹੈ ਕਿ ਜਿਹੜਾ ਆਹ ਡੈਫਿਸਿਟ ਚੱਲ ਰਿਹਾ ਹਫ਼ਤੇ ਦਾ ਜਾਂ ਅਗਲੇ ਹਫ਼ਤੇ ਘਟਣ ਦੀ ਸੰਭਾਵਨਾ ਹੈ ਐਂਡ ਤੱਕ ਜਿਹੜੀ ਉਹ ਕਵਰ ਅਪ ਹੋ ਜਾਏਗੀ, ਤਾਂ ਓਵਰਆਲ ਸਾਡੇ ਕੋਲ ਜਿਹੜਾ ਮੌਨਸੂਨ ਹੈ ਕਾਫੀ ਅੱਛਾ ਰਹੇਗਾ। ਤਾਂ ਜਿਹੜਾ ਹੁਣ ਇਹ ਮੌਸਮ ਆਪਾਂ ਕਹਿ ਰਹੇ ਕਿ ਖੁਸ਼ਕ ਹੈ, ਇਹਦੇ ਵਿੱਚ 35 ਤੋਂ 36 ਤੱਕ ਜਿਹੜਾ ਦਿਨ ਦਾ ਤਾਪਮਾਨ ਰਹਿਣ ਦੀ ਸੰਭਾਵਨਾ ਹੈਗੀ ਹੈ ਤੇ 25 ਤੋਂ 27 ਜਿਹੜਾ ਰਾਤ ਦਾ ਪਰ ਜਿਹੜੀ ਨਮੀ ਹੈ ਉਹ ਕਾਫੀ ਜ਼ਿਆਦਾ ਇਹਦੇ ਵਿੱਚ ਰਹਿਣ ਦੀ ਸੰਭਾਵਨਾ ਹੈਗੀ ਹੈ, ਕਿਉਂਕਿ ਜਿਹੜਾ ਮੌਸਮ ਹੈ ਉਹ ਖੁਸ਼ਕ ਨਹੀਂ ਰਹੂਗਾ, ਥੋੜਾ ਜਿਹਾ ਹੁਮਸ ਥੋੜਾ ਜ਼ਰੂਰ ਰਹੇਗਾ। ਸੋ 80% ਤੱਕ ਜਿਹੜੀ ਨਮੀ ਹੈ ਸਵੇਰ ਦੀ ਰਹਿ ਸਕਦੀ ਹੈ ਤੇ 60% ਜਿਹੜੀ ਸ਼ਾਮ ਦੀ ਰਹਿ ਸਕਦੀ ਹੈ। ਸੋ ਇਹਨਾਂ ਦਿਨਾਂ ਦੇ ਵਿੱਚ ਅਸੀਂ ਕਿਸਾਨ ਵੀਰਾਂ ਨੂੰ ਕਹਿੰਦੇ ਹਾਂ ਕਿ ਲੋੜ ਅਨੁਸਾਰ ਜਿਹੜਾ ਉਹ ਪਾਣੀ ਕਿਸੇ ਵੀ ਆਪਣੀ ਫਸਲ ਨੂੰ ਲਾ ਸਕਦੇ ਆ ਜਿੱਥੇ ਕਿਉਂਕਿ ਲੋੜ ਉਹਨਾਂ ਨੂੰ ਲੱਗ ਰਹੀ ਹੈ। ਇਸੇ ਤਰ੍ਹਾਂ ਜਿਵੇਂ ਕੋਈ ਕਿਸੇ ਜਿਵੇਂ ਆਪਾਂ ਕਹਿੰਦੇ ਥ੍ਰੈਸ਼ਹੋਲਡ ਲੈਵਲ ਤੋਂ ਕਿਸੇ ਦੀ ਜ਼ਿਆਦਾ ਹੈਗੀ ਹੈ, ਅਟੈਕ ਹੈਗਾ ਕਿਸੇ ਇਨਸੈਕਟ ਦਾ ਜਾਂ ਕਿਸੇ ਡਿਜ਼ੀਜ਼ ਦਾ, ਉਹਦੇ ਤੇ ਉਹ ਸਪਰੇ ਵੀ ਇਹਨਾਂ ਦਿਨਾਂ ਦੇ ਵਿੱਚ ਕਰ ਸਕਦੇ ਕਿਉਂਕਿ ਜਿਹੜਾ ਮੌਸਮ ਹੈ ਉਹ ਖੁਸ਼ਕ ਹੈ। ਬਾਕੀ ਜਦੋਂ ਆਪਾਂ ਇਸ ਸੀਜ਼ਨ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਅਸੀਂ ਜਿਵੇਂ ਕਿ ਪਾਲਕ ਹੈ, ਗਾਜਰ ਹੈ, ਮੂਲੀ ਹੈ, ਇਹਨਾਂ ਜਿਹੜੀਆਂ ਫਸਲਾਂ ਦੀ ਇਹ ਕਾਫੀ ਢੁਕਵਾਂ ਸਮਾਂ ਹੈਗਾ। ਔਰ ਇਸੇ ਤਰ੍ਹਾਂ ਜਿਹੜੀ ਆਲੂ ਦੀਆਂ ਦੇਤੀ ਕਿਸਮਾਂ ਆ ਉਹ ਵੀ ਅਸੀਂ ਇਹਨਾਂ ਦਿਨਾਂ ਵਿੱਚ ਲਾ ਸਕਦੇ ਹਾਂ। ਸੋ ਇਸ ਤਰ੍ਹਾਂ ਦੀ ਜਿਹੜੀ ਅਸੀਂ ਐਡਵਾਈਜ਼ਰੀ ਹੈ ਆਉਣ ਵਾਲੇ ਟਾਈਮ ਲਈ ਕਿਸਾਨਾਂ ਲਈ ਜਾਰੀ ਕਰ ਰਹੇ ਹਾਂ। ਜੀ ਸੋ ਬੜੀ ਮੁੱਲੀ ਜਾਣਕਾਰੀ ਮੈਡਮ ਤੁਸੀਂ ਸਾਡੇ ਨਾਲ ਸਾਂਝੀ ਕੀਤੀ। ਇਸ ਤੋਂ ਇਲਾਵਾ ਤੁਸੀਂ ਕੁਝ ਹੋਰ ਜਾਣਕਾਰੀ ਸਾਡੇ ਕਿਸਾਨ ਵੀਰਾਂ ਨਾਲ ਸਾਡੇ ਸਬਸਕ੍ਰਾਈਬਰ ਨਾਲ ਸਾਂਝੀ ਕਰਨੀ ਚਾਹੁੰਦੇ ਹੋ? ਡਾਕਟਰ ਸਾਹਿਬ ਐਡਵਾਈਜ਼ਰੀ ਜਿਹੜੀ ਹੈਗੀ ਆ ਉਹ ਆਪਾਂ ਦੱਸਤੀ ਆ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਬਾਕੀ ਇਸ ਤੋਂ ਬਾਅਦ ਜਿਹੜੀ ਹੋਰ ਅਪਡੇਟ ਹੋਏਗੀ ਆਪਾਂ ਨੈਕਸਟ ਵੀਕ ਨੂੰ ਜਾਰੀ ਕਰਾਂਗੇ। ਅਸੀਂ ਉਹ ਖੇਤੀ ਸੰਦੇਸ਼ ਦੇ ਰਾਹੀਂ ਜਾਂ ਹੋਰ ਮਾਧਿਅਮਾਂ ਰਾਹੀਂ ਆਪ ਜੀ ਦੇ ਨਾਲ ਲਗਾਤਾਰ ਸਾਂਝੀ ਕਰਦੇ ਰਹਾਂਗੇ। ਮੈਡਮ ਬਹੁਤ ਬਹੁਤ ਸ਼ੁਕਰੀਆ ਜੀ। ਕੁਝ ਕਿਸਾਨ ਵੀਰਾਂ ਦੇ ਨਾਲ ਸਵਾਲ ਆ ਰਹੇ ਨੇ, ਇਹ ਸਵਾਲ ਪੁੱਛ ਰਹੇ ਨੇ ਫਿਰੋਜ਼ਪੁਰ ਤੋਂ। ਮੈਂ ਨੰਬਰ ਨੋਟ ਕਰਾਉਣਾ ਵੀ ਹੈ, ਨਰਮਾ ਕਪਾਹ ਪੱਟੀ ਦੇ ਸੰਬੰਧੀ ਇਹਨਾਂ ਸਵਾਲ ਨੇ। ਡਾਕਟਰ ਗੁਰਜੰਟ ਸਿੰਘ ਔਲਖ ਜੀ ਦਾ ਨੰਬਰ ਮੈਂ ਆਪ ਜੀ ਨਾਲ ਸ਼ੇਅਰ ਕਰ ਰਿਹਾ। ਹਬੀਬਪੁਰ ਜੀ ਇਹ ਪੁੱਛਣਾ ਚਾਹੁੰਦੇ ਸੀ। ਡਾਕਟਰ ਗੁਰਜੰਟ ਸਿੰਘ ਔਲਖ 95018 00488। ਮੈਂ ਦੁਬਾਰਾ ਰਿਪੀਟ ਕਰ ਰਿਹਾ 95018 00488। ਇਸ ਤੋਂ ਇਲਾਵਾ ਤੁਸੀਂ ਡਾਕਟਰ ਜਗਜੋਤ ਸਿੰਘ ਗਿੱਲ, ਇਹ ਵੀ ਮੁੱਢੀ ਉੱਥੇ ਤੈਨਾਤ ਨੇ ਸਾਡੇ ਵਿਗਿਆਨੀ, ਉਹਨਾਂ ਦਾ ਨੰਬਰ ਹੈਗਾ 828393 32427। ਰਿਪੀਟ ਕਰ ਰਿਹਾ 828393 32427। ਤੁਸੀਂ ਇਹਨਾਂ ਕੋਲੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਕੁਝ ਬਿਮਾਰੀਆਂ ਸੰਬੰਧੀ ਆਪ ਜੀ ਦੇ ਲਾਈਵ ਸਵਾਲ ਵੀ ਆ ਰਹੇ, ਸ਼ੀਤ ਬਰਾਈਟ ਬਾਰੇ ਵੀ ਪੁੱਛਿਆ ਜਾ ਰਿਹਾ ਹੈ ਜਾਂ ਹੋਰ ਕਾਲੀਆਂ ਮੁੰਜਰਾਂ ਬਾਰੇ ਵੀ ਪੁੱਛਿਆ ਜਾ ਰਿਹਾ ਹੈ। ਅਸੀਂ ਨਿਯੋਤਾ ਦਿੱਤਾ ਸੀਗਾ ਸਾਡੇ ਸੰਚਾਰ ਕੇਂਦਰ ਦੇ ਯੂਨੀਵਰਸਿਟੀ ਦੇ ਵੀ ਮੁਖੀ ਡਾਕਟਰ SK ਸਿੰਧ ਜੀ ਨੂੰ, ਜੋ ਪਦਵਾਰੂ ਹਸਪਤਾਲ ਦੇ ਵਿੱਚ ਬਤੌਰ ਮੁਖੀ ਵੀ ਤੈਨਾਤ। ਡਾਕਟਰ ਸਾਹਿਬ ਜੀ ਦਾ ਸਵਾਗਤ ਹੈ ਜੀ। ਡਾਕਟਰ ਸਾਹਿਬ ਕੁਝ ਸਵਾਲ ਆਪਾਂ ਲਾਈਵ ਹੀ ਲਵਾਂਗੇ, ਕੁਝ ਸਵਾਲ ਜਿਵੇਂ ਸਾਡੇ ਕੋਲ ਪਹਿਲਾਂ ਆਏ ਸੀ। ਇਹਦੇ ਵਿੱਚ ਤੁਸੀਂ ਹਲਦੀ ਰੋਗ ਬਾਰੇ ਡਾਕਟਰ ਸਾਹਿਬ ਜਾਣਕਾਰੀ ਦਿਓ। ਹਲਦੀ ਰੋਗ ਜਿਹੜਾ ਅੱਜ ਕੱਲ੍ਹ ਦਾ ਪੂਰਾ ਜਿਹੜਾ ਮੌਸਮ, ਜਿਵੇਂ ਮੈਡਮ ਜੀ ਨੇ ਦੱਸਿਆ ਵੀ ਨਮੀ ਜ਼ਿਆਦਾ ਰਹੂਗੀ ਜੀ, ਨਮੀ ਜ਼ਿਆਦਾ ਚ ਬਹੁਤ ਜ਼ਿਆਦਾ ਜਿਹੜਾ ਇਹਦਾ ਹਮਲਾ ਹੁੰਦਾ ਜੀ। ਇਹਦੇ ਵਾਸਤੇ ਜਿਹੜਾ ਤੁਸੀਂ ਬਲਾਈਟੌਕਸ ਦਵਾਈ ਜਿਹੜੀ ਕੋਸਾਈਡ ਦੇ ਨਾਂ ਤੇ ਮਿਲਦੀ ਹੈ ਜੀ, ਉਹ ਕੋਸਾਈਡ ਜਿਹੜੀ ਆ ਤੁਸੀਂ 500 ਗ੍ਰਾਮ ਦਵਾਈ 200 ਲੀਟਰ ਪਾਣੀ ਚ ਪਾ ਕੇ ਸਪਰੇਅ ਕਰੋ ਜੀ, ਜਿਹੜਾ ਹਲਦੀ ਰੋਗ ਦਾ ਜਿਹੜਾ ਛੁਟਕਾਰਾ ਹੋ ਸਕਦਾ ਹੈ ਜੀ। ਡਾਕਟਰ ਸਾਹਿਬ ਇੱਕ ਜਗਜੀਤ ਸਿੰਘ ਜੀ ਪਤਾ ਬੈਕਟੀਰੀਅਲ ਲੀਫ ਬਲਾਈਟ, ਇਹਦੇ ਬਾਰੇ ਵੀ ਵਿਸਥਾਰ ਦੱਸੋ ਜੀ। ਹਾਂਜੀ, ਬੈਕਟੀਰੀਅਲ ਲੀਫ ਬਲਾਈਟ ਜਿਹੜੀ ਹੈ ਤਾਂ ਪੂਸਾ ਦੀਆਂ ਵੈਰਾਈਟੀਆਂ ਉਹਨਾਂ ਤੇ ਮੌਸਮ ਨੂੰ ਜਿਹੜਾ ਅੱਛਾ ਚੱਲ ਰਿਹਾ ਇਹਦੇ ਲਈ
ਤੇ ਜਿਹੜੀ ਬੈਕਟੀਰੀਆ ਬਲਾਈਟ ਆ ਸਕਦੀ ਹੈ ਜੀ, ਇਹ ਤੱਕ ਕਿਤੇ ਵੀ ਮਤਲਬ ਜ਼ਿਆਦਾ ਨੁਕਸਾਨ ਵਾਲੀ ਗੱਲ ਨਹੀਂ ਹੈਗੀ ਜੀ। ਜੇ ਬਿਮਾਰੀ ਆਉਂਦੀ ਤਾਂ ਇਹਦੇ ਵਾਸਤੇ ਕੋਈ ਵੀ ਦਵਾਈ ਕੰਮ ਨਹੀਂ ਕਰਦੀ। ਕੋਸ਼ਿਸ਼ ਕਰੋ ਵੀ ਤੁਸੀਂ ਜਿਹੜਾ ਪਾਣੀ ਖੇਤ 'ਚ ਘੱਟ ਰੱਖੋ ਜੀ, ਖੇਤ ਦੇ ਵਿੱਚ ਦੀ ਜ਼ਿਆਦਾ ਤੋਰਾ ਫੇਰਾ ਨਾ ਕਰੋ। ਜਿਵੇਂ ਖੇਤ ਦੇ ਵਿੱਚ ਤੁਸੀਂ ਤੋਰਾ ਫੇਰਾ ਕਰੋਗੇ ਤੇ ਬਿਮਾਰੀ ਅੱਗੇ ਵਧੂਗੀ ਜੀ। ਕੋਈ ਵੀ ਦਵਾਈ ਜਿਹੜੀ ਹੈ ਇਸ ਬਿਮਾਰੀ ਨੂੰ ਨਹੀਂ ਰੋਕ ਸਕਦੀ। ਸਿਰਫ ਯੂਨੀਵਰਸਿਟੀ ਵੱਲੋਂ ਜਿਹੜੀਆਂ ਇਸ ਬਿਮਾਰੀ ਦੇ ਟੱਕਰਾ ਕਰਨ ਵਾਲੀਆਂ ਕਿਸਮਾਂ ਉਹ ਹੀ ਤੁਸੀਂ ਬੀਜਿਆ ਕਰੋ ਜੀ। ਡਾਕਟਰ ਸਾਹਿਬ ਇੱਕ ਸਾਡੇ ਕਿਸਾਨ ਵੀਰ ਨੇ ਗੁਰਵਿੰਦਰ ਸਿੰਘ ਗਿੱਲ ਜੀ, ਇਹ ਪੁੱਛਦੇ ਨੇ ਸਰ ਕਾਲੀ ਮੁੰਜਰਾ ਦਾ ਹੱਲ ਦੱਸੋ ਜੀ। ਕਾਲੀ ਮੁੰਜਰ ਦਾ ਪਿੱਛੇ ਜਿਵੇਂ ਪਿਛਲੇ ਹਫਤੇ ਕਾਫੀ ਬਰਸਾਤਾਂ ਲਗਾਤਾਰ ਪੈਂਦੀਆਂ ਰਹੀਆਂ, ਜਿਵੇਂ 2-3 ਦਿਨ ਝੜੀ ਲੱਗੀ ਰਹੀ ਹੈ ਜੀ। ਉਹਦੇ ਚ ਕੀ ਹੁੰਦਾ ਹੈ, ਜਿਹੜਾ ਪਾਣੀ ਲੱਗ ਕੇ ਜਿਹੜਾ ਨਸਾਰੇ ਦੇ ਝੋਨਾ ਹੁੰਦੇ ਦਾਣੇ ਕਾਲੇ ਹੋ ਜਾਂਦੇ ਜੀ। ਉਹ ਕਾਲੇ ਹੋਣ ਦੇ ਨਾਲ ਜਿਹੜੀਆਂ ਅੱਗੇ ਕਹਿ ਲਓ ਕਾਲਾ ਸ਼ੁਰੂ ਹੋ ਗਿਆ, ਕਰਨਲ ਸਮੱਟ ਕਹਿੰਦੇ ਅਸੀਂ ਜੀ, ਦਾਣੇ ਗਲਣੇ ਸ਼ੁਰੂ ਹੋ ਜਾਂਦੇ ਆ ਜੀ। ਸੋ ਉਸ ਵਾਸਤੇ ਹੈ ਤੁਸੀਂ ਜਿਹੜੀਆਂ ਸਾਡੀਆਂ ਫੰਜੀਸਾਈਡ ਹੈ, ਇੱਕ ਨੈਟਿਵ ਦਵਾਈਆਂ ਆਉਂਦੀ ਹੈ 80 ਗ੍ਰਾਮ ਹੈ ਜੀ, ਦੂਸਰੀ ਤੁਸੀਂ ਹੈ ਜਿਹੜੀ ਐਮਿਸਟਰ ਟੌਪ ਹੈ 200 ਗ੍ਰਾਮ ਹੈ ਜੀ, ਜਾਂ ਫੋਲਿਕੋਲ ਜੀ। ਇਹ ਦਵਾਈਆਂ ਦਾ ਜਿਹੜਾ ਸਪਰੇਅ ਕਰੋਗੇ ਤੇ ਜਿਹੜੀ ਹੈ ਤੁਹਾਡੀ ਕਾਲੇ ਹੋਣ ਦੀ ਸਮੱਸਿਆ ਦਾਣਿਆਂ ਦੀ ਇਹ ਘਟ ਜਾਊਗੀ ਜੀ। ਤੇ ਜਿਹੜੇ ਵੀਰਾਂ ਨੇ ਅਜੇ ਤੱਕ ਇਹ ਸਪਰੇਆਂ ਨਹੀਂ ਕੀਤੀਆਂ ਉਹ ਪਹਿਲੇ ਹੀ ਕਰ ਲੈਣ ਕਿਉਂਕਿ ਇਹ ਸਮੱਸਿਆ ਨਾ ਆਵੇ ਜੀ ਜੀ ਜੀ। ਡਾਕਟਰ ਸਾਹਿਬ ਇਹਦੇ ਨਾਲ ਇੱਕ ਹੋਰ ਮਿਲਦਾ ਜੁਲਦਾ ਸਵਾਲ ਹੈ, ਕਿਉਂਕਿ ਤੁਸੀਂ ਸਾਂਝੀ ਹੋ ਪੌਦਾ ਰੋਗ ਹਸਪਤਾਲ ਦੇ ਤੇ ਨਾਲੇ ਸੰਚਾਰ ਕੇਂਦਰ ਦੇ। ਇੱਕ ਜੇ ਪ੍ਰਕਾਸ਼ਨਾਵਾਂ ਅਸੀਂ ਲੈਣੀ ਹੈ ਤੇ ਪ੍ਰਕਾਸ਼ਨ ਯੂਨੀਵਰਸਿਟੀ ਦੇ ਵੱਖ-ਵੱਖ ਜ਼ਿਲ੍ਹਿਆਂ ਸਥਾਨਕ ਕੇਂਦਰਾਂ ਤੋਂ ਬੜੇ ਸੁਖਾਲੇ ਤਰੀਕੇ ਨਾਲ ਪ੍ਰਾਪਤ ਕੀਤੀਆਂ ਜਾ ਸਕਦੀਆਂ। ਤੇ ਉਸ ਤੋਂ ਇਲਾਵਾ ਜੇ ਅਸੀਂ ਆਨਲਾਈਨ ਲੈਣੀਆਂ ਹੋਣ ਉਹਦਾ ਤੁਸੀਂ ਪਿਛਲੇ ਹਫਤੇ ਵੀ ਜ਼ਿਕਰ ਕੀਤਾ ਸੀਗਾ, ਥੋੜਾ ਜਿਹਾ ਸੰਖੇਪ ਚ ਜ਼ਿਕਰ ਇਸ ਬਾਰੇ ਵੀ ਕਰੋ। ਹਾਂਜੀ, ਪਹਿਲੇ ਤਾਂ ਅਸੀਂ ਕਿਸੇ ਪੈਸੇ ਲੈਂਦੇ ਸੀ ਜਾਂ ਬੈਂਕ ਡਰਾਫਟ ਆਉਂਦੇ ਸੀ ਤਾਂ ਅਸੀਂ ਜਿਹੜੀਆਂ ਤੁਹਾਨੂੰ ਸਹਿਤ ਭੇਜਦੇ ਸੀ। ਹੁਣ ਯੂਨੀਵਰਸਿਟੀ ਨੇ ਨਵਾਂ ਉਪਰਾਲਾ ਕੀਤਾ ਸੀ ਕਿ ਆਨਲਾਈਨ ਅਕਾਊਂਟ ਖੋਲ੍ਹਤਾ ਹੈ ਜਿਹਦੇ ਵਿੱਚ ਤੁਸੀਂ ਪੈਸੇ ਜਮ੍ਹਾਂ ਕਰਾ ਸਕਦੇ ਹੋ। ਸੋ ਇਹਦੇ ਵਿੱਚ ਮੈਂ ਪਿਛਲੀ ਵਾਰੀ ਵੀ ਦੱਸਿਆ ਸੀ, ਬੈਂਕ ਦਾ ਨਾਮ ਜਿਹੜਾ ਬੈਂਕ ਆਫ ਬੜੌਦਾ ਹੈ, ਕੰਪਟਰੋਲਰ PAU, ਇਹਦਾ ਜਿਹੜਾ FSC ਕੋਡ ਦਿੱਤਾ ਹੈ, ਨਾਲ ਅਕਾਊਂਟ ਨੰਬਰ ਦਿੱਤਾ ਹੈ ਜੀ। ਇਹ ਪਿਛਲੀ ਵਾਰੀ ਤੁਹਾਨੂੰ ਡਿਟੇਲ ਦੱਸਿਆ ਸੀ, ਅੱਜ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੁਹਾਡੇ ਸਾਹਮਣੇ ਰੂਬਰੂ ਕਰੀਏ। ਤਾਂ ਇਹ ਜਿਹੜਾ ਅਕਾਊਂਟ ਨੰਬਰ ਹੈ ਤੁਸੀਂ ਇਹਦੇ ਚ ਘਰ ਬੈਠੇ ਜਿਹੜੇ ਪੈਸੇ ਜਮ੍ਹਾਂ ਕਰਵਾ ਕੇ ਉਸ ਤੋਂ ਬਾਅਦ ਜ਼ਰੂਰੀ ਹੈ ਜਿਹੜੀ ਤੁਸੀਂ ਰਸੀਦ ਕਰੋਗੇ ਜੀ, ਤਾਂ ਉਹ ਰਸੀਦ ਜਿਹੜੀ ਹੈ ਤੁਸੀਂ ਸਾਨੂੰ ਜਿਹੜਾ ਆਪਣਾ ਨਾਮ, ਪਤਾ, ਤਹਿਸੀਲ, ਡਾਕਖਾਨਾ, ਈਮੇਲ, ਮੋਬਾਈਲ ਨੰਬਰ, ਇਹ ਸਾਰਾ ਕੁਝ ਸਾਨੂੰ ਤੁਸੀਂ ਸਾਡੇ ਕੋਲ ਭੇਜ ਦੇਣਾ। ਮੈਂ ਸਾਡੇ ਸਹਿਯੋਗੀ ਜਿਹੜੇ ਟੈਕਨੀਸ਼ੀਅਨ ਨੇ ਉਹਨਾਂ ਨੂੰ ਕਹੂੰਗਾ ਇੱਕ ਵਾਰੀ ਇਹਨੂੰ ਹੋਰ ਜ਼ੂਮ ਕਰਕੇ ਨੇੜੇ ਤੇ ਲੈ ਕੇ ਆਉਣਾ। ਹਾਂ ਦਿਮਾਸ਼, ਇਹ ਨੇੜੇ ਲੈ ਕੇ ਆਣਾ, ਜ਼ੂਮ ਕਰ ਲਓ। ਡਾਕਟਰ ਸਾਹਿਬ ਥੋੜਾ ਤੁਸੀਂ ਅੱਗੇ ਕਰ ਦਿਓ, ਤੁਸੀਂ ਅੱਗੇ ਨੂੰ ਕਰ ਦਿਓ। ਸੋ ਇਸ ਪਤੇ ਤੇ ਤੁਸੀਂ ਜਿਹੜਾ ਹੈ ਸਾਰੀ ਕਾਰਵਾਈ ਕਰ ਸਕਦੇ ਜੀ। ਤੋ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ, ਘਰ ਬੈਠੀ ਤੁਹਾਡੇ ਕੋਲ ਜਿਹੜਾ ਮੈਗਜ਼ੀਨ ਪਹੁੰਚ ਜਾਊਗਾ। ਪਰ ਤੁਸੀਂ ਪੈਸੇ ਜਮ੍ਹਾਂ ਕਰਾਉਣ ਤੋਂ ਬਾਅਦ ਜਿਹੜੀ ਆਪਣਾ ਨਾਮ, ਪਤਾ, ਤਹਿਸੀਲ, ਜ਼ਿਲ੍ਹਾ, ਮੋਬਾਈਲ ਨੰਬਰ, ਈਮੇਲ ਇਹ ਜ਼ਰੂਰ ਭੇਜਣਾ, ਕਿਉਂਕਿ ਉਹਦੇ ਤੇ ਅਸੀਂ WhatsApp ਨੰਬਰ ਵੀ ਦਿੱਤਾ ਹੈ। ਉਸ ਨੰਬਰ ਤੇ ਤੁਸੀਂ ਇਹ ਸਾਰਾ ਕੁਝ ਸਾਨੂੰ ਭੇਜ ਦੇਣਾ ਤੇ ਤੁਰੰਤ ਹੀ ਤੁਹਾਨੂੰ ਜਿਹੜਾ ਮੈਗਜ਼ੀਨ ਮਿਲਣਾ ਸ਼ੁਰੂ ਹੋ ਜਾਊਗਾ ਜੀ ਜੀ। ਡਾਕਟਰ ਸਾਹਿਬ ਲਾਈਵ ਬੈਠੇ ਆ, ਇੰਦਰਜੀਤ ਸਿੰਘ ਜੀ ਪੁੱਛਦੇ ਨੇ, ਮੇਰਾ ਨਾਮ ਇੰਦਰਜੀਤ ਸਿੰਘ ਜੀ ਹੈ, ਮੈਂ ਨਾਭੇ ਤੋਂ ਹਾਂ। ਕਿਰਪਾ ਕਰਕੇ ਦੱਸਿਆ ਜਾਵੇ ਕਿ ਮਟਰਾਂ ਦੀ ਫਸਲ ਦੀ ਬਿਜਾਈ ਤੋਂ ਬਾਅਦ ਲਗਭਗ 20-25 ਦਿਨ ਬਾਅਦ ਮਟਰਾਂ ਦੀ ਫਸਲ ਨੂੰ ਉਖੇੜਾ ਰੋਗ ਲੱਗ ਜਾਂਦਾ ਹੈ, ਭਾਵ ਮਟਰਾਂ ਦੇ ਬੂਟੇ ਸੁੱਕ ਜਾਂਦੇ ਹਨ। ਕਿਰਪਾ ਕਰਕੇ ਇਸ ਦਾ ਇਲਾਜ ਦੱਸਿਆ ਜਾਵੇ ਜੀ। ਇਹ ਸਮੱਸਿਆ ਜਿਹੜੀ ਹੈ ਬੀਜ ਤੋਂ ਚੱਲਦੀ, ਜਦੋਂ ਬੀਜ ਬੀਜਦੇ ਆ ਜੀ ਤੇ ਜਿਹੜਾ ਬੀਜ ਉਗਦਾ ਉਸ ਤੋਂ ਬਾਅਦ ਜਿਹੜਾ ਜੜ੍ਹਾਂ ਤੇ ਅਸਰ ਹੁੰਦਾ ਤੇ ਬੂਟਾ ਸੁੱਕਣ ਲੱਗ ਜਾਂਦਾ ਜੀ। ਤੇ ਇਹਦੇ ਵਾਸਤੇ ਕੀ ਹੈ, ਜਦੋਂ ਤੁਸੀਂ ਬੀਜ ਬੀਜਣਾ ਹੈ ਜੀ, ਇਹਦੇ ਵਾਸਤੇ ਜਿਹੜੀ ਹੈ ਸੂਡੋਮੋਨਾਸ ਜਿਹੜਾ ਸਾਡਾ ਕਲਚਰ ਹੈ ਜੀ, ਉਸ ਜਿਹੜਾ ਡਿਪਾਰਟਮੈਂਟ ਜਿਹੜੀ ਪਲਾਂਟ ਪੈਥੋਲੋਜੀ ਤੋਂ ਮਿਲਦਾ ਜੀ, ਉਹ ਤੁਸੀਂ ਜਿਹੜਾ 15 ਗ੍ਰਾਮ ਜਿਹੜਾ ਪਰ ਕਿਲੋ ਬੀਜ ਨੂੰ ਲਾ ਕੇ ਜੀ ਉਹ ਬਿਜਾਈ ਤੁਸੀਂ ਤਾਂ ਕਰਨੀ। ਹੁਣ ਮਟਰਾਂ ਦਾ ਟਾਈਮ ਚੱਲ ਰਿਹਾ ਹੈ ਤੇ ਕੋਸ਼ਿਸ਼ ਕਰੋ ਵੀ ਇਹ ਕਲਚਰ ਲੈ ਕੇ ਤੇ ਮਟਰਾਂ ਦੇ ਬੀਜ ਨੂੰ ਸੋਧ ਕੇ ਬੀਜੋ ਤਾਂ ਇਹ ਜਿਹੜੀ ਬਿਮਾਰੀ ਨਹੀਂ ਆਊਗੀ। ਲੇਕਿਨ ਜਦੋਂ ਖੇਤ 'ਚ ਆਏ ਉਸ ਤੋਂ ਬਾਅਦ ਇਹਦਾ ਕੋਈ ਇਲਾਜ ਨਹੀਂ। ਸੋ ਕੋਸ਼ਿਸ਼ ਕਰੋ, ਬੀਜ ਦੀ ਸੋਧ ਜ਼ਰੂਰ ਕਰੋ। ਠੀਕ ਹੈ ਸਰ ਇੱਕ ਇਹਦੇ ਨਾਲ ਹੋਰ ਮਿਲਦਾ ਜੁਲਦਾ ਤੁਹਾਡੇ ਕੋਲ ਸਵਾਲ ਕਲੀਅਰ ਸਾਹਿਬ ਦਾ। ਕਲੀਅਰ ਸਾਹਿਬ ਦੇ ਪਹਿਲਾਂ ਵੀ 2 ਸਵਾਲ ਆਪਾਂ ਲਏ ਨੇ। ਡਾਕਟਰ ਸਾਹਿਬ ਗੁੱਸਾ 11-21 ਨੂੰ ਪ੍ਰੀਵੈਂਸ਼ਨ ਲਈ ਫੰਜੀਸਾਈਡ 1 ਜਾਂ 2 ਕਰੀਏ, ਇਹ ਪੁੱਛਦੇ ਨੇ ਜੀ, ਕੀ ਕਰੀਏ ਕੀ ਨਾ ਕਰੀਏ। ਇਹਦੇ 'ਚ ਕੁਛ ਨੂੰ ਜਿਵੇਂ ਦੱਸਿਆ ਸ਼ੀਤ ਬਲੱਡ ਵੀ ਕਾਫੀ ਪੈਣੀ ਹੈ, ਝੁਲਸ ਰੋਗ ਵੀ ਪੈਣਾ ਜੀ, ਹਲਦੀ ਰੋਗ ਵੀ ਪੈਣਾ ਜੀ। ਇਹਦੇ 'ਚ ਇੱਕੋ ਹੈ ਵੀ ਜੇ ਸ਼ੀਤ ਬਲਾਈਟ ਨੇ ਪੈਣਾ ਹੀ ਪੈਣਾ ਤੇ ਜਦੋਂ ਨਿਸ਼ਾਨੀਆਂ ਸ਼ੁਰੂ ਹੋਣ ਉਹਦਾ ਸਪਰੇਅ ਕਰਨੀ, ਪਹਿਲੇ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ ਜੀ। ਸੋ ਕਿਰਪਾ ਕਰਕੇ ਜਦੋਂ ਤੁਹਾਨੂੰ ਸਵੇਰੇ ਸ਼ਾਮ ਆਪਣੇ ਖੇਤ ਨੂੰ ਦੇਖਦੇ ਰਹੋ
ਜਦੋਂ ਤੁਹਾਨੂੰ ਕਿਸੇ ਬਿਮਾਰੀ ਦੀ ਲੱਗੇ ਵੀ ਇਹਦੇ 'ਚ ਹਲਦੀ ਰੋਗ ਆ ਰਿਹਾ ਹੈ ਜਾਂ ਸ਼ੀਤ ਬਲਾਈਟ ਆ ਰਹੀ ਹੈ, ਤਾਂ ਜਿਹੜੀਆਂ ਸਪਰੇਆਂ ਦੱਸੀਆਂ ਨੇ, ਨਟੀਵਸ ਸਪਰੇ ਹੈ, ਜਿਹੜੀ ਫੋਲੀਕੋਰ ਹੈ, ਐਮਿਸਟਰਾ ਟੌਪ ਹੈ, ਇਹ ਤੁਸੀਂ ਸਪਰੇਆਂ ਕਰ ਸਕਦੇ ਜੀ ਜੀ ਜੀ। ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਇਹ ਕਿਸਾਨ ਵੀਰਾਂ ਦਾ, ਕਿਸਾਨ ਸਮਾਣੀਆਂ ਦਾ, ਬੱਚਿਆਂ ਦਾ, ਵਿਗਿਆਨੀਆਂ ਦਾ, ਸਾਰਿਆਂ ਦਾ ਹਰਮਨ ਪਿਆਰਾ ਇਹ ਪ੍ਰੋਗਰਾਮ ਹੈ, ਕਿਉਂਕਿ ਅਸੀਂ ਜਾਣਕਾਰੀ ਸਾਂਝੀ ਕਰਦੇ, ਸਾਰਿਆਂ ਦੇ ਲਈ ਸਾਂਝੀ ਕਰਦੇ ਹਾਂ। ਸੁਮੇਸ਼ ਸ਼ਰਮਾ ਜੀ ਦਾ ਇੱਕ ਸ਼ਾਇਦ ਸਾਡੇ ਵਿਦਿਆਰਥੀ ਨੇ, ਉਹ ਸਵਾਲ ਕਰਦੇ ਨੇ ਵੀ ਹਾਂ ਸਾਡੇ ਐਡਮਿਟ ਕਾਰਡ ਨਹੀਂ ਮਿਲੇ ਜਾਂ ਉਹਦਾ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੋਵੇ, ਤੁਸੀਂ ਸਾਡੀ PAU ਦੀ ਵੈਬਸਾਈਟ ਦੇ ਨਾਲ ਲਗਾਤਾਰ ਨਿਰੰਤਰ ਸੰਪਰਕ 'ਚ ਰਹੋ, ਤੁਹਾਨੂੰ ਉੱਥੇ ਸਾਰੀ ਜਾਣਕਾਰੀ ਮਿਲਦੀ ਰਹੇਗੀ। ਕੁਝ ਵੀ ਸਾਥੀਆਂ ਦਾ ਸਵਾਲ ਸੀਗਾ ਵੀ ਅਕਾਊਂਟ ਨੰਬਰ ਪੂਰਾ ਨਹੀਂ ਦਿਖ ਰਿਹਾ, ਮੈਂ ਆਪਣੇ ਸਾਥੀਆਂ ਨੂੰ ਬੇਨਤੀ ਕਰਾਂਗਾ ਜਿਹੜੀ ਡਾਕਟਰ ਸਾਹਿਬ ਡਾਕਟਰ ਸਿੰਘ ਦੀ ਸ਼ੀਟਸ ਜਿਹੜੀ ਸੀ ਉਹਨੂੰ ਹੋਰ ਨੇੜਿਓਂ ਕਰਕੇ ਇਹ ਜ਼ਰੂਰ ਸਾਰੀ ਸਕਰੀਨ ਤੇ ਫਲੈਸ਼ ਕਰ ਤਾਂ ਜੋ ਸਾਰਿਆਂ ਤੱਕ ਸੰਪਰਕ ਪਹੁੰਚ ਸਕੇ। ਹਾਂਜੀ, ਮੈਂ ਇੱਕ ਸੀ ਦੁਬਾਰਾ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਜੀ। ਜਿਹੜਾ ਤੁਸੀਂ ਖਾਤਾ ਹੈ ਉਹ ਕੰਟਰੋਲਰ PAU ਦੇ ਨਾਮ ਤੇ ਜੀ, ਕੋਈ ਕੰਟਰੋਲਰ ਲਿਖਦੇ ਨੇ, ਕੰਟਰੋਲਰ ਨਹੀਂ ਜੀ, ਇੱਕ ਕੰਟਰੋਲਰ ਜੀ PAU ਜੀ। ਇਸ ਤੋਂ ਬਾਅਦ ਬੈਂਕ ਦਾ ਨਾਮ ਜੀ, ਬੈਂਕ ਦਾ ਨਾਮ ਬੈਂਕ ਆਫ ਬੜੌਦਾ ਜੀ। ਉਸ ਤੋਂ ਬਾਅਦ ਅਕਾਊਂਟ ਨੰਬਰ ਹੈ ਜੀ। ਇਸ ਅਕਾਊਂਟ ਵਿੱਚ ਤੁਸੀਂ ਜਿਹੜੇ ਪੈਸੇ ਜਮ੍ਹਾਂ ਕਰਾਉਣੇ ਹੈ ਜੀ। ਇਸ ਤੋਂ ਬਾਅਦ ਹੈ IFSC ਕੋਡ ਜੀ। ਇਹਦੇ ਚ ਇੱਕ ਗੱਲ ਦਾ ਖਿਆਲ ਰੱਖਿਓ, ਇਹਦੇ ਵਿੱਚ BARD 0 ਹੈ, ਉਹ ਨਹੀਂ, ਬਸ ਇਹ ਖਿਆਲ ਰੱਖਿਓ ਜਦੋਂ ਤੁਸੀਂ ਭਰਨਾ ਹੈ ਜੀ। PAULUD BARB 0 PAULUD ਜੀ। ਉਸ ਤੋਂ ਬਾਅਦ ਤੁਸੀਂ ਇਸ ਨੰਬਰ ਤੇ ਜਿਹੜਾ ਹੈ ਆ ਸਾਰਾ ਕੁਝ ਜੋ ਤੁਸੀਂ ਪੈਸੇ ਜਮ੍ਹਾਂ ਕਰਾਏ, ਆਪਣਾ ਨਾਮ, ਪਤਾ ਤੇ ਕਿਹੜੀ ਕਿਤਾਬ ਲਈ ਕਰਾਏ, ਚੰਗੀ ਖੇਤੀ ਲਈ ਕਰਾਏ, ਪ੍ਰੋਗਰੈਸਿਵ ਫਾਰਮਿੰਗ ਲਈ ਕਰਾਏ ਜੀ, ਜਾਂ ਜਿਹੜੀਆਂ ਸਾਡੀ ਹਾੜੀ ਸੌਣੀ ਦੀਆਂ ਸਿਫਾਰਿਸ਼ਾਂ ਉਹਨਾਂ ਲਈ ਕਰਾਏ ਜੀ, ਉਹ ਕਿਤਾਬ, ਤਾਂ ਕਿ ਅਸੀਂ ਤੁਹਾਨੂੰ ਭੇਜ ਸਕੀਏ ਜੀ। ਸੋ ਇਹ ਸਾਰਾ ਕੁਝ ਤੁਸੀਂ ਸਾਨੂੰ WhatsApp ਕਰ ਦੇਣਾ ਹੈ ਜੀ ਜੀ। ਡਾਕਟਰ ਸਾਹਿਬ, ਇਹਦਾ ਹੋ ਗਈ ਸਾਡੀ ਪ੍ਰਕਾਸ਼ਨਾਵਾਂ ਦੀ ਗੱਲ, ਜੇ ਅਸੀਂ ਆਨਲਾਈਨ ਪ੍ਰਕਾਸ਼ਨਾਵਾਂ ਅਸੀਂ ਮੰਗਵਾਉਣੀਆਂ ਤੇ ਇਸ ਤੋਂ ਇਲਾਵਾ ਤੁਸੀਂ ਕੋਈ ਜਾਣਕਾਰੀ ਸਾਂਝੀ ਕਰਨੀ ਜੋ ਤੁਸੀਂ ਸੋਚਦੇ ਇਸ ਵਿੱਚ ਬਹੁਤ ਜ਼ਰੂਰੀ ਆ। ਇਸ ਤੋਂ ਬਾਅਦ ਜੀ ਕਈ ਸਵਾਲ ਆਏ ਨੇ, ਉਹਦੇ ਚ ਪੁੱਛਦੇ DBW 187 ਤੇ DBW 222 ਬਾਰੇ ਸਾਨੂੰ ਵਿਸਥਾਰਪੂਰਵਕ ਦੱਸੋ ਜੀ। ਇਹ ਦੋਨੋਂ ਜਿਹੜੀਆਂ ਵੈਰਾਈਟੀਆਂ ਯੂਨੀਵਰਸਿਟੀ ਨਹੀਂ ਸਿਫਾਰਿਸ਼ ਕਰਦੀ, ਇਹਨਾਂ ਦੇ ਬਦਲਾਅ ਲਈ ਸਾਡੇ ਕੋਲ ਜਿਹੜੀਆਂ 3 ਵੈਰਾਈਟੀਆਂ ਨੇ, WHD 943 ਜੀ, PDW 291 ਜੀ, PBW 621 ਜੀ। ਜਿਹੜੀ 943 ਤੇ 291 ਇਹ ਪਾਸਤਾ ਵਾਸਤੇ ਵੈਰਾਈਟੀਆਂ ਨੇ, ਜਿਹੜੀਆਂ ਇਹਨਾਂ ਨੇ ਵੈਰਾਈਟੀਆਂ ਕਹੀਆਂ ਉਹ ਵੀ ਪਾਸਤਾ ਵਾਸਤੇ ਨੇ ਜੀ। ਇਹ ਵੈਰਾਈਟੀਆਂ ਤੁਸੀਂ ਪਾਸਤਾ ਵਾਸਤੇ ਜਿਹੜੀਆਂ ਵਰਤ ਸਕਦੇ ਜੇ, ਤੇ ਇਹਨਾਂ ਦਾ ਤਕਰੀਬਨ ਜਿਹੜਾ 19 ਕੁਇੰਟਲ ਦੇ ਲਾਗੇ ਝਾੜ ਹੈ ਜੀ 1 ਕਿੱਲੇ ਦਾ ਜੀ। ਇਸ ਤੋਂ ਬਾਅਦ ਇੱਕ ਸਵਾਲ ਸੀ ਵੀ ਜਿਹੜੀ ਹਾੜੀ 220 ਦੀ ਕਿਤਾਬ ਅਜੇ ਤੱਕ ਪਹੁੰਚੀ ਨਹੀਂ। ਇਹ ਕਿਤਾਬ ਸਾਡੀ ਪ੍ਰਿੰਟਿੰਗ ਵਿੱਚ ਚਲੀ ਗਈ ਹੈ, ਸੋਮਵਾਰ ਤੋਂ ਬਾਅਦ ਮਿਲਣੀ ਸ਼ੁਰੂ ਹੋ ਜਾਊਗੀ। ਜਿਵੇਂ ਅਸੀਂ ਦੱਸਿਆ, ਤੁਸੀਂ ਆਨਲਾਈਨ ਪੈਸੇ ਜਮ੍ਹਾਂ ਕਰਾ ਦਿਓ, ਜਾਂ ਸਾਡੇ ਜਿਹੜੇ ਹੈ ਕ੍ਰਿਸ਼ੀ ਵਿਗਿਆਨ ਕੇਂਦਰ ਹੈ, ਜਾਂ ਯੂਨੀਵਰਸਿਟੀ ਹੈ, ਜਾਂ ਫਾਰਮਰ ਐਡਵਾਈਜ਼ਰੀ ਸਰਵਿਸ ਹੈ ਜੀ, ਜਾਂ ਸਾਡੇ ਹਰ ਜ਼ਿਲ੍ਹੇ 'ਚ ਰਿਸਰਚ ਸਟੇਸ਼ਨ ਨੇ ਜੀ, ਉੱਥੋਂ ਤੁਸੀਂ ਸੋਮਵਾਰ ਤੋਂ ਬਾਅਦ ਜਿਹੜੀ ਕਿਤਾਬ ਮਿਲਣੀ ਸ਼ੁਰੂ ਹੋਏਗੀ ਤੁਸੀਂ ਲੈ ਸਕਦੇ ਜੀ ਜੀ। ਇਸ ਤੋਂ ਬਾਅਦ ਇੱਕ ਬਠਿੰਡੇ ਤੋਂ ਸਵਾਲ ਸੀ ਜੀ ਵੀ ਜੀਰੇ ਦੀ ਖੇਤੀ ਕੀ ਅਸੀਂ ਕਰ ਸਕਦੇ ਹਾਂ। ਜੀਰਾ ਜਿਹੜਾ ਆਪਣੇ ਮੌਸਮ ਜਾਂ ਆਪਦੀ ਪੰਜਾਬ ਦੀ ਆਬੋ-ਹਵਾ ਹੈ, ਉਹਦੇ 'ਚ ਜਿਹੜੀ ਇਸ ਦੀ ਖੇਤੀ ਕਾਮਯਾਬ ਨਹੀਂ ਹੁੰਦੀ ਜੀ, ਸੋ ਇਸ ਲਈ ਇਹਦੀ ਖੇਤੀ ਪੰਜਾਬ ਵਿੱਚ ਨਹੀਂ ਹੋ ਸਕਦੀ ਜੀ। ਇਸ ਤੋਂ ਬਾਅਦ ਜਿਹੜਾ 126 ਬਾਰੇ ਪੁੱਛਿਆ ਸੀ ਵੀ 26 ਜਿਹੜਾ ਝੋਨਾ ਅਕਤੂਬਰ ਦੇ ਸ਼ੁਰੂ 'ਚ ਜਿਹੜੀ ਕਟਾਈ ਹੋ ਜਾਣੀ ਹੈ, ਕੀ ਇਹਦੀ ਖਰੀਦ ਆ ਜਾਏਗੀ ਜੀ। ਮੇਰਾ ਖਿਆਲ ਤੁਸੀਂ ਕੱਲ ਪਰਸੋਂ ਦੀ ਅਖਬਾਰ ਦੇਖੀ ਹੋਣੀ ਹੈ, ਸਰਕਾਰ ਵੱਲੋਂ ਜਿਹੜਾ ਇਹਦੇ ਬਾਰੇ ਹਦਾਇਤ ਕਰ ਦਿੱਤੀ ਗਈ ਹੈ ਜੀ ਕਿ 21 ਸਤੰਬਰ ਤੋਂ ਬਾਅਦ ਜਿਹੜੀ ਹੈ ਸਰਕਾਰੀ ਖਰੀਦ ਜਿਹੜੀ ਸ਼ੁਰੂ ਹੋ ਜਾਣੀ ਤੇ ਤੁਹਾਡਾ ਝੋਨਾ ਵਿਕਣਾ ਸ਼ੁਰੂ ਹੋ ਜਾਊਗਾ ਜੀ। ਸੋ ਇਹ ਸਵਾਲ ਸੀ ਜੀ। ਡਾਕਟਰ ਸਾਹਿਬ, ਅਸੀਂ ਪਿਛਲੇ ਹਫ਼ਤੇ ਵੀ ਜ਼ਿਕਰ ਕੀਤਾ ਸੀਗਾ, ਆਪ ਜੀ ਦਾ ਇੱਕ ਮੋਬਾਈਲ ਨੰਬਰ ਹੈ ਜਿੱਥੇ ਤੁਸੀਂ ਬੜੀਆਂ ਫੋਟੋਆਂ ਦੇ ਨਾਲ ਵੀ ਕਿਸਾਨਾਂ ਨੂੰ ਸਾਰਾ ਦਿਨ ਵੀ ਦੱਸਦੇ ਰਹਿੰਦੇ, ਇਲਾਜ ਦੱਸਦੇ ਰਹਿੰਦੇ ਹੋ ਜਾਂ ਉਹਦਾ ਸੰਭਵ ਹੱਲ ਦੱਸਦੇ ਰਹਿੰਦੇ, ਉਹ ਤੁਸੀਂ ਆਪਣਾ ਨੰਬਰ ਵੀ ਜ਼ਰੂਰ ਦੱਸਿਓ। ਹਾਂਜੀ, ਮੈਂ ਨੰਬਰ ਤੋਂ ਪਹਿਲਾਂ ਇੱਕ ਗੱਲ ਦੱਸਣਾ ਚਾਹਣਾ, ਇੱਕ ਸਵਾਲ ਹੁਣੇ ਆਇਆ, ਐਪਲ ਅਮਰੂਦ ਅਸੀਂ ਪਿਛਲੇ ਸਾਲ ਹੀ ਨਵੀਂ ਵੈਰਾਈਟੀ ਕੱਢੀ ਹੈ ਜੀ, ਉਹਦੇ ਬੂਟੇ ਕਿੱਥੋਂ ਮਿਲਣਗੇ ਜੀ। ਐਪਲ ਅਮਰੂਦ ਦੇ ਬੂਟੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਾਗਬਾਨੀ ਮਹਿਕਮਾ ਜਿੱਥੇ ਸਾਡੀ ਨਰਸਰੀ ਹੈ ਉੱਥੋਂ ਹੀ ਮਿਲਦੇ ਆ।
ਜੀ। ਤੇ ਸਾਡਾ ਬਾਦਰਗਾਰੰਗੀ ਸਟੇਸ਼ਨ ਆ ਜੀ, ਉੱਥੋਂ ਵੀ ਜਿਹੜੇ ਆ ਤੁਸੀਂ ਬੂਟੇ ਪ੍ਰਾਪਤ ਕਰ ਸਕਦੇ ਹੋ ਜੀ, ਤੋ ਇਸ ਤੋਂ ਇਲਾਵਾ ਜਿਹੜਾ ਨੰਬਰ ਮੈਂ ਜਿਹੜਾ ਦੱਸਣਾ ਚਾਹਣਾ ਪਲਾਂਟ ਕਲੀਨਿਕ ਦਾ ਜੀ, ਉਹ ਤੁਸੀਂ ਨੋਟ ਕਰ ਲਓ 94630 ਜੀ, 48181 ਜੀ, ਜੀ, 94630 48181 ਜੀ। ਇਸ ਨੰਬਰ ਤੇ ਤੁਹਾਨੂੰ ਕੋਈ ਵੀ ਮੁਸ਼ਕਲ ਹੈ ਤੁਸੀਂ ਫੋਨ ਕਰ ਸਕਦੇ ਜੀ, ਫੋਟੋ ਖਿੱਚ ਕੇ ਭੇਜ ਸਕਦੇ ਜੀ। ਜੇ ਤੁਸੀਂ ਤੁਹਾਡੇ ਕੋਲ ਈਮੇਲ ਵੀ ਹੈ ਤੇ ਈਮੇਲ ਵੀ ਤੁਸੀਂ plantclinic@pau.edu ਜੀ, ਇਸ ਮੇਲ ਤੇ ਕੋਈ ਵੀ ਜਿਹੜੀ ਸਮੱਸਿਆ ਤੁਸੀਂ ਮੇਰੇ ਨਾਲ ਵਿਚਾਰ ਵਟਾਂਦਰਾ ਕਰ ਸਕਦੇ ਜੀ। ਜੀ, ਜੀ। ਸੋ ਕਿਸਾਨ ਵੀਰੋ, ਪਿਆਰੇ ਸਬਸਕ੍ਰਾਈਬਰੋ, ਬਹੁਤ ਧੰਨਵਾਦ ਡਾਕਟਰ ਸਿੰਘ ਆਪ ਜੀ ਦਾ। ਤੁਸੀਂ ਬਿਮਾਰੀਆਂ ਬਾਬਤ ਤੇ ਉਸ ਤੋਂ ਇਲਾਵਾ ਪ੍ਰਕਾਸ਼ਨਾਂ ਬਾਬਤ ਕਾਫੀ ਸ਼ੰਕੇ ਜਿਹੜੇ ਨੇ ਸਾਡੇ ਦੂਰ ਕੀਤੇ ਆ। ਇਸੇ ਤਰ੍ਹਾਂ ਅਗਲੇ ਹਫਤੇ ਵੀ ਇੱਕ ਉੱਚ ਪੱਧਰੀ ਟੀਮ ਦੇ ਨਾਲ ਆਪ ਜੀ ਦੇ ਨਾਲ ਫਿਰ ਰਾਬਤਾ ਕਾਇਮ ਕਰਾਂਗੇ, ਫਿਰ ਆਪ ਜੀ ਕੋਲ ਫਿਰ ਪਹੁੰਚਣ ਦੀ ਕੋਸ਼ਿਸ਼ ਕਰਾਂਗੇ। ਇਸੇ ਵਾਅਦੇ ਦੇ ਨਾਲ ਜੈ ਹਿੰਦ, ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ।